ਤੇ ਇਹ ਤੇ ਉਹ ਕਹਿਣਾ ਸ਼ੁਰੂ ਕਰ ਦੋ। ਤੁਸੀਂ ਆਪਣਾ ਜਿਹੜਾ ਦੀਨ ਹੈ ਨਾ ਉਹ ਫਿਕਸ ਕਰਕੇ ਉਹਦੀ ਤਬਲੀਗ ਕਰੋ। अच्छा ठीक हो गया, बहुत आला। ਇਨਸਾਨ ਚਾਹੀਦਾ ਕਿ ਆਪਣਾ ਦੀਨ ਦੀ ਤਬਲੀਗ ਕਰਨੀ, ਉਹਦੇ ਵਿੱਚ ਅਗਰ ਕੋਈ ਸੱਚਾਈ ਖੂਬੀ ਹੈ ਤੇ ਲੋਕਾਂ ਨੂੰ ਫਾਇਦਾ ਹੋ ਜਾਏਗਾ, ਤੇ ਦੂਸਰਾ ਦੀਨ ਜਿਹਨਾਂ ਦਾ ਹੈ ਉਹ ਆਪੇ ਕਰ ਲੈਂਦੇ। ਤੁਸੀਂ ਠੇਕਾ ਨਹੀਂ ਚੁੱਕਿਆ, ਉਹਨਾਂ ਦਾ ਦੀਨ ਤੁਸੀਂ ਤੋੜ ਮਰੋੜ ਕੇ ਦੱਸਣਾ। ਮਿਰਜ਼ਾ ਸਾਹਿਬ ਐਵੇਂ ਕ੍ਰਿਸ਼ਨਾ ਨਾਲ ਲੱਗੇ ਰਹੇ ਨੇ ਮੱਥਾ ਮਾਰਨ, ਭਲਾ ਆਪਣਾ ਦੀਨ ਪੇਸ਼ ਕਰੋ ਤੁਸੀਂ, ਜਿਹੜਾ ਤੁਹਾਡਾ ਮਿਰਜ਼ਾਈ ਹੈ। ਤੇ ਤੁਸੀਂ ਕ੍ਰਿਸ਼ਨਾ ਨੂੰ ਜਾ ਕੇ ਯਿਸੂ ਨੂੰ ਗਾਲਾਂ ਤੇ ਉਹਨਾਂ ਦੀ ਵਾਲਦਾ ਨੂੰ ਗਾਲਾਂ ਤੇ ਜਨਾਬ ਪਾਦਰੀ ਵੇਖਿਆ ਜੀ, ਇਹ ਵੇਖਿਆ ਜਿਹੜਾ ਦੀਨ ਕੋ ਨਹੀਂ ਆਪਣਾ ਉਹ ਬਾਕਿਆਂ ਨੂੰ ਮਰਜ਼ੂਮ ਕਰਕੇ ਨਾ ਆਪਣਾ ਨਫਸ ਝਾੜਦਾ ਪਿਆ। ਸੋਹਣੀ ਗੱਲ ਤੁਸੀਂ ਕੀਤੀ ਹੈ ਨਾ ਬਈ, ਮਿਰਜ਼ਾ ਸਾਹਿਬ ਨੂੰ ਚਾਹੀਦਾ ਸੀ ਆਪਣਾ ਦੀਨ ਪੇਸ਼ ਕਰਦੇ। ਖਾਮਖਾ ਕ੍ਰਿਸ਼ਨਾ ਦੇ ਦੀਨ ਤੇ ਤਨਕੀਦ ਕਰਦੇ ਰਹੇ ਨੇ ਕਿ ਤੁਸੀਂ ਇੱਕ ਐਸੇ ਬੰਦੇ ਨੂੰ ਖੁਦਾ ਬਣਾਇਆ है। अमर जी साहब ईसाइयों ने इनको खुदा बना लिया है, उनके हाथ में मकर और फरेब के अलावा माज अल्लाह कह रहे कोई है ही नहीं। उनको जो गालियां देते रहे हैं, अपना दीन पेश करना चाहिए था। मिर्जा साहब ने गलती की है। ये बात गालियां तुम कह रहे हो है ते मोहम्मद दीन जे तुम गालियां कहने लगे हो। वो यार हज़रत मोहम्मद दीन को ना किया कि ए दज्जाल में मसीह हाथ में मकर और फरेब के। हेलो, एक बंदा गल करता भी नहीं, या कर लेंदे दी ਤੇ ਜਾਂ ਫਿਰ ਮੈਂ ਕਰਦਾ ਪੈਸਾ ਤੁਸੀਂ ਕਰੋ ਦੇਣ ਦੀ ਤੁਸੀਂ ਜਾਣ ਬੁੱਝ ਵਿੱਚ ਵੜ ਗਏ ਹੋ ਗੱਲ ਤੇ ਮੈਂ ਕਰਦਾ ਪਿਆ ਸਾਂ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਦੀਨ ਹੈ ਜਿਹੜਾ ਮਿਰਜ਼ਾ ਸਾਹਿਬ ਨੇ ਉਹਨਾਂ ਨੂੰ ਪੇਸ਼ ਕੀਤਾ ਹੈ। ਉਹ ਮਿਰਜ਼ਾ ਸਾਹਿਬ ਨੇ ਪੇਸ਼ ਕਰਨਾ ਸੀ, ਬਾਕੀ ਤਾਂ ਸਾਰੇ ਜਹਨਮੀ ਸਨ। ਸੂਅਰ ਤੇ ਬੰਦਰ ਤੇ ਦਜਾਲ ਐਸੇ ਵਾਸਤੇ ਮਸੀਹ ਨੇ ਆਣਾ ਸੀ ਨਾ ਕਿ ਜਿਸ ਟਾਈਮ ਹਰ ਤਰਫ ਸੂਅਰ ਬੰਦਰ ਦਜਾਲ ਤੁਹਾਨੂੰ ਕਹਿ ਕੇ ਗਿਆ ਵੇ। ਲੇਕਿਨ ਗੱਲ ਪਤਾ ਕੀ, ਇਨਸਾਨਾਂ ਨਾਲ ਗੱਲ ਕਰਨੀ ਹੈ। ਬਾਂਦਰ ਸੂਰ ਤੁਹਾਨੂੰ ਬਸ਼ੀਰੁद्दीन महमूद ਤੁਹਾਡੇ ਦੋ ਨੰਬਰ ਦੀ ਪਤਨੀ ਆ ਕੇ ਸੂਰ ਨੇ ਆ ਕੇ ਨਿਤੇ ਨੂੰ ਸਿੱਧਾ ਸਿਰ ਮਾਰਦੇ ਨੇ। ਆਪਣੇ ਸਿਰ 'ਚ ਕੋਈ ਹੈ ਕੋਈ ਨਹੀਂ, ਅਕਲ ਕੋਈ ਨਹੀਂ ਹੈ। ਉਸ ਗੱਲ ਨੂੰ ਛੋੜ ਕੇ ਮੈਂ ਜਿਹੜੀ ਗੱਲ ਪੁੱਛੀ ਹੈ, ਜਿਹੜੀ ਮਿਰਜ਼ਾ ਕਾਦੀਆਨੀ ਨੇ ਪਾਦਰੀਆਂ ਨੂੰ ਤਬਲੀਗ ਕੀਤੀ ਹੈ ਤੇ ਜਿਹੜਾ ਈਸਾ ਅਲੈਹਿਸਲਾਮ ਨੂੰ ਗਾਲਾਂ ਕੱਢੀਆਂ ਨੇ, ਇਹ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਦੀਨ ਸੀ। ਇਹ ਸਵਾਲ ਬਸ ਇੰਨਾ। ਹਾਂ ਇਹ ਗਾਲਾਂ ਕਹਿਣ ਲੱਗੀ ਕੋ ਇਹ ਤਾਂ ਦੀਨ ਮੁਹੰਮਦੀ ਜੇ। ਇਹ ਦੀਨ ਮੁਹੰਮਦੀ ਵਿੱਚ ਜਿੱਥੇ ਲਿਖਿਆ ਕਿ ਯਿਸੂ ਮਸੀਹ ਹੈ ਉਹਦੇ ਹੱਥ ਮਕਰ ਔਰ ਫਰੇਬ ਤੋਂ ਇਲਾਵਾ ਕੋਈ ਨਹੀਂ। ਦੀਨ ਮੁਹੰਮਦੀ ਤੇ ਲਿਖਿਆ ਹੈ ਵਜੀਹਨ ਫਿ ਦੁਨੀਆ ਵਲ ਆਖਿਰਾ, ਕਿ ਜਿਹੜੇ ਨੇ ਉਹ ਈਸਾ ਦੁਨੀਆ ਔਰ ਈਸਾ ਕੇ ਯਿਸੂ ਈਸਾ ਕੇ ਯਿਸੂ ਈਸਾ ਤੇ ਯਿਸੂ ਕੀ ਹੈ? ਈਸਾ ਮੁਹਤਰਮ ਈਸਾ ਤੇ ਕੁਰਾਨ ਦਾ ਨਬੀ ਹੈ ਨਾ। ਕੀ ਫਰਕ ਹੈ? ਤੇ ਯਿਸੂ ਜਿਹੜਾ ਵੇ ਉਹ ਤੇ ਜਨਾਬ ਜੀ ਉਹ ਤੇ ਈਸਾ ਦੀ ਟਰਮ ਹੈ। ਕੀ ਹੈ ਕਿ ਇਹ ਉਹ ਕਦੀ ਕਿਸੇ ਈਸਾਈ ਨੂੰ ਪੁੱਛ ਲਓ ਕਿ ਤੁਸੀਂ ਈਸਾ ਨੂੰ ਮੰਨਦੇ ਹੋ, ਕਦੀ ਕਿਸੇ ਨੂੰ ਪੁੱਛ ਲਓ ਈਸਾਈ ਨੂੰ ਕਿ ਇਹ ਨਹੀਂ। ਉਹਨਾਂ ਨੂੰ ਛੱਡੋ, ਤੁਸੀਂ ਦੱਸੋ ਯਿਸੂ ਨੂੰ ਕੀ ਕਿਉਂ ਛੱਡੋ ਤੁਸੀਂ? ਹਾਂ ਉਹ ਸਾਫ਼ ਕਹਿੰਦੇ ਨੇ ਕਿ ਇਹ ਜਿਹੜਾ ਨਬੀ ਹੈ ਨਾ ਈਸਾ ਹੈ ਤੁਹਾਡਾ, ਤੇ ਉਹ ਨਾਉਜ਼ ਬਿਲਾ ਕਹਿੰਦੇ ਨੇ ਕਿ ਤੁਹਾਡਾ ਨਬੀ ਈਸਾਈ ਸੀ। ਅੱਛਾ, ਉਹਨਾਂ ਦੀ ਗੱਲ ਮੰਨਣੀ ਹੈ ਜਾਂ ਮਿਰਜ਼ਾ ਕਾਦੀਆਨੀ ਦੀ ਗੱਲ ਮੰਨਣੀ? ਮਿਰਜ਼ਾ ਕਾਦੀਆਨੀ ਵੇਖੋ ਜਿਨ੍ਹਾਂ ਦਾ ਵੇਖੋ ਉਹਨਾਂ ਦਾ ਮੰਨਣੇ ਕੀ ਮਤਲਬ ਹੈ ਯਿਸੂ ਤੁਹਾਡਾ ਨਬੀ ਹੈ। ਯਿਸੂ ਨਬੀ ਹੈ। ਮੇਰੀ ਗੱਲ ਦੇ ਵਿੱਚ ਨਹੀਂ ਬੋਲਣਾ ਮੈਨੂੰ। ਮੈਂ ਕੋਈ ਲੰਬੀ ਗੱਲ ਤੇ ਕਰਨ ਨਹੀਂ। ਤੇਰੀ ਗੱਲ ਹੈ ਹੀ ਕੋਈ ਨਹੀਂ ਹੈ। ਤੂੰ ਉੜਦਾ ਛਾਪਰ ਹੈ, ਉੜਦਾ ਫਿਰਨਾ, ਤੂੰ ਵਲਗਰ ਇਨਸਾਨ ਹੈ। ਤੂੰ ਗੱਲ ਸੁਣਨੀ ਇੱਕ ਮਿੰਟ। ਲੱਤਾਂ ਦੇ ਪਾਰ ਪਾ ਕੇ ਮੈਂ ਕਿਹਾ ਮੈਂ ਬੰਦਾ ਕਿਸ ਬੰਦੇ ਦੀ ਗੱਲ ਸੁਣਦਾ ਜਿਹੜਾ ਦੀਨ ਮਤਲਬ ਹੈ ਕੋਈ ਨਹੀਂ, ਜਿਹੜੇ ਬੰਦਿਆਂ ਨਾਲ ਝੂਠ ਬੋਲ ਕੇ ਆਪਣੇ ਯਾਨੀ ਕਿ ਸ਼ੋਹਰਤ ਰਹਿੰਦਾ ਫਿਰ ਰਿਹਾ ਵੇ। ਇਹ ਇਨਸਾਨ ਥੋੜੀ ਹੁੰਦਾ ਜਿੱਥੇ ਬੁਨਿਆਦ ਕੋਈ ਨਹੀਂ ਜਾਂ ਦੀਨ ਕੋਈ ਨਹੀਂ। ਮੇਰੀ ਗੱਲ ਮੇਰਾ ਆਪਣੀ ਦੀਨ ਤਬਲੀਗ ਨਹੀਂ ਕਰ ਸਕਦਾ। ਮੇਰੀ ਗੱਲ ਨਹੀਂ ਸੁਣਨੀ। ਉਹ ਤੇਰੀ ਗੱਲ ਸੁਣ ਰਿਹਾ ਸਹੀ, ਤੇਰੀ ਗੱਲ ਹੈ ਵੀ ਸਹੀ ਹੈ ਤੇ ਫਿਰ ਸੁਣਨ ਦਾ ਹੌਸਲਾ ਤੇ ਪੈਦਾ ਕਰਨਾ। ਇੱਕ ਮਿੰਟ ਹੋਲਡ ਤੇ ਰੱਖਣਾ। ਉਹ ਤੇਰੀ ਗੱਲ ਸੁਣ ਕੇ ਤੂੰ ਵੇਖਿਆ ਨਾ ਤੇਰਾ ਜਿਸ ਟਾਈਮ ਤੇਰਾ ਦਿਲ ਕਰਦਾ ਤੂੰ ਕਹਿੰਦਾ ਕਾਫਰ ਦੇਵਬੰਦੀ ਕਾਫਰ, ਤੇਰਾ ਕੋਈ ਦੀਨ ਮਜ਼ਹਬ ਹੈ ਸਹੀ ਹੈ। ਹੁਣ ਤੂੰ ਗੱਲ ਕਰ ਲਈ ਹੈ ਜਾਂ ਮੈਨੂੰ ਕਰਨ ਦੇਣੀ ਹੈ ਜਾਂ ਕੀ ਕਰਨਾ ਤੂੰ? ਉਹ ਤੂੰ ਗੱਲ ਕਰਨੀ ਕਿਉਂ? ਮੈਂ ਤੇਰੇ ਨਾਲ ਗੱਲ ਕਰਦਾ ਕੌਣ ਪਿਆ? ਮੈਂ ਤੇਰੀ ਬਕ ਸੁਣਨੀ ਹੈ। ਮੈਂ ਪਾਗਲ ਹਾਂ ਕੋਈ? ਤੇ ਕਿਹਦੇ ਨਾਲ ਗੱਲ ਕਰਨਾ ਚਾਹੁੰਦਾ? ਉਹ ਜਿਹੜਾ ਬੰਦੇ ਜਿਸ ਬੰਦੇ ਨੇ ਮੈਂ ਐਡ ਕੀਤੀ ਸੀ, ਜਿਸ ਬੰਦੇ ਨੇ ਮੈਂ ਐਡ ਕੀਤਾ ਸੀ, ਉਹ ਬੰਦਾ ਬੜੇ ਤਰੀਕੇ ਨਾਲ ਗੱਲ ਕਰਦਾ ਪਿਆ ਸੀ। ਤੂੰ ਅੱਗੇ ਇੰਜ ਹੀ ਭੌਂਕਣ ਲੱਗ ਪਿਆ ਬਹਿ ਕੇ। ਪਰ ਤੈਨੂੰ ਬੰਦਾ ਮੂੰਹ ਲਾਂਦਾ ਕੋਈ ਨਹੀਂ ਹੈ। ਤੂੰ ਇੱਥੇ ਨਾ ਤਿੰਨਾਂ ਚ ਨਾ ਤੇਰਾ ਤੂੰ ਨਾ ਕਰ ਭੌਂਕਦਾ। ਤੇ ਮਿਰਜ਼ਾ ਗੁਲਾਮ ਕਾਦੀਆਨੀ ਸੀ। ਨਹੀਂ, ਮੈਨੂੰ ਮੂੰਹ ਕੌਣ ਲਾਂਦਾ ਯਾਰ? ਸਾਰੇ ਮਿਰਜ਼ਾਈ ਮੈਨੂੰ ਮੂੰਹ ਨੇ
ਹੁਣ ਤੇ ਮਰਦਾਨਾ ਵੀ ਮੈਨੂੰ ਮੂੰਹ ਲਾਉਂਦੀਆਂ, ਹੁਣ ਤੂੰ ਮਰਦਾਈਆਂ ਦੀ ਗੱਲ ਕਰਨਾ ਹੁਣ ਤੇ ਮਰਦਾਨਾ ਵੀ ਮੇਰਾ ਉਹ ਜਿਹੜੀ ਕੀ ਨਾ ਉਹਦਾ ਬਾਜੀ ਹਾਦੀਆ ਜਿੱਥੇ ਮੈਨੂੰ ਵੇਖਦੀ ਕਹਿੰਦੀ ਅਮਰ ਖੰਜ਼ੀਰ ਆ ਗਏ ਬੜਾ ਪਿਆਰ ਕਰਦੀ ਮੇਰੇ ਨਾਲ। ਹੁਣ ਤੇ ਮੈਨੂੰ ਮਰਦਾਨਾ ਮੂੰਹ ਲਾਉਂਦੀਆਂ। ਵੇਖੋ ਇਸ ਬਰਾੜ ਵਿੱਚ ਜਿਸ ਝੂਠ ਬੋਲੇ ਜਿਹੜਾ ਕਹਿੰਦੇ ਬਲਾਲ ਨਜ਼ੀਰ ਅਵਾਨ ਸਾਹਿਬ ਉਮਰ ਦੇ ਬਲਾਲ ਨਜ਼ੀਰ ਆਂਦਾ ਕਿ ਛਾਤੀਆਂ ਤੋਂ ਦੁੱਧ ਪੀਓ। ਉਹ ਹਾਂ ਵਿੱਚ ਆ ਕੇ ਵਿੱਚ ਵੜ ਗਿਆ। ਸਵਾਲ ਰੋਲਾ ਪਾਉਂਦਾ। ਮੈਂ ਕਿਹਾ ਮਿਰਜ਼ੇ ਨੇ ਝੂਠ ਬੋਲਿਆ ਜਿਹੜਾ ਕਹਿੰਦਾ ਹੈ ਕਿ ਈਸਾ ਤੇ ਮਸੀਹ ਤੇ ਯਿਸੂ ਇੱਕੋ ਹੀ ਬੰਦੇ ਦਾ ਨਾਮ ਹੈ। ਝੂਠ ਬੋਲਿਆ ਨੇ ਮਿਰਜ਼ਾ ਸਾਹਿਬ ਜਿਹੜੇ ਨੇ ਉਹ ਤੇ ਇਸਲਾਹ ਕਰਦੇ ਪਏ ਨੇ ਸਾਰਿਆਂ ਦੀ ਆ ਕੇ ਕਿ ਈਸਾ ਅਲੈਹਿਸਲਾਮ ਦਾ ਨਾਮ ਬਗਾੜ ਕੇ ਇਹਨਾਂ ਨੇ ਯਿਸੂ ਬਣਾ ਦਿੱਤਾ। ਯਿਸੂ ਨਾਂ ਅਸਲ ਵਿੱਚ ਯਿਸੂ ਨਾਂ ਨਹੀਂ ਸੀ, ਉਹ ਈਸਾ ਨਾਂ ਸੀ। ਉਹ ਅੱਲੋ ਉਹ ਤੇ ਸੁਣਦਾ ਕੋਲ ਪਿਆ ਸਵਾਲ ਕਰ ਚੁੱਪ ਕਰਕੇ ਸਵਾਲੀਆ ਈਸਾ ਹੋ ਰਹੇ ਯਿਸੂ ਹੋ ਰਹੇ ਈਸਾ ਹੋ ਰਹੇ। ਇਹ ਦੱਸਣਾ ਤੇ ਜਿਹੜਾ ਈਸਾ ਅਲੈਹਿਸਲਾਮ ਅੱਲਾਹ ਤਾਲਾ ਦੇ ਨਬੀ ਮਬੂਸ ਹੋਏ ਸਨ ਨਾ, ਜਿਨ੍ਹਾਂ ਨੇ ਉਹਨਾਂ ਦੀ ਕੌਮ ਨੇ ਲਾਲਤੀ ਮੰਨ ਲਿਆ, ਉਹਨਾਂ ਤੇ ਯਾਨੀ ਕਿ ਲਾਲ ਤਨ ਕਰਕੇ ਉਹਨਾਂ ਨੇ ਬੜਾ ਬਕਵਾਸ ਨਾ ਕਰੀ, ਨਹੀਂ ਤਾਂ ਮੈਂ ਚਪੇੜ ਮਾਰਾਂਗਾ ਹੀ। ਮੈਂ ਦੁਬਾਰਾ ਤੇ ਲੱਤ ਮਾਰ ਕੇ ਥੱਲੇ ਸੁੱਟ ਦੇਂਗੇ ਹੈ ਈਸਾ ਅਲੈਹਿਸਲਾਮ ਦੇ ਬਾਰੇ। ਉਹ ਚਪੇੜ ਕੀ ਹੋ ਅਗਲਿਆਂ ਨੇ ਲਾਲਤੀ ਮੰਨ ਕੇ ਤੇ ਉਹ ਜਨਾਬ ਉਹ ਐਸੇ ਵਾਸਤੇ ਕਰਕੇ ਬੈਠੇ ਗਏ ਤੇ ਫਰਕ ਹੈ। ਬਕਵਾਸ ਨਾ ਕਰ। ਬਕਵਾਸ ਭਾਈ ਜਿਨ੍ਹਾਂ ਦਾ ਨਬੀ ਸੀ ਉਹਨਾਂ ਦਾ ਅਕੀਦਾ ਵੇ, ਔਰ ਜਿਹੜਾ ਨਬੀ ਉਹ ਜਾਣਨ ਤੇ ਉਹਨਾਂ ਦਾ ਕੰਮ, ਉਹਨਾਂ ਦਾ ਮਜ਼ਹਬ ਜਾਣੇ। ਤੂੰ ਨਾ ਬਕਵਾਸ ਮੇਰੇ ਸਾਹਮਣੇ ਕਰ। ਜਿਹੜਾ ਬੰਦਾ ਈਸਾ ਅਲੈਹਿਸਲਾਮ ਤੇ ਲਫ਼ਜ਼ ਇਸਤੇਮਾਲ ਕਰਦਾ ਉਹਦੀ ਪਿੱਠ ਦੇ ਉੱਤੇ ਮੈਂ ਛਿੱਤਰ ਮਾਰ ਕੇ ਥੱਲੇ ਸੁੱਟ ਦੇਣਾ। ਬਕਵਾਸ ਨਾ ਕਰੀ। ਵੇਖੋ ਸਿਰਫ ਈਸਾ ਅਲੈਹਿਸਲਾਮ ਹੋਰ ਨੇ ਤੇ ਯਿਸੂ ਹੋਰ ਇਹ ਸਵਾਲ ਕੀਤਾ ਤੈਨੂੰ। ਦੇਖੋ ਕੋਈ ਸਵਾਲ ਹੀ ਲੈ ਕੇ ਆਓ, ਤੂੰ ਤੇ ਚਵਲ ਇਨਸਾਨ ਹੈ। ਈਸਾ ਅਲੈਹਿਸਲਾਮ ਵਿੱਚ ਤੇ ਯਿਸੂ ਵਿੱਚ ਕੋਈ ਫਰਕ ਹੈ ਇਹ ਦੱਸ ਦੇ। ਕਿਸੇ ਹੋਰ ਬੰਦੇ ਨੂੰ ਕਾਦਾ ਅਗਰ ਲੈ ਕੇ ਜਿਹੜਾ ਬੰਦਾ ਸਿੱਖਣਾ ਚਾਹਵੇ ਹੋਰ ਬੰਦੇ ਲੈ ਮੰਗ ਲਓ ਜੀ, ਜਵਾਬ ਲੈ ਦਿਓ ਜੀ। ਕੀ ਨਾਂ ਤੁਹਾਡਾ? ਮਲਕ ਸਾਹਿਬ। तो ਤੁਸੀਂ ਹੋਸਟ ਆਂਦਾ ਮੈਂ ਤੁਹਾਡੇ ਨਾਲ ਗੱਲ ਕਰਨੀ। ਇਸ ਸਵਾਲ ਦਾ ਜਵਾਬ ਲੈ ਦਿਓ ਕਿ ਈਸਾ ਅਲੈਹਿਸਲਾਮ ਔਰ ਯਿਸੂ ਵਿੱਚ ਕੋਈ ਫਰਕ ਹੈ? ਬਸ ਇੰਨਾ ਸਵਾਲ, ਇੱਕੋ ਫਿਕਰੇ ਦਾ ਸਵਾल है जी। ਗੱਲ ਨਹੀਂ ਕਰਨੀ। मैं कोशिश करता हूँ जी। बताएं ज़ीशान साहब, ईसा अलैहिस्सलाम और यीशु में कोई फ़र्क है या एक ही शख्सियत का नाम? देखें, ईसा अलैहिस्सलाम वो नबी हुए थे मबूस बन इसराइल के लिए, और हमारे नबी हज़रत मोहम्मद सल्लल्लाहु अलैहि वसल्लम की पेशगोई करके फोत हो गए ना। और उनके बाद उनकी जो कौम है ना, उन्होंने इतनी तारीफ की, उन्होंने नाम तक बदल दिया। नाम तक नाम बगाड़ते उन्होंने क्या से क्या बना दिया। ये तो हमारे नबी हज़रत मोहम्मद सल्लल्लाहु अलैहि वसल्लम का एहसान है कि उनका असल नाम वो भी मुतारफ कराया और उनकी नबूवत की तस्दीक की, वरना उनका जो हाल हो चुका है ना इस दुनिया में, वो तकरीर करनी शुरू हो गया। मेरा एक सवाल उसका यानी कि जिसको ये हमारे यीशु ਵਿੱਚ ਕੋਈ ਫਰਕ ਹੈ? चुप कर जा कि बंदा सवाल करदा पिया ते सवाल जवाब देन दे, चुप कर जा। नहीं ਉਹ ਸਾਡੇ ਸਾਨੂੰ ਸੁਗੜੇ ਪਾਸੇ ਇਹ ਚੁੱਪ ਕਰਾ ਲਓ ਤੇ ਜਵਾਬ ਦੇ ਦਿਓ। ਇੱਕ ਫਿਕਰੇ ਦਾ ਸਵਾਲ ਹੈ ਵੀ ਈਸਾ ਅਲੈਹਿਸਲਾਮ ਤੇ ਯਿਸੂ ਅਲ ਮਸੀਹ ਵਿੱਚ ਕੀ ਫਰਕ ਹੈ? ਬਸ कोई फर्क है या नहीं है? बस इतना जो सवाल है कि ईसा अलैहिस्सलाम और यीशु में कोई फर्क है या नहीं है? ज्यादा फर्क है। ਤੁਹਾਨੂੰ ਦੱਸਣਾ ਪਿਆ ਕਿ ਈਸਾ ਅਲੈਹਿਸਲਾਮ ਅੱਲਾਹ ਤਾਲਾ ਦੇ ਨਬੀ ਸਨ, ਮਬੂਸ ਸਨ। ਉਹਨਾਂ ਦਾ ਨਾਮ ਬਗਾੜ ਕੇ ਨਾ ਵਿਗੜਿਆ ਨਾਮ। ਉਹ ਬਈ ਇਹ ਨਹੀਂ ਪੁੱਛਿਆ ਕੌਣ ਸਨ ਕੌਣ ਨਹੀਂ। ਇਹ ਵਿਗੜਿਆ ਨਾਮ ਹੈ। ਇਹ ਵਿਗੜਿਆ ਨਾਮ ਜਿਹੜਾ ਵੇ ਸੁਣ ਤੋ ਲੋ, ਇਹ ਜਿਹੜਾ ਵਿਗੜਿਆ ਨਾਮ ਹੈ ਨਾ, ਵਿਗੜੀ ਕੌਮ ਜਿਹੜੀ ਹੈ ਨਾ, ਉਹ ਹੀ ਲੈ ਕੇ ਪਹੁੰਚਦੀ ਫਿਰਦੀ। ਉਹਨਾਂ ਨੇ ਦੱਸਿਆ ਨਾ ਕਿ ਈਸਾ ਅਲੈਹਿਸਲਾਮ ਤੁਹਾਡੇ ਨਬੀ ਸਾਨੂੰ ਕਹਿੰਦੇ ਨੇ ਅਸੀਂ ਬਣਦੇ ਨਹੀਂ। ਉਹ ਸਾਡੇ ਨਬੀ ਦੀ ਯਾਨੀ ਗੱਲ ਨਹੀਂ ਮੰਨਣਾ ਪਸੰਦ ਕਰਦੇ। ਕਿਆ ਨਾ ਜਵਾਬ ਸਿਰਫ ਇੰਨਾ ਹੀ ਹੈ। ਜਾਂ ਇਹਦਾ ਸਵਾਲ ਦਾ ਜਵਾਬ ਇਹ ਵੇ ਕਿ ਈਸਾ ਅਲੈਹਿਸਲਾਮ ਤੇ ਯਿਸੂ ਅਲ ਮਸੀਹ ਫਰਕ ਹੈ, ਜਾਂ ਇਹਦਾ ਜਵਾਬ ਇਹ ਹੋਣਾ ਚਾਹੀਦਾ ਕਿ ਫਰਕ ਨਹੀਂ ਹੈ। ਉਹ ਜਿਹੜਾ ਜਵਾਬ ਹੋਣਾ ਚਾਹੀਦਾ ਤੁਹਾਡੇ ਨਜ਼ਦੀਕ ਤੁਸੀਂ ਦਿੰਦੇ ਫਿਰੋ ਨਾ। ਤੁਸੀਂ ਮੇਰੇ ਕੋਲ ਪੁੱਛਿਆ ਤੇ ਮੈਂ ਦੱਸਿਆ ਕਿ ਕਿਆ ਦੀਨ ਵਿਗੜਿਆ ਕਿਆ ਨਾ ਵਿਗੜਿਆ। ਈਸਾ ਅਲੈਹਿਸਲਾਮ ਔਰ ਯਿਸੂ ਅਲ ਮਸੀਹ ਵਿੱਚ ਕੋਈ ਫਰਕ ਹੈ ਜਾਂ ਨਹੀਂ ਹੈ? ਇਹਦਾ ਜਵਾਬ ਜਾਂ ਇਹ ਹੋਣਾ ਚਾਹੀਦਾ ਕਿ ਹੈ, ਜਾਂ ਜਵਾਬ ਹੋਣਾ ਚਾਹੀਦਾ ਕਿ ਨਹੀਂ ਹੈ। ਅਬ ਅਵਾਰ ਸਾਹਿਬ ਨਾਮ ਇਹਦੇ ਕੋਲ ਲੈ ਲੋ ਜਵਾਬ। ਇਹਦੇ ਕੋਲ ਤਕਰੀਰ ਸ਼ੁਰੂ ਕਰ ਦੇ। ਨਫਸ ਚੁੱਪ ਨਹੀਂ ਕਰਦਾ ਪਿਆ। ਮਲਕ ਸਾਹਿਬ ਜੀ ਇੰਨਾ ਸਵਾਲ ਹੈ ਸਰ ਕਿ ਈਸਾ ਅਲੈਹਿਸਲਾਮ और यीशु अल मसीह कोई फर्क है या नहीं? ईसा अलैहिस्सलाम और यीशु ਮੈਨੂੰ ਪੁੱਛੋ ਮੁਹੰਮਦ और अहमद ਵਿੱਚ ਕੋਈ ਫਰਕ ਹੈ ਜਾਂ ਨਹੀਂ? जी मोहम्मद और अहमद में कोई फर्क है या नहीं? मोहम्मद अलैहिस्सलातु वस्सलाम ਵਿੱਚ और अहमद अलैहिस्सलातु वस्सलाम ਵਿੱਚ ਕੋਈ ਫਰਕ ਹੈ? अच्छा, मोहम्मद सल्लल्लाहु अलैहि वसल्लम का नाम ਜਿਹੜਾ ਨਾਮ ਸੀ ਉਹ ਨਾਮ ਅਹਿਮਦ ਹੈ ਕਿ ਮੁਹੰਮਦ ਹੈ?
ਯਾਰ ਇਹ ਜਿਹੜੀ ਗੱਲ ਤੇ ਕਰਨੇ ਆ ਸਾਨੂੰ ਇਹ ਮੈਨੂੰ ਜਵਾਬ ਦੇ ਨਾ। ਸਾਨੂੰ ਇਸ ਸਵਾਲ ਦਾ अहमद 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 ला इलाहा इल्लल्लाह अहमद रसूल अल्लाह या मोहम्मद रसूल अल्लाह? ਜਿਹੜੀ ਗੱਲ ਤੇ ਕਰਨੇ ਆ ਪਹਿਲਾਂ ਫਿਲਹਾਲ ਉਹਨੂੰ ਸਿਰੇ ਚਾੜ ਲੈ। नहीं तू क्या मैंने पूछो तो मैं पूछा वे अहमद अहमद कि नहीं है? दो दो मलक दो साहब का जवाब दो ले नामी आके दो, नबी ਤੁਹਾਡੇ या एक ਭਰਾ नामी नबी वन एंड ਮਲਕ ओनली ਸਾਹਿਬ वन अदर देन। ਨਜਾਇਜ਼ ਫਾਇਦਾ ਨਾ ਲੋ ਜਵਾਬ ਲੈ ਕੇ ਦਿਓ। जी बताएं जिशान साहब। जी वार साहब मैंने आपको जवाब दिया है, आपको समझ आई है जवाब की? देखो ये एक ना न्यूट्रल ब्राड है, हर किसी को आकर अपने अकायद का दिफा करने का मुकम्मल हक इख्तियार हासिल है। तो सवाल ये है, अभी वो पीछे चले गए तो अभी आ जाते हैं। जी जिशान साहब सवाल ये आपकी है। आवाज से नहीं आ रही, मैं फिर ज्वाइन करता हूँ। अच्छा जी भाई कोई मसला नहीं, फिर आ जाए, कोई मसला नहीं। ਫਿਰ ਮਲਕ ਸਾਹਿਬ ਤੁਸੀਂ ਤਾਂ ਪਹਿਲਾਂ ਚੰਗੀ ਤਰ੍ਹਾਂ ਸਮਝ ਲਓ ਨਾ ਸਵਾਲ। ਜੇ ਤੁਸੀਂ ਮੈਂ- ਨਾ ਸਮਝੇ ਤੇ ਅਗਲੇ ਨੂੰ ਕੀ ਕਰੋਗੇ? ਮੈਂ ਮਿਸਾਲ ਦਿੱਤੀ ਹੈ ਕਿ ਜਿਸ ਤਰ੍ਹਾਂ ਮੈਨੂੰ ਕੋਈ ਪੁੱਛੇ ਕਿ ਮੁਹੰਮਦ ਔਰ ਅਹਮਦ ਵਿੱਚ ਸੱਲੱਲਾਹੁ ਅਲੈਹਿ ਵਸੱਲਮ ਕੋਈ ਫਰਕ ਹੈ, ਇਹਦਾ ਜਵਾਬ ਹੈ ਜਾਂ ਨਹੀਂ ਹੈ। ਐਸੇ ਤਰ੍ਹਾਂ ਮੈਂ ਪੁੱਛਿਆ ਕਿ ਈਸਾ अलैहिस्सलाम और यीशु मसीह कोई फर्क है कि नहीं है, ਇਹਦਾ ਵੀ ਜਵਾਬ ਹੈ ਕਿ ਜਾਂ ਕਿ ਉਹ ਹੈ ਜਾਂ ਕਿ ਉਹ नहीं है। हाँ सवाल तो बड़ा सिंपल है। ਹਾਂ ਇਹਦਾ ਤੁਹਾਡੇ ਜਵਾਬ ਸਵਾਲ ਲੈ ਕੇ ਦਾ ਦਿਓ। ਹਾਂ ਮੈਂ ਉਹ ਆਂਦੇ ਨੇ ਤੇ ਮੈਂ ਲੈ ਦੇਣਾ, ਕੋਈ ਮਸਲਾ ਨਹੀਂ। ਇਹਦੇ ਵਿੱਚ ਕਿਹੜੀ ਗੱਲ ਹੈ, ਇਹ ਤਾਂ 2 ਮਿੰਟ ਦਾ ਕੰਮ ਹੈ। ਜੇ 2 ਮਿੰਟ ਦਾ ਕੰਮ ਹੈ, ਪਰ ਪਹਿਲਾਂ ਹੀ ਦਿਮਾਗ ਦੀ ਦਹੀਂ ਬਣਨ ਲੱਗ ਪੈਂਦੀ ਹੈ ਇਹਨਾਂ ਨਾਲ ਗੱਲ ਕਰਨੀ। ਰਵਾਲ ਸਰ ਉਹ ਥੋੜਾ ਤਫਸੀਲੀ ਜਵਾਬ ਇੱਕ ਫਿਕਰ ਦੇਣਾ। ਦੀ ਗੱਲ ਕਰਨੀ ਹੋਵੇ, ਮਰਜ਼ਾਈ ਸਾਰਾ ਪਿੰਡ ਘੁੰਮ ਕੇ ਆਉਂਦਾ ਹੈ, ਸਾਰਾ ਜ਼ਿਲ੍ਹਾ ਬਲਕਿ ਘੁੰਮ ਕੇ ਆਉਂਦਾ ਹੈ। ਸਿੱਧੀ ਜੀ ਗੱਲ ਹੁੰਦੀ ਉਹ ਨਹੀਂ ਕਰਨੀ ਹੈ। ਹੁਣ ਕਿੱਧਰ ਗਿਆ ਹੈ? ਆ ਜਾਂਦੇ ਨੇ, ਥੱਲੇ ਗਿਆ ਤੇ ਥੱਲੇ ਹੀ ਤੇ ਨਹੀਂ ਅਟੈਕ ਹੋ ਗਿਆ ਨਾ। ਆ ਜਾਏਗਾ, ਆ ਜਾਏਗਾ। ਉਹ ਬਿਜ਼ੀ ਵੀ ਨੇ ਨਾ, ਨਾਲ ਕੰਮ ਵੀ ਕਰ ਰਹੇ ਨੇ ਨਾ। ਹੋਰ ਕਿਸੇ ਨੇ ਕੌਣ ਜੀ? ਚੌਧਰੀ चौधरी साहब क्या हाल है थोड़ा? चौधरी साहब अस्सलामुअलैकुम। वालेकुम सलाम जनाब। क्या हाल चाल है जनाब, कैसी तबीयत है? अल्लाह दा शुक्र है जनाब। कोई सानू दसो, कोई समझाओ, कोई सानू गला चंगिया। नहीं मैं ना ਤੁਹਾਨੂੰ ਡੇਲੀ ਸੁਣਨਾ, ਲਾਮਾ ਸਾਹਿਬ ਨੂੰ ਥੱਲੇ ਬਹਿ ਕੇ ਸੁਣਨ ਦਾ ਬੜਾ ਮਜ਼ਾ ਆਉਂਦਾ। ਮੈਂ ਡੇਲੀ ਥੱਲੇ ਬਹਿ ਕੇ ਸੁਣਦਾ ਰਹਿੰਦਾ ਤੁਹਾਨੂੰ। माशाअल्लाह माशाअल्लाह। ਹਾਂਜੀ कोई ਅਸੀਂ ਦੀਨ ਦੀਆਂ ਗੱਲਾਂ ਦਾ ਮਤਲਬ ਘੱਟ ਕਰਦੇ ਹਾਂ, ਜੁਗਤਾਂ ਜ਼ਿਆਦਾ ਕਰਨੇ ਆ। ਮੇਰੇ ਖਿਆਲ ਤਾਂ ਤੁਸੀਂ ਲਾਈਕ ਕਰਦੇ ਹੋ। ਨਾਲੇ ਜਦੋਂ ਮਾਰਦੇ ਹੋ ਨਾ ਮਰਜ਼ਈਆਂ ਨੂੰ ਜੁਗਤਾਂ, ਤੇ ਫਿਰ ਉਹ ਵੀ ਤੇ ਵਿੱਚ ਹੁੰਦਾ ਹੈ ਨਾ ਸਾਰਾ ਹਿਸਾਬ ਕਿਤਾਬ। देखो जी ਕਿਉਂਕਿ बस ਆਮ ਜਿਹੜੀ ਹੈ ਇਸ ਟਾਈਮ ਤੇ ਖੁਸ਼ ਰਹਿੰਦੀ ਹੈ ਜੁਗਤਾਂ ਸੁਣਨ ਨਾ 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 ਤੁਹਾਡਾ ਇਲਮ ਦਾ ਵੀ ਬੜਾ ਮਜ਼ਾ ਆਉਂਦਾ, ਤੁਹਾਡੀ ਗੱਲਬਾਤ ਸੁਣਨ ਦਾ। ਜਦੋਂ ਮਰਜ਼ਈਆਂ ਨੂੰ ਫੜ ਕੇ ਤੁੰਦੇ ਹੋ ਨਾ, ਆਏ ਹਾਏ ਚੱਸ ਆਈ ਜਾਂਦੀ ਹੈ। ਮਰਜ਼ਾਈਆਂ ਨੂੰ ਆਖੀਏ ਨਾ ਵੀ ਇਹ ਲਾਸ਼ ਪਈ ਏ ਤੇ ਇੱਥੇ ਮਿੱਟੀ ਉੱਤੇ ਪਾਈ ਏ, ਕਿਸੇ ਨੇ ਲਾਸ਼ ਦੱਬੀ ਏ ਤੇ ਕਈ ਮਾਰ ਕੇ ਤੇ ਥੱਲੇ ਲਾਸ਼ ਕੱਢ ਦੇ। ਉਹ ਲਾਸ਼ ਵਾਲੀ ਥਾਂ ਕਈ ਨਹੀਂ ਮਾਰਨ ਲੱਗੇ, ਸੱਜੇ ਖੱਬੇ ਸਾਰਾ ਕਮਾਦ ਗੁੱਡ ਸੜਨ ਦੇ। ਉਹਨਾਂ ਨੂੰ ਵੀ ਉੱਥੇ ਕਈ ਨਹੀਂ ਮਾਰਨ ਲੱਗੇ। ਐਸੀ ਮਰਦੂਦ ਕੋ ਉਹਨਾਂ ਨੂੰ ਛੱਡੋ, ਮੱਝ ਥੱਲੇ ਜਾਂਦੇ ਕੱਟੇ ਥੱਲੇ। ਸਵਾਲ ਕੁਛ ਪੁੱਛੋ, ਜਵਾਬ ਕੁਛ ਹੋਰ ਹੈ। ਕਦੀ ਗੱਲ ਸਿੱਧੀ ਨਹੀਂ ਕਰਨਗੇ। ਉਹਦੀ ਵਜ੍ਹਾ ਤੁਸੀਂ ਪਤਾ ਨਹੀਂ ਕਦੇ ਤਜਰਬਾ ਹੋਇਆ ਕਿ ਨਹੀਂ, ਥਾਣੇ ਕਦੇ ਜਾਓ ਨਾ, ਥਾਣੇ ਜੀ ਜੀ ਉੱਥੇ ਜਿਹੜੇ ਉਹ ਜੇਬ ਕੁਤਰੇ ਫੜ ਕੇ ਲਿਆਉਂਦੇ ਨੇ ਜਾਂ ਚੋਰ ਸ਼ੋਰ ਫੜੇ ਹੁੰਦੇ ਨੇ ਨਾ, ਉਹਨਾਂ ਦੀਆਂ ਗੱਲਾਂ ਸੁਣਨ ਵਾਲੇ ਮਰਜ਼ਾਈਆਂ ਦੀ ਤੇ ਉਹਨਾਂ ਦੀ ਬਿਲਕੁਲ ਸੇਮ ਲੈਂਗੁਏਜ ਹੁੰਦੀ ਹੈ। ਉਹਨਾਂ ਨੂੰ ਪੁੱਛੇ ਨਾ ਥਾਣੇਦਾਰ, ਬਈ ਕੱਲ ਰਾਤੀ ਕਿੱਥੇ ਸੈਂ? ਉਹ ਸਰ ਜੀ, ਉਹ ਜੀ ਜੋ ਸਾਡੇ ਪਿੰਡ ਇੱਕ ਮੱਝ ਖੁੱਲ ਗਈ ਹੈ ਜੀ, ਤੇ ਮੇਰੀ ਬੀਵੀ ਬਿਮਾਰ ਹੈ ਤੇ ਮੇਰਾ ਬੱਚਾ ਸਕੂਲੇ ਨਹੀਂ ਜਾਂਦਾ ਆ। ਤੇ ਉਹ ਆਖੇਗਾ ਮੈਂ ਤੈਨੂੰ ਪੁੱਛਿਆ ਵੀ ਕੱਲ ਰਾਤ ਘਰ ਆਏ ਆ ਜਾਂ ਬਾਹਰ ਆਏ ਆ, ਕਿੱਥੇ ਆਏ ਆ ਤੂੰ? ਉਹ ਥਾਣੇਦਾਰ ਸਾਹਿਬ ਅਸਲ ਗੱਲ ਇਹ ਕਿ ਮੈਂ ਸ਼ਾਮੀ ਚਿਰਕਾ ਜਿਹਾ ਆਇਆ ਵਾਂ ਤੇ ਉਹ ਮੇਰੀ ਬੀਵੀ ਸੁੱਤੀ ਹੈ, ਫਿਰ ਉਹਨੂੰ ਪਤਾ ਕੋਈ ਨਾ ਲੱਗਾ। ਫਿਰ ਮੈਂ ਮੁੜ ਮੈਂ ਕੋਠੇ ਤੇ ਚੜਿਆ, ਫਿਰ ਮੈਂ ਉਤਾਂ ਉੱਠ ਕੇ ਤੇ ਡੰਗਰਾਂ ਨੂੰ ਪੱਠੇ ਪਾਣ। ਉਹਨੇ ਕੱਖ ਨਹੀਂ ਦੱਸਣਾ ਕਿ ਮੈਂ ਰਾਤ ਘਰ ਆ ਜਾਂ ਬਾਹਰ ਆ। ਉਹ ਇੱਕ ਗੱਲ ਮਸ਼ਹੂਰ ਹੈ ਵੀ ਉਹ ਇਹ ਜਿਹੜੇ ਨਹੀਂ ਹੁੰਦੇ ਸਾਹੂਕਾਰ ਪੁਰਾਣੇ ਜ਼ਮਾਨੇ 'ਚ ਨਾ, ਪਾਕਿਸਤਾਨ ਬਣਨ ਤੋਂ ਪਹਿਲੇ, ਜੀ ਇਹ ਜੀ ਇਹਨਾਂ ਦੇ ਕੋਲ ਪੈਸਾ ਬੜਾ ਹੁੰਦਾ ਸੀ, ਦੁਕਾਨਾਂ ਹੁੰਦੀਆਂ ਸਨ ਇਹਨਾਂ ਦੀਆਂ, ਹਿੰਦੂ ਸਾਹੂਕਾਰਾਂ ਦੀਆਂ। ਤੇ ਉਹਨਾਂ ਕੋਲ ਪੈਸਾ ਬੜਾ ਹੁੰਦਾ ਸੀ, ਦੁਕਾਨ ਹੁੰਦੀ ਸੀ ਤੇ ਉਹ ਖਾਤਾ, ਬਈ ਖਾਤਾ ਨੂੰ ਕਹਿੰਦੇ ਸੀ, ਲਿਖ ਕੇ ਰੱਖ ਲੈਣਾ ਤੇ ਲੋਕਾਂ ਕੋਲੋਂ ਉਹਨਾਂ ਦੀਆਂ ਜ਼ੀਨੀਆਂ ਵੀ ਲਿਖਾ ਲੈਣੀਆਂ ਤੇ ਕੋਠੇ ਲਾ। ਉਹ ਨਾ ਮੁੰਡਿਆਂ ਨੇ ਸਲਾਹ ਕੀਤੀ ਵੀ ਹੈ ਜਿਹੜਾ ਸਾਹੂਕਾਰ ਹੈ ਨਾ, ਇਹਨੂੰ ਤਾਂ ਲੁੱਟੀਏ। ਇਹਨੇ ਦੁਕਾਨ ਦਿਹਾੜੀ ਬਹਿੰਦਾ ਦੁਕਾਨ ਤੇ ਜੇ ਉੱਥੋਂ ਮਾਲ ਲੈ ਕੇ ਘਰ ਆਉਂਦਾ, ਜਾਂ ਇਹ ਘਰ ਮਾਲ ਰੱਖਦਾ ਤੇ ਜਾਂ ਦੁਕਾਨ 'ਚ ਰੱਖਦਾ। ਇਹ ਵੇਖਨੇ ਆ ਵੀ ਜੇ ਰਾਤੀ ਘਰ ਸੋਵੇਂ ਤੇ ਦੁਕਾਨ ਭੰਨ ਲੈਂਦੇ ਆ, ਤੇ ਜੇ ਦੁਕਾਨ ਤੇ ਸੌਂਦਾ ਤੇ ਘਰ ਇਹਦੀ
ਮਤਲਬ ਵੜ ਜਾਂਦੇ ਆ ਤੇ ਚੁੱਕ ਲੈਂਦੇ ਆ ਮਾਲ ਸਾਰਾ। ਉਹ ਮੁੰਡਿਆਂ 'ਚ ਇੱਕ ਬਹੁਤਾ ਸਿਆਣਾ ਕਵਾ ਬਣਿਆ ਤੇ ਉਹਨੇ ਆਖਿਆ ਵੀ ਚਾਚਾ ਜੀ ਤੇ ਦੁਕਾਨ ਰਾਤੀ ਦੁਕਾਨ ਤੇ ਸੌਂਦੇ ਹੋ ਕਿ ਘਰ ਸੌਂਦੇ ਹੋ? ਉਹਨੇ ਸਾਹੂਕਾਰ ਨੂੰ ਖੋਚਲ ਜਵਾਬ ਦੇਣ ਲੱਗਾ, ਕਹਿੰਦਾ ਪੁੱਤਰਾ ਅਸਲ ਗੱਲ ਏ ਰਾਤੀ ਚਿਰਕਿਆਂ ਜੀ ਦੁਕਾਨ ਬੰਦ ਕਰੀ ਦੀ ਏ, ਸਫਾਈ ਕਰਦੇ ਆ, ਬੂਹਾ ਸ਼ੂਹਾ ਬੰਦ ਕਰਦੇ ਆ, ਚਿਰ ਹੋ ਜਾਂਦਾ ਫਿਰ ਚਿਰਕਿਆਂ 10-11 ਵਜੇ ਘਰ ਗਏ, ਘਰ ਆ ਜਾ ਕੇ ਰੋਟੀ ਪਾਣੀ ਖਾਦਾ, ਨਹਾਤਾ ਧੋਤਾ, ਕੱਪੜੇ ਬਦਲੇ, ਫਿਰ ਦੁਕਾਨ ਤੇ ਚੱਕਰ ਮਾਰਨ ਆ ਗਏ, ਨਜ਼ਰ ਮਾਰਨ ਆ ਗਏ, ਦੁਕਾਨ ਹੈ ਫਿਰ ਤੁਹਾਨੂੰ ਪਤਾ ਹੈ ਉਹ ਕਦੇ ਦੁਕਾਨ ਤੇ ਪੈ ਰਹੇ ਕਦੇ ਘਰ ਪੈ ਰਹੇ, ਬਸ ਕੋਈ ਜੀ ਉਹ ਮੁੰਡੇ ਕਿ ਦੂਜੇ ਤੱਕਣ ਨਹੀਂ। ਹੁਣ ਕੀ ਹਿਸਾਬ ਲਾਈਏ ਵੀ ਦੁਕਾਨ ਲੁੱਟਣੀ ਹੈ ਕਿ ਘਰ ਲੁੱਟਣਾ ਹੈ? ਬਾਬੇ ਨੇ ਸਾਨੂੰ ਇਹ ਨਹੀਂ ਦੱਸਿਆ ਵੀ ਮੈਂ ਰਾਤ ਦੁਕਾਨ ਤੇ ਸੌਣਾ ਕਿ ਘਰ ਸੌਣਾ, ਕਦੇ ਦੁਕਾਨ ਤੇ ਪੈ ਰਹੇ ਕਦੇ ਘਰ ਪੈ ਰਹੇ। ਸੋ ਹਿਸਾਬ ਮਰਜ਼ਈਆਂ ਦਾ ਹੈ ਕਿ ਤੁਸੀਂ ਇਹਨਾਂ ਨੂੰ ਸਵਾਲ ਕਰੋਗੇ ਕਦੇ ਸਿੱਧਾ ਜਵਾਬ ਨਹੀਂ ਦੇਣ ਲੱਗੇ, ਕਿਉਂਕਿ ਇਹਨਾਂ ਨੂੰ ਪਤਾ ਅਸੀਂ ਫਸ ਜਾਣਾ। ਹੁਣ ਇਹ ਮਰਜ਼ਈ ਨੂੰ ਜਿਹੜੀ ਮੈਂ ਗੱਲ ਪੁੱਛਦਾ ਸੀ ਕਿ ਈਸਾ ਅਲੈਹਿਸਸਲਾਤੁ ਵਸਲਾਮ ਵਿੱਚ ਔਰ ਯਸੂਅ ਅਲ ਮਸੀਹ ਵਿੱਚ ਕੀ ਫਰਕ ਹੈ ਫਰਕ ਜਾਂ ਨਹੀਂ ਫਰਕ? ਇੰਨਾ ਤਾਂ ਬੰਦਾ ਕਹਿ ਸਕਦਾ ਨਾ ਫਰਕ ਹੈ ਤੇ ਜਾਂ ਇਹ ਕਹਿ ਸਕਦਾ ਕਿ ਕੋਈ ਫਰਕ ਨਹੀਂ ਹੈ। ਮੈਂ ਆਪਣੀ ਮਿਸਾਲ ਵੀ ਦਿੱਤੀ ਹੈ, ਲੇਕਿਨ ਉਹ ਕਿਉਂ ਨਹੀਂ ਮੈਂ ਜਵਾਬ ਦਿੰਦਾ? ਉਹਨੂੰ ਪਤਾ ਹੈ ਕਿ ਜੇ ਉਹ ਮੇਰੇ ਸਾਹਮਣੇ ਆਖੇ ਕਿ ਫਰਕ ਹੈ ਤੇ ਤਾਂ ਵੀ ਉਹਨੇ ਮਰਨਾ ਹੈ, ਤੇ ਜੇ ਉਹਨੇ ਆਖਿਆ ਫਰਕ ਨਹੀਂ ਹੈ ਤੇ ਤਾਂ ਵੀ ਮੈਂ ਉਹਨੂੰ ਛਿੱਤਰ ਫੇਰਨਾ ਹੈ, ਕਿਉਂਕਿ ਮਿਰਜ਼ਾ ਕਾਦੀਆਨੀ ਨੇ ਲਿਖਿਆ ਹੈ ਉਹੀ ਸ਼ਖਸੀਅਤ ਹੈ ਤੇ ਉਹਨਾਂ ਨੂੰ ਯਸੂ ਵੀ ਕਹਿੰਦੇ ਨੇ, ਈਸਾ ਮਸੀਹ ਵੀ ਕਹਿੰਦੇ ਨੇ ਤੇ ਜੀਸਸ ਵੀ ਕਹਿੰਦੇ ਨੇ ਜਿਹੜੇ ਅੰਗਰੇਜ਼ ਨੇ, ਤੇ ਮਿਰਜ਼ਾ ਕਾਦੀਆਨੀ ਨੇ ਉਹਨਾਂ ਨੂੰ ਇੱਕ ਹੀ ਨਾਂ ਕਰਾਰ ਦਿੱਤਾ। ਇਸ ਲਈ ਉਹ ਆਨਾ ਨਹੀਂ ਪਿਆ ਕਰਦਾ, ਨਾ ਉਹ ਆਂਦਾ ਕਿ ਦੋਵਾਂ 'ਚ ਕੋਈ ਫਰਕ ਹੈ ਤੇ ਨਾ ਉਹ ਕਹਿੰਦਾ ਵੀ ਕੋਈ ਫਰਕ ਨਹੀਂ, ਕਿਉਂਕਿ ਇਹਨਾਂ ਦਾ ਲਿਟਰੇਚਰ ਜਿਹੜਾ ਇਹਨਾਂ ਦੀ ਮੌਤ। ਮੈਂ ਤੇ ਆਪਣਾ ਮੇਰੇ ਤਜਰਬੇ 'ਚ ਮਰਜ਼ਈਆਂ ਦੇ ਹਾਲਾਤ ਹੋ ਗਏ ਨੇ, ਪਤਾ ਨਹੀਂ ਹੋਰ ਕੋਈ ਬੰਦੇ ਕਿਸੇ ਨੂੰ ਜਵਾਬ ਦੇ ਸਕਣ ਤੇ ਦੇ ਸਕਣ। ਮੈਂ ਤੇ ਜਿਹੜਾ ਜਵਾਬ ਮੰਗਾ ਨਾ ਜਿਹੜੇ ਸਵਾਲ ਦਾ ਇੰਜ ਜਿਸ ਤਰ੍ਹਾਂ ਕਾਂ ਨਹੀਂ ਡਰਿਆ ਹੁੰਦਾ ਗੁਲੇਲ ਤੋਂ, ਤੇ ਉਹ ਬਿਲਕੁਲ ਮੇਰੇ ਕਿਤੇ ਸਿੱਧਾ ਕੋਈ ਬੰਦਾ ਬੋਲਦਾ ਹੈ ਹੀ ਨਹੀਂ, ਜਵਾਬ ਦਿੰਦਾ ਹੀ ਨਹੀਂ। ਐਨਾ ਮੈਂ ਪੁੱਛ ਸਕਦਾ ਨਾ ਵੀ ਅੱਜ 10 ਤਰੀਕ ਹੈ ਕਿ 11 ਹੈ ਤਾਂ ਵੀ ਨਹੀਂ ਸਿੱਧੀ ਗੱਲ ਕਰਦੇ। ਨਹੀਂ ਉਹ ਕਹਿੰਦੇ 9 ਲੱਗੀ ਹੈ ਤੇ 10 ਆਣੀ ਸੀ ਤੇ ਫਿਰ ਇੰਜ ਹੋ ਗਿਆ ਜੋ ਤੁਹਾਨੂੰ ਨਹੀਂ ਜਵਾਬ ਦੇਣਗੇ। ਪਤਾ ਨਾ ਤੁਸੀਂ ਇਹਨਾਂ ਦੀ ਨਬਜ਼ ਫੜੀ ਹੈ। ਬਹੁਤੇ ਡਰ ਗਏ ਨੇ, ਨਹੀਂ ਬਹੁਤੇ ਡਰ ਗਏ ਨੇ। ਮੈਨੂੰ ਨਾ ਆ ਗਏ ਨਿਸ਼ਾਨ ਸਾਹਿਬ ਆ ਗਏ ਨੇ। ਲਓ ਜੀ ਤੁਸੀਂ ਜਵਾਬ ਲੈ ਦਿਓ। ਮੈਂ ਆਵਾਜ਼ ਨਹੀਂ ਸੀ ਆ ਰਹੀ। ਦੋ ਬੰਦੇ ਹੁਣ ਤੁਸੀਂ ਹੋ ਗਏ ਹੋ ਸਿਆਣੇ, ਇਹ ਸਵਾਲ ਦਾ ਜਵਾਬ ਲੈ ਦਿਓ ਮੈਨੂੰ ਮਲਕ ਸਾਹਿਬ ਤੇ ਤੁਸੀਂ ਵੀ ਆਪਣੇ ਚੌਧਰੀ ਸਾਹਿਬ ਰਲ ਮਿਲ ਕੇ ਲੈ ਦਿਓ। ਇੰਨਾ ਹੀ ਮੈਂ ਪੁੱਛਿਆ ਵੀ ਈਸਾ ਅਲੈਹਿਸਸਲਾਮ ਤੇ ਯਸੂਅ ਅਲ ਮਸੀਹ ਕੋਈ ਫਰਕ ਹੈ ਜਾਂ ਨਹੀਂ ਹੈ? हाँ जी, ईसा अलैहिस्सलाम तो यसू मसीह ਦੇ ਵਿੱਚ ਕੋਈ ਫਰਕ ਹੈ ਜਾਂ ਨਹੀਂ? ਇਹਦਾ ਜਵਾਬ ਦਿੱਤਾ ਸੀ ਮੈਂ ਤੁਹਾਨੂੰ ਕਿ ਈਸਾ ਅਲੈਹਿਸਸਲਾਮ ਦਾ ਨਾਮ ਬਗਾੜ ਕੇ ਨਾ ਯਸੂ ਬਣਾ ਦਿੱਤਾ ਗਿਆ। ਸੋਚਣਾ ਪਏਗਾ ਤੇ ਜਿਹੜਾ ਕੁਰਾਨ ਨੇ ਆ ਕੇ ਨਾ ਫਿਰ ਇਸਲਾਮ ਦੇਖਣਾ ਪੜੇਗਾ, ਦੱਸਿਆ ਕਿ ਜਿਹੜਾ ਨਾਮ ਹੈ ਨਾ ਸਹੀ ਉਹ ਯਸੂ ਨਹੀਂ ਬਲਕਿ ਈਸਾ ਹੈ। ਔਰ ਦੀਨ ਦੇ ਬਾਰੇ ਵੀ ਦੱਸਿਆ ਕਿ ਤੁਹਾਡਾ ਜਿਹੜਾ ਦੀਨ ਹੈ ਰਿਐਲਿਟੀ ਵਾਲਾ ਉਹ ਵੀ ਠੀਕ ਨਹੀਂ ਹੈ, ਤੇ ਈਸਾ ਜੇ ਸਨ ਉਹ ਅੱਲਾਹ ਦੇ ਨਬੀ ਸਨ, ਤੇ ਉਹ ਸਾਰੇ ਯਾਨੀ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਲਾਹ ਕਰਦੀ ਨਾ ਉਹਨਾਂ ਦੀ। ਤੇ ਇਸ ਵਾਸਤੇ ਹੁਣ ਅਸੀਂ ਤੇ ਜਿਹੜਾ ਈਸਾ ਨਾਮ ਹੈ ਨਾ ਅਸਲ ਨਾਮ ਜਿਹੜਾ ਈਸਾ ਨਾਮ ਜਿਹੜਾ ਵਿਗੜਿਆ ਨਹੀਂ ਹੈ ਉਹ ਹੀ ਮੈਂ ਦੱਸੀਦਾ ਕਿ ਜਨਾਬ ਦੇਖੋ ਤੁਸੀਂ ਨਾਮ ਹੀ ਠੀਕ ਕਰ ਲਓ ਤੇ ਦੀਨ ਵੀ ਠੀਕ ਕਰ ਲਓ। ਅਸੀਂ ਉਹੀ ਕੰਮ ਕਰ ਰਹੇ ਹਾਂ। ਤੇ ਆਮਰ ਸਾਹਿਬ ਕਹਿੰਦੇ ਨੇ ਕਿ ਯਸੂ ਜਿਹੜਾ ਈਸਾ ਹੀ ਹੈ। ਅੱਛਾ ਇਹਨੂੰ 10 ਮਿੰਟ ਵੀ ਚੁੱਪ ਨਾ ਕਰਾਓ ਤੇ ਇਹਨੇ ਬੋਲੀ ਜਾਣਾ। ਤੇ ਯਸੂ ਅਗਰ ਤੇ ਯਸੂ ਈਸਾ ਹੀ ਹੈ ਤੇ ਕੁਰਾਨ ਵਿੱਚ ਕਿਉਂ ਈਸਾ ਲਿਖਿਆ, ਯਸੂ ਕਿਉਂ ਲਿਖਿਆ? ਮੈਂ ਨਾਂ ਦੀ ਤੇ ਗੱਲ ਹੀ ਨਹੀਂ ਕੀਤੀ ਹੈ। ਮੈਂ ਪੁੱਛਿਆ ਕਿ ਈਸਾ ਅਲੈਹਿਸਸਲਾਮ ਔਰ ਯਸੂਅ ਅਲ ਮਸੀਹ ਅਵਾਨ ਸਾਹਿਬ ਦੱਸੋ, ਤੁਸੀਂ ਫਿਕਸ ਕਰਾ ਲਓ ਨਾਮ ਦੀ ਬਹਿਸ ਹੈ ਜਾਂ ਕਿਹਦੀ ਬਹਿਸ ਹੈ, ਕੀ ਇਹਨਾਂ ਚਾਹੀਦਾ ਕੀ ਹੈ? ਹਾਂ ਨਾਮ ਦੀ ਬਹਿਸ ਹੈ ਜਾਂ ਪਰਸਨੈਲਿਟੀ ਦੀ ਬਹਿਸ ਹੈ, ਇਹ ਵੀ ਪਤਾ ਕਰਨਾ ਚਾਹੀਦਾ। ਪਰਸਨੈਲਿਟੀ ਦੇ ਬਾਰੇ ਈਸਾ ਅਲੈਹਿਸਸਲਾਮ ਦੇ ਵਿੱਚ ਤੇ ਯਸੂਅ ਅਲ ਮਸੀਹ ਦੇ ਵਿੱਚ ਕੋਈ ਫਰਕ ਹੈ ਜਾਂ ਨਹੀਂ ਹੈ? ਇੱਕੋ ਹੀ ਪਰਸਨੈਲਿਟੀ ਹੈ ਜਾਂ ਦੋ ਪਰਸਨੈਲਿਟੀ? ਹਾਂ ਇਹ ਹੁਣ ਸਵਾਲ ਸਹੀ ਹੈ। ਇੱਕ ਪਰਸਨੈਲਿਟੀ ਜਿਹੜੀ ਹੈ ਨਾ, ਇੱਕ ਪਰਸਨੈਲਿਟੀ ਦੱਸਣਾ ਪੈਣਾ। ਜਿਹੜਾ ਈਸਾ ਨਾਮ ਹੈ ਨਾ, ਨਾਮ ਉਹ ਅੱਲਾਹ ਤਾਲਾ ਨੇ ਦਿੱਤਾ ਸੀ ਇੱਕ ਨਬੀ ਨਾਮ, ਮੇਰੇ ਬਨੀ ਇਸਰਾਇਲ ਚ ਮਬੂਸ ਹੋਏ ਸਨ ਨਾ। ਤੇ ਇਹ ਜਿਹੜਾ ਯਸੂ ਹੈ ਜਾਂ ਉਹਦੇ ਨਾਂ ਦਾ ਜਿਹੜਾ ਦੀਨ ਹੈ ਇਹ ਸਾਰਾ ਵਿਗੜਿਆ ਹੈ।
ਨਾਮ ਹੀ ਵਿਗੜਿਆ, ਦੀਨ ਹੀ ਵਿਗੜਿਆ। ਕਮਾਦ ਕੱਢਦੇ ਸਨ, ਉਹ ਕਮਾਦ ਕੱਢਦੇ ਸਨ, ਉਹਨਾਂ ਦੇ ਗੰਨੇ ਵਿਖੇ ਹੁੰਦੇ ਸਨ। ਅਗਰ ਦੱਸੋ ਅਗਰ ਈਸਾ ਨਾਮ ਹੁੰਦਾ ਨਾ, ਤੁਹਾਨੂੰ ਪਤਾ ਨਾਂ ਤੇ ਕਿਸੇ ਵੀ ਜ਼ਬਾਨ ਚ ਬੋਲੋ ਨਾ, ਨਾਮ ਹੀ ਹੁੰਦਾ ਹੈ। ਹੁਣ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ने मोहम्मद अरबी ਚ ਕਹੋ, ਉਰਦੂ ਚ ਕਹੋ, ਇੰਗਲਿਸ਼ ਚ ਕਹੋ, ਉਹ ਮੁਹੰਮਦ ਹੀ ਹੋਵੇਗਾ। ਤੇ ਅਗਰ ਮੁਹੰਮਦ ਦੀ ਜਗ੍ਹਾ ਤੇ ਤੁਸੀਂ ਯਾਨੀ ਕਿ ਨਾਮ ਵਿਗਾੜ ਕੇ ਤੁਸੀਂ ਹੋਰ ਨਾ ਕਰ ਦੋ, ਤੇ ਫਿਰ ਸਾਡੇ ਨਬੀ ਦੇ ਨਾਂ ਤੇ ਮੁਹੰਮਦ ਹੀ ਹੈ। ਬਨੇਰੀ ਹਾਰ ਦੂਜੀ ਚਪੇੜ ਮਾਰ ਕੇ ਚੁੱਪ ਕਰਾਣਾ ਪੈਣਾ। ਇੱਕ ਚਪੇੜ ਮਾਰੀ ਉਹਨੇ ਪੂਰੇ ਪਿੰਡ ਦਾ ਨਾਮ ਲੈ ਲਿਆ, ਦੂਜੀ ਚਪੇੜ ਮਾਰੀ ਤਾਂ ਚੁੱਪ। ਇਹ ਵੇਖ ਲੋ ਅਵਾਨ ਸਾਹਿਬ, ਤੁਹਾਡਾ ਜਿਹੜਾ ਵੇ ਬੰਦਾ ਇਹ ਚਪੇੜਾਂ ਚ ਕੋਈ ਸ਼ਖਸੀਅਤ ਦੀ ਗੱਲ ਪੁੱਛ ਇਹ ਰਿਹਾ ਵਜਾ ਬੰਦਾ ਜਿਹਾ ਹੈ, ਇਹ ਬੰਦਾ ਆਪੇ ਇਹਨੇ ਰੋਜ਼ਗਾਰ ਤਲਾਸ਼ ਚ ਮੁਲਕੋਂ ਬਾਹਰ ਆਇਆ ਜੇ, ਇਹਦੀ ਕਾਬਲੀਅਤ ਹੈ ਜਿੱਥੇ ਚਪੇੜਾ ਮਾਰ ਲੱਗਿਆ ਬੰਦਿਆਂ ਨੇ, ਤੇ ਹਾਲ ਇਹਦਾ ਆਇਆ ਜੇ ਕਿ ਆਪਣਾ ਮਿਸਾਲ ਦਿੱਤੀ ਹੈ ਚਪੇੜ ਨਹੀਂ ਮਾਰੀ ਪੁਲਿਸ ਨੇ, ਪਾਕਿਸਤਾਨ ਰਹਿ ਕੇ ਬੰਦੇ ਨੂੰ ਚਪੇੜ ਮਾਰੀ, ਪਾਕਿਸਤਾਨ ਰਹਿ ਕੇ ਆਪਣੀ ਕਾਰਕਰਦਗੀ ਦਿਖਾ, ਕੁਆਲਿਟੀ ਦਿਖਾ, ਭੁੱਖ ਨੂੰ ਚਪੇੜਾ ਮਾਰ, ਉਹ ਤੂੰ ਛੱਡ ਕੇ ਨਸ ਆਇਆ ਤੂੰ। ਉਹ ਤੇਰੇ ਕਿਹੜਾ ਉੱਤੇ ਖਤਰਾ ਸੀ ਦੇਣ ਦਾ? ਅੱਛਾ ਮਲਕ ਸਾਹਿਬ, ਪਾਕਿਸਤਾਨ ਰਹਿ ਮਰ। ਮਲਕ ਸਾਹਿਬ ਮੇਰੇ ਸਵਾਲ ਦਾ ਜਵਾਬ नहीं, सवाल का जवाब उन्होंने दे देता है ना कि एक ही शख्सियत है। ਕੀ ਇੱਕੋ ਹੀ ਸ਼ਖਸੀਅਤ ਹੈ? वो तो यही कह रहे हैं। ਨਹੀਂ ਦੇਖੋ, ਮੈਂ ਤੇ ਦੇਖੋ ਵਾਰਸਾ ਤੁਹਾਨੂੰ ਫਿਰ ਮਸਲਾ ਹੈ, ਮੈਂ ਤੁਹਾਨੂੰ ਮਸਲਾ ਮਲਕ ਸਾਹਿਬ, ਤੁਹਾਨੂੰ ਮਸਲਾ ਹੈ। अच्छा नहीं, एक शख्सियत नहीं है, ठीक। वो कह रहे हैं एक शख्सियत नहीं, 2 लाख शख्सियत। ਦੋ ਸ਼ਖਸੀਅਤਾਂ ਨੇ। ਨਹੀਂ ਮੈਂ ਜਵਾਬ ਦਿੱਤਾ ਵਾਰ ਸਾਹਿਬ, ਅਗਰ ਤੁਸੀਂ ਤੁਹਾਨੂੰ ਸਮਝ ਆਇਆ ਦੋ ਸ਼ਖਸੀਅਤਾਂ ਵੀ ਨਹੀਂ ਨੇ ਜੀ। ਤੁਸੀਂ ਦੋ ਵੀ ਨਹੀਂ ਜੇ ਦੋ ਤੇ ਜਾਂ ਕਰਾ ਦੇ। नहीं, 2 शख्सियत नहीं या एक शख्सियत है अपना ज़ीशान साहब। इतना आसान जा काम है का की मिसाल देनी है तुसी। ਵਾਰ ਸਾਹਿਬ ਮੈਂ ਜਵਾਬ ਦਿੱਤਾ ਕਿ ਪਲੀਜ਼ ਦੁਹਰਾ ਦੋਗੇ? तुसी ये जवाब देता है कि 2 शख्सियत ने। ਚਲੋ ਠੀਕ ਹੋ ਗਿਆ ਬਸ। है ही कितना ना ਵੇਖੋ ਤੁਸੀਂ ਬਸ ਤੁਹਾਡਾ ਸੁਣਨਾ ਉਹ ਵੀ ਸਮਝ ਆ ਗਿਆ, ਤੇ ਫਾਇਦੇ ਕੋਈ ਨਹੀਂ ਅੱਗੇ ਗੱਲ ਕਰਨ ਦਾ। ਤੁਸੀਂ ਜੋ ਕੋਈ ਮੈਂ ਦੱਸਿਆ ਅਗਰ ਤੁਸੀਂ ਸਮਝ ਆਵੇ ਜਾਂ ਸਮਝ ਕੇ ਤੁਸੀਂ ਮਕਰ ਕਰ ਰਹੇ ਹੋ ਤਾਂ ਫਿਰ ਠੀਕ ਹੈ। ਕਸਮ ਖੁਦਾ ਦੀ ਮਕਰ ਨਹੀਂ ਕਰ ਰਿਹਾ। ਸੋਚ, ਤੁਹਾਡਾ ਦੀਨ, ਤੁਹਾਡਾ ਫਹਿਮ ਤੁਹਾਡੇ ਨਾਲ। ਤੁਸੀਂ ਮਕਾਰ ਹੋ? नहीं, मैं मकर नहीं कर रहा। ਮੈਂ ਮੱਕਰ ਕਰ ਰਿਹਾ। मैं जिस तरह गल समझिया वा वो कह रहे हैं कि ये 2 शख्सियत। ਪੁੱਛ ਲੋ ਨੇ ਸਾਈਨ ਕਰਾ ਲਓ ਦੋ ਵਾਲੇ। ਨਹੀਂ ਇਹ ਗੱਲ ਨਹੀਂ ਕਹੀ ਹੁੰਦਾ, ਮੈਂ ਕਿਹਾ ਇੱਕ ਹੈ। या मैं ये समझिया वा कि ये ਦੋ ਸ਼ਖਸੀਅਤਾਂ। एक शख्सियत है। निशान साहब 2 शख्सियत ने वही तो पूछन लगा जी। तुसी ਦੇਖੋ प्रेशर पा रहे हो मेरे ते। ਮੈਂ ਫਿਰ ਗੱਲ ਕਰ ਦਿੰਦਾ ਵਾ, ਮੈਂ ਫਿਰ ਬਿਆਨ ਕਰ ਦਿੰਦਾ। ਦੇਖੋ ਇੱਕ ਜਿਹੜੇ ਨਾ ਈਸਾਈ ਉਹ ਪੇਸ਼ ਕਰ ਰਹੇ ਨੇ ਕਰੈਕਟਰ ਤੇ ਦੀਨ, ਉਹ ਵਈ ਅਸੀਂ ਉਹਦਾ ਜ਼ਿਕਰ ਕੁਰਾਨ ਚ ਨਹੀਂ ਹੈ। ਕਰ ਰਹੇ ਨੇ ਫਲਾਣਾ ਕੀ ਕਰ ਰਿਹਾ ਹੈ, ਆਪਣੀ ਉਹਦਾ ਜਿਹੜਾ ਕਰੈਕਟਰ ਨਾ ਯਸੂ ਹੈ ਉਹ ਵੀ ਸੁਣ ਲੈਣਾ। ਚੁੱਪ ਤਾਂ ਕਰ ਯਾਰ। ਅਵਾਨ ਸਾਹਿਬ ਸਵਾਲ ਕੀਤਾ ਹੈ ਯਾਰ। ਅਵਾਨ ਸਾਹਿਬ ਪਹਿਲੇ ਇਹਨੂੰ ਚੁੱਪ ਕਰਾ ਲਓ ਜਾਂ ਇਹਦਾ ਜੋ ਕਿ ਜੰਦਰਾ ਬਾਹ ਕਢਾ ਲਓ। ਉਹ ਨਿਸ਼ਾਨ ਕੱਟ ਵੈ ਜਵਾਨਾ ਸਾਰਾ ਕੱਟ ਅੰਬਰ ਨਜ਼ੀਰ ਜੋ ਤੇਰੇ ਅੰਦਰ ਹੈ ਨਾ, ਜਿਹੜਾ ਪਚਦਾ ਨਹੀਂ ਪਿਆ, ਉਹ ਸਾਰੀ ਪਚਕਾਰੀ ਬਾਹਰ ਦਾ ਕੱਢ। ਜਵਾਬ ਨਾ ਲੈ ਕੇ ਦਿੱਤਾ ਤੇ ਮੈਂ ਤੁਹਾਡੀ ਬਰਾੜ ਤੇ ਨਹੀਂ ਅੱਗੋਂ ਆਉਣਾ ਹੈ। ਇੱਕ ਸਵਾਲ ਜੇ ਇਹਨਾਂ ਸਵਾਲ ਦੇ ਦਿੱਤਾ ਤਾਂ ਤੁਸੀਂ ਮੇਰਾ ਨਾਮ ਮੈਂ ਮੁੱਤੇ ਨਾਲ ਦਾੜੀ ਮੁੰਨੀ ਹੈ। ਲੋ ਜੀ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਜਨਾਬ ਮੁੱਤਨਾ ਦਾੜੀ ਮੁੰਨੋ। ਮੈਂ ਜਵਾਬ ਨਹੀਂ ਦਿੰਦਾ। ਤੁਸੀਂ ਆਪਣੀ ਦਾੜੀ ਜਿਹੜੀ ਨਾ ਉਹ ਤੁਸੀਂ ਪਾਣੀ ਨਾਲ ਧੋਇਆ ਕਰੋ, ਪਾਕ ਸਾਫ਼ ਰੱਖੋ। ਮੇਰੇ ਅਗਰ ਜਵਾਬ ਤੇ ਤੁਸੀਂ ਜਨਾਬ ਮੈਂ ਤੁਹਾਡੀ ਦਾੜੀ ਦਾਂਗਾ, ਬੇਫਿਕਰ ਹੋਵੋ, ਪਰੇਸ਼ਾਨ ਨਾ ਹੋਵੋ। ਜਵਾਬ ਕਿਉਂ ਨਹੀਂ ਦੇਣਾ? ਤੁਹਾਡੀ ਦਾੜੀ ਦਾ ਹਾਲ ਹੈ ਕਿ ਮੇਰੇ ਜਵਾਬ ਕੋਈ ਜਾ ਸਕਦੀ ਹੈ। ਓਏ नहीं ਮੈਂ ਤਰੋਂ ਮੱਛੀ ਮੰਡੀ ਬਣਾ ਦੇਣ ਲੱਗਾ ਬੰਦੇ ਦੀ। ਇੱਥੇ 10 ਹੁਣ ਤੇ ਮੱਛੀ ਮੰਡੀ ਤਾਂ ਮੈਂ ਤੁਸੀਂ ਤਰੋਂ ਦੀ ਮੱਛੀ ਮੰਡੀ ਬਣਾਉਣ ਲੱਗੇ ਹੋ। नहीं ਸਵਾਲ ਇੰਨਾ ਹੀ ਹੈ ਕਿ ਈਸਾ ਅਲੈਹਿਸਲਾਮ ਤੇ ਯਸੂ ਅਲ ਮਸੀਹ ਇੱਕ ਸ਼ਖਸੀਅਤ ਹੈ ਜਾਂ 2 ਸ਼ਖਸੀਅਤਾਂ? ਇਹਨਾਂ 'ਚ ਕੋਈ ਫਰਕ ਦੇਖੋ ਹੈ? ਜਿਹੜਾ ਯਸੂ ਦੇ ਬਾਰੇ ਚ ਉਹ ਕਹਿੰਦੇ ਨੇ ਈਸਾਈ ਕਿ ਖੁਦਾ ਦਾ ਬੇਟਾ ਹੈ। ਉਹ ਯਾਰ ਇਹਨੂੰ ਆਪਣਾ ਪੁੱਛ ਕੇ ਦਿਓ। ਤੁਸੀਂ ਈਸਾਈਆਂ ਨੂੰ ਛੱਡ ਦਿਓ। ਈਸਾਈ ਕੀ ਕਹਿੰਦੇ? ਜਿਹੜਾ ਯਸੂ ਦੇ ਬਾਰੇ ਚ ਯਸੂ ਦਾ ਕਰੈਕਟਰ ਭਾਈ ਉਹ ਮੈਂ ਕਰੈਕਟਰ ਨਹੀਂ ਪੁੱਛਿਆ, ਉਹਨਾਂ ਦਾ ਕਰੈਕਟਰ ਕੀ ਹੈ। ਉਹ ਮੈਂ ਕਰੈਕਟਰ ਦਾ ਸਵਾਲ ਹੀ ਨਹੀਂ ਕੀਤਾ। ਓਏ ਯਸੂ ਦੱਸੋ, ਯਸੂ ਨਾਮ ਕਿਹਨਾਂ ਮੁਤਾਰਫ ਕਰਾਇਆ ਤੇ ਕਿਹਨਾਂ ਦਾ ਕਰੈਕਟਰ ਹੈ? ਇਹ ਕੁਰਾਨ ਦਾ ਹੈ।
ਜੇ ਤੁਸੀਂ ਕਹਿੰਦੇ ਹੋ ਕਿ ਕੁਰਾਨ ਦਾ ਕਰੈਕਟਰ ਹੈ ਯਸੂ, ਤੇ ਫਿਰ ਤੁਸੀਂ ਕੁਰਾਨ 'ਚ ਦਿਖਾ ਦਿਓ ਕਿ ਯਸੂ ਕੁਰਾਨ 'ਚ ਲਿਖਿਆ ਜਨਾਬ ਯਸੂ। ਸ਼ਹਿਨशाह ਰੱਖੇ ਹੈ, ਪਰ ਹੈ ਵੀ ਸ਼ਹਿਨशाह ਹੀ ਹੋ ਜੀ, ਬੜੇ ਜੀ। ਸ਼ਹਿਨशाह ਹੋ। ਨਹੀਂ ਸਾਡੇ ਮੈਂ ਸਵਾਲ ਦਾ ਜਵਾਬ ਨਹੀਂ ਲੈ ਕੇ ਦੇ ਸਕਦੇ ਤੁਸੀਂ ਮੈਨੂੰ। ਮੈਂ ਜਵਾਬ ਤੇ ਲੈ ਦਿੱਤਾ ਹੈ ਤੁਹਾਨੂੰ ਸਮਝ ਨਹੀਂ ਆ ਰਹੀ। ਉਹ ਕੀ- ਕਹਿ ਰਹੇ ਨੇ ਦੋ ਕੀ ਜਵਾਬ ਸ਼ਖਸੀਅਤਾਂ ਨੇ, ਦਿੱਤਾ ਦੋ ਸ਼ਖਸੀਅਤਾਂ ਨੇ। ਪੁੱਛ ਲੋ, ਤੁਸੀਂ ਮੱਕਰ ਤੇ ਨਹੀਂ ਕਰ ਰਹੇ ਆ, ਦੋ ਤੇ ਮੁਤਫਿਕ ਹੋ। ਹਾਂ ਤੇ ਨਿਸ਼ਾਨ ਕਰਾ ਭਾਈ, ਦਿਓ ਨਾ। ਨਿਸ਼ਾਨ ਭਾਈ ਦੋ ਸ਼ਖਸੀਅਤਾਂ ਨੇ। देखो मैं तो अगर जवाब दो शीशा दिता हुए तो ठीक है, अगर एक नहीं, नहीं, मैं समझ समझ और दिता नहीं, फिर भी ठीक है। तुसी खुश हो जो ए जिहड़ी दाढ़ी है ना एक- पेशाब एक- नाल ए धोबिया ना इस बंदे दी एक- दाढ़ी एक- पेशाब नाल इहदी दाढ़ी दा ए लेवल है कि मेरे जवाब नाल पेशाब नाल तो नहीं पै सकदी है। एक शख्सियत है, हुण कन्फर्म हो गया जी। ਇੱਥੇ ਸਾਈਨ ਕਰ ਦਿਓ, ਇੱਕ ਸ਼ਖਸੀਅਤ। ਆਈਏ ਫਿਰ ਦੋ ਹੋਣੀਆਂ ਨੇ, ਇੱਕ ਇੱਕ ਦੋ ਇਹਨੂੰ ਪੁੱਛ ਦਿਓ ਅੱਜ। अच्छा वान साहब मैं भी सवाल कर ला कोई। ਹਾਂ ਜੀ, ਹਾਂ। ਸ਼ਹਿਨशाह ਵਾਨ ਸਾਹਿਬ, ਅੱਧਾ ਘੰਟਾ ਹੋ ਗਿਆ ਇਹ ਜਿਹੜੇ ਨੇ ਇਹ ਜਿਹੜਾ ਦੀਨ ਅੱਜ ਕੱਲ ਹੈ, ਅੱਜ ਕੱਲ੍ਹ ਮੈਨੂੰ ਦੀਨ ਮੇਰੇ ਜਿਹੜਾ ਸਵਾਲ ਦਾ ਬਗੈਰ ਜਵਾਬ ਮਾਂ ਮਿਲ ਬਾਅਦ ਸ਼ਹਿਨशाह ਵਾਨ ਸਾਹਿਬ, ਮੈਂ ਤੁਹਾਡੀ ਬਰਾੜ ਦਾ ਮੈਂ ਬਾਈਕਾਟ ਕਰਵਾ ਦੇਣਾ ਹੈ ਮੈਂ ਵਾਨ ਮੁਸਲਮਾਨਾਂ ਸਾਹਿਬ ਨੂੰ ਕਹਿ ਕੇ ਅੱਜ ਕੱਲ੍ਹ ਤੁਹਾਡੀ ਜਿਹੜਾ ਬਰਾੜ ਦਾ ਦੀਨ ਹੈ ਬਾਈਕਾਟ ਕਰਵਾ ਦੇਣਾ। ਉਹ ਕਰਾ ਮੈਨੂੰ ਦਿਓ ਸਵਾਲ ਜੀ, ਦਾ ਦੇ ਜਵਾਬ ਦਿਓ ਲੈ ਕੇ। ਨਿਸ਼ਾਨ ਭਾਈ, ਕਿਉਂ ਦੁਕਾਨਦਾਰੀ ਬੰਦ ਕਰੀ। ਯਕੀਨ ਕਰੋ ਕੱਲ ਵੀ $25-30 मैं- ਇਕੱਠੇ ਹੋ ਗਏ ਸਨ। वान साहब अगर मैं जवाब दे देता कोई तो ऊपर आ जाए मुसलमान दूसरा मैं तो होते हैं बड़ा नहीं वो देगा जनाब कि पेशाब जवाब ना करके ले ना ते ओ दाढ़ी धोजे पेशाब ना खुश रहोगे फिर। ਉਹ ਦੇ ਦਿਓ ਜੋ ਜਵਾਬ ਨਿਸ਼ਾਨ ਮੇਰੇ ਭਾਈ। ਸਵਾਲ ਦਾ ਖੁਦਾ ਦਾ- ਜਵਾਬ- नहीं तो वो फिर ओदा की करोगे जनाब पेशाब ना धोती दाढ़ी की करोगे ਉਹਨਾਂ ਨੇ ਸਾਰਾ ਜਿਸਮ ਧੋਤਾ ਸੀ ਪਿਸ਼ਾਬ ਨਾਲ। हैं ਨਹੀਂ ਨਹੀਂ ਯਾਰ, पसंद ਗਲਤ करते हो ਗਲਤ कि गलत। बंदा जरा भरा ਤੁਹਾਡਾ है ਛੱਡੋ ਯਾਰ खत्मे दुआ दा ਸਾਹਿਬ, मुजाहिद ए पेशाब ना दाढ़ी धो ਯਾਰ ਸਾਹਿਬ पसंद करोगे ਛੱਡੋ, तुसी। ਮੇਰੀ ਗੱਲ ਦਾ ਜਵਾਬ ਲੈਣ ਦਿਓ, ਮੇਰੀ ਗੱਲ ਦਾ ਜਵਾਬ ਲੈਣ ਦਿਓ, ਮਿਹਰਬਾਨੀ ਕਰੋ। ਮਲਕ ਸਾਹਿਬ, ਜੀ ਜੀ, ਬਰਾੜ ਚਲਾਣੀ ਜੇ ਕਿ ਬੰਦ ਕਰਵਾਵਾਂ ਤੁਹਾਡੀ ਬਰਾੜ ਮੈਂ? ਬਿਸਮਿਲ੍ਲਾ ਕਰਾਂ। ਦੇਖੋ ਜੀ ਕੱਲ ਵੀ $20-25 ਇਕੱਠੇ ਹੋ ਗਏ ਸਨ, ਤੇ ਇੰਜ ਨਾ ਕਰੋ। ਮੇਰੀ ਹੋਰ ਕੋਈ ਨਹੀਂ, ਤੇ ਗੱਡੀ ਆਹ ਦੀ ਤੇ ਜੇ ਕਿਸ਼ਤ, ਚਲਾਣੀ ਜੇ, ਗੱਡੀ ਜੇ ਦੀ ਕਿਸ਼ਤ ਚਲਾਣੀ ਨਿਕਲ ਜੇ ਆਈ ਤੇ ਹੈ। ਫਿਰ ਸਰ ਜਵਾਬ ਲੈ ਕੇ ਦਿਓ ਮੈਨੂੰ। यामर जी साहब ਤੁਸੀਂ ਇਟਲੀ ਵੈਸੇ ਆਏ ਕਿਸ ਚੱਕਰ ਚੋਂ? ਚਲੋ ਪਾਕਿਸਤਾਨ ਵਿੱਚ ਤੁਹਾਨੂੰ ਕੀ ਮਸਲਾ ਸੀ ਜਾਂ ਤੁਹਾਡੀ ਕੁਆਲਿਟੀ ਕੰਮ ਨਹੀਂ ਕੀਤੀ ਤੁਸੀਂ ਉੱਥੇ ਪਏ ਹੈ? ਸ਼ਹਿਨशाह ਸਾਹਿਬ, ਐਮਰ ਜੀ ਸਾਹਿਬ ਤੁਸੀਂ ਇੱਥੇ ਆ ਕੇ ਬੜੇ ਟਰੱਕਾਂ ਸ਼ਹਿਰ ਵਿੱਚ ਤੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਚੜੇ ਹੋ, ਤੁਹਾਨੂੰ ਕੀ ਮਸਲਾ ਸੀ ਪਾਕਿਸਤਾਨ ਵਿੱਚ? ਯਾਰ ਦੇ ਦਿਓ ਜਵਾਬ ਯਾਰ। ਬੜੇ ਸ਼ਹਿਨशाह ਤੁਸੀਂ ਹੈ। ਇਸ ਬੰਦੇ ਨੂੰ ਪੁੱਛੋ ਅਮਰ ਜ਼ੇਰ ਨਾ ਕਿ ਇਤਨਾ ਕਾਬਲ ਇਨਸਾਨ ਅਗਰ ਹੈ ਸੀ ਹੈ ਤੇ ਪਾਕਿਸਤਾਨ ਰਹਿੰਦਾ, ਉੱਥੇ ਪਾਕਿਸਤਾਨ ਦਾ ਸੁਧਾਰ ਕਰਦਾ, ਉੱਥੇ ਜਿਹੜੇ ਫਿਰਕੇ ਨੇ ਉਹਨਾਂ ਨੂੰ ਇਕੱਠਿਆ ਕਰਦਾ, ਆਪਣੇ ਇਲਮ ਦੇ ਜ਼ੋਰ ਤਕਾ ਕੇ ਉਹਨਾਂ ਨੂੰ ਖੁਸ਼ਹਾਲ ਕਰਦਾ, ਆਪਣੀ ਕਾਬਲੀਅਤ ਨਾਲ ਕੋਈ ਮੁਆਸ਼ੀ ਹਾਲਾਤ ਬਿਆਨ ਕਰਨੇ ਵਾਲਾ ਜਾਂ ਸ਼ਹਿਨशाह ਫਾਰਮੂਲਾ ਸਾਹਿਬ, ਬਿਆਨ ਤੁਹਾਡੀ ਬਰਾੜ ਕਰਦਾ, ਦਾ ਇੱਥੇ time ਬਹਿ ਹੋਇਆ ਕੇ ਹੋਣਾ ਜਨਾਬ ਚਾਹੀਦਾ। ਟਰੱਕ 'ਚ ਬਹਿ ਜਾਂਦਾ ਸਵਾਲ ਦਾ ਜਵਾਬ ਲੈ ਤੇ ਕੇ। ਜੋ ਬਾतें आपके कोई- खिलाफ है ਕੋਈ खुला आ जाता है, ਗਿਫਟਿੰਗ कुछ नहीं ਨਹੀਂ लगा। ਹੋ ਰਹੀ। ਜਵਾਬ ਯਾਰ, ਜਵਾਬ ਮੈਨੂੰ ਜਿਹੜਾ ਸਮਝ ਆਇਆ ਨਾ, ਉਹ ਇਹ ਆਇਆ ਹੈ ਕਿ ਇੱਕ ਸ਼ਖਸੀਅਤ ਨੇ। अच्छा अगर तुम्हें एक जवाब शख्सियत आया है, तो उन्हें एक कहो शख्सियत। उन्हें कहो ਉਹ ਜੇ ਭਰਾ ਤੁਹਾਡੇ ਉਹਨਾਂ ਕਹੋ ਦਾੜੀ ਧੋ ਲਓ ਪਿਸ਼ਾਬ ਨਾਲ। ਪਤਾ ਕਰ ਦਿਓ, ਇਹਨੂੰ ਕਹੋ ਵੀ ਇਹ ਤਸਦੀਕ ਮੰਨ ਜਾਓ ਯਾਰ, ਇੱਕ ਕਰਦਾ ਇਹ ਸ਼ਖਸੀਅਤ ਜਵਾਬ ਹੈ ਨੇ। ਕਿ ਇੱਕੋ ਹੀ ਸ਼ਖਸੀਅਤ। ਤੁਸੀਂ ਉਹਨੂੰ ਕਹੋ ਇੱਕ ਮਨ ਜਾਂ ਦੋ ਮਨ ਤੂੰ ਜਨਾਬ ਦਾੜੀ ਧੋ ਪਿਸ਼ਾਬ ਨਾਲ ਤੂੰ ਤਿਆਰੀ ਨੱਪ। और ना करो ना निशान भाई, इस तरह ना करो ना। ਨਹੀਂ ਮੇਨ ਚੀਜ਼ ਹੈ ਜਨਾਬ, ਉਹ ਬੰਦੇ ਨੇ ਆਪਣੀ ਦਾੜੀ ਦਾ ਪੀ ਹੈ, ਕਹਿੰਦਾ ਮੇਰੀ ਦਾੜੀ ਪਿਸ਼ਾਬ ਨਾਲ ਧੋ ਦਿਆ, ਉਹਦੀ ਦਾੜੀ ਜਿਹੜੀ ਹੈ ਉਹਦਾ ਸਾਰਾ ਚੱਕਰ ਪੀ ਹੈ। ਸ਼ਹਿਨशाह ਵਾਨ ਸਾਹਿਬ, ਇਹ ਬਕ ਮੈਂ ਨਹੀਂ ਸੁਣਨਾ ਚਾਹੁੰਦਾ, ਮੈਨੂੰ ਸਵਾਲ ਦਾ ਇਹ ਜਵਾਬ ਬਗ ਬਗ ਨਹੀਂ, ਉਸ ਬੰਦੇ ਜਨਾਬ ਜੀ ਮਰਦੇ ਮੁਜਾਹਿਦ ਨੇ ਚੈਲੰਜ ਕੀਤਾ ਜਨਾਬ, ਜਵਾਬ ਲੱਭ ਗਿਆ ਨਾ ਤੇ ਦਾੜੀ ਧੋਵਾਂਗਾ ਪਿਸ਼ਾਬ ਨਾਲ, ਤੇ ਹੁਣ ਤੁਸੀਂ ਜਵਾਬ ਇੱਕ ਮੰਨੋ, ਦੋ ਮੰਨੋ ਜਾਂ ਕੋਈ ਕਟਿੰਗ ਹੋਰ ਮੰਨ ਲਓ। ਇਹ ਜਨਾਬ ਦਾੜੀ ਧੋ ਕੇ ਨਾ ਪਿਸ਼ਾਬ ਨਾਲ, ਉਹਦੀ ਫੋਟੋ ਵਾਇਰਲ ਕਰੋ। ਭਾਈ ਅਗਰ ਸਵਾਲ ਦਾ ਜਵਾਬ ਦੇ ਗਿਆ ਨਾ ਮਲਕ ਸਾਹਿਬ, ਗੱਲ ਯਾਰ ਤੁਸੀਂ ਜਨਾਬ ਦਾੜੀ ਧੋਣੀ ਤੁਸੀਂ ਹੈ ਕੋਈ ਨਹੀਂ। ਤੁਸੀਂ ਸਾਨੂੰ ਜੁਰਮਾਨਾ ਪਾ ਲਓ, ਮਰਜ਼ੋਟਾ ਮਰ ਜਾਏਗਾ ਲੇਕਿਨ ਇਸ ਸਵਾਲ ਦਾ ਜਵਾਬ ਨਹੀਂ ਦੇ ਲੱਗਾ। ਮਾਨ ਸਾਹਿਬ ਸਵਾਲ ਹੈ ਵੇ ਕਿ ਅੱਜ ਜਿਹੜਾ ਇਹਨਾਂ ਦੇ ਇਸਲਾਮ ਤੇ ਮੁਸਲਮਾਨ ਕਹਿੰਦੇ ਨੇ ਬਰੇਲਵੀ, ਦੇਵਬੰਦੀ, ਵਹਾਬੀ ਤੇ ਸ਼ੀਆ ਤੇ ਪਤਾ ਨਹੀਂ ਕਿਤਨੇ, ਕਿਆ ਇਹ ਜਿਹੜਾ ਇਸਲਾਮ ਹੈ, ਜਵਾਬ ਲੈ ਕੇ ਦੋ ਕਿ ਮਰਜ਼ੋਟਾ ਕਿਉਂ ਨਹੀਂ ਸਿੱਧੀ ਗੱਲ ਕਰਦਾ ਵੀ ਇੱਕੋ ਹੀ ਇਹ ਜਿਹੜਾ ਇਸਲਾਮ ਹੈ ਇਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਇਸਲਾਮ ਹੈ। ਇਹ ਮਾਨ ਸਾਹਿਬ
मैं पूरी कोशिश कर रहा मैं पूरी कोशिश कर रहा कस्में मैं अपनी पूरी कोशिश कर रहा यार निशान भाई दस दो यार एक ਕੀ नहीं के दो ਕੋਸ਼ਿਸ਼ ने ਕਰ ਰਹੇ ਹੋ? ਅੱਧੇ ਘੰਟੇ ਤੋਂ ਜ਼ਿਆਦਾ ਟਾਈਮ ਹੋ ਗਿਆ ਹੈ। ਅੱਧੇ ਘੰਟੇ ਤੋਂ ਜ਼ਿਆਦਾ ਟਾਈਮ ਹੋ ਗਿਆ ਹੈ। ਕੀ ਫਿਰ- ਆਪ ਕੋਸ਼ਿਸ਼ ਕਰ ਰਹੇ ਹੋ ਤੁਸੀਂ? ਚਲੋ ਫਿਰ ਤੁਸੀਂ ਉਹਨਾਂ ਦੇ ਸਵਾਲ ਦਾ ਵੀ ਜਵਾਬ ਦਿਓਗੇ हाँ हाँ बिल्कुल देंगे। नहीं नहीं, पहले दिन मेरे यकीन नहीं ना, यकीन नहीं ना, पहले यहाँ कह दो भी शाम ना यहाँ ना कह दो पहले दोष। मेरे सवाल का जवाब क्योंकि मैं शक पै गया है। अगर या इन्हें ते सवाल का तुसी जवाब दे ना दिता, दाढ़ी अद्धी धो के तकाओ, मैं शाम नहीं ना फोटो वायरल करो। की बकबक है मलिक साहब, ये हाँ, बराड़ बकबक। की मेरी चख चख। शहनशाह साहब, ਯਾਰ ਅਸੀਂ ਤੇ ਇੱਕ ਨਿਊਟਰਲ ਪਲੇਟਫਾਰਮ ਫਰਾਮ ਕੀਤਾ ਲੋਕਾਂ ਨੂੰ मैं ऐलान कर देने मैं ऐलान कर देने मुसलमानों मलिक साहब की बराड़ का बाइकाट कर दो, मुसलमानों। इस सवाल का जवाब नहीं लेके दे। ए मुसलमान यार बरेलवी ने मुसलमान के दे बंदी क्लियर कर दिया थोड़ा जितना। अगे ਤੁਹਾਨੂੰ पता भी है कि अवान ਇਹ साहब आवाਜ਼ ਇਹ ਲਾਇਆ clear करा ਕਿੰਨਾ दो ਅਸਰ मुसलमान केड़ा वे ए अमरदीन पूछ लो इन्हें ਸਾਡੀ क्या ਅੱਖੀ ਬੰਦ जे ਹੋ ਜਾਣੀ। कहंदा है अमरदीन कहंदा है कि ना मैं बरेलवी ना मैं वाबी ते ना मैं दे बंदी, मलिक साहब, मैं वा मुसलमान। मलिक साहब, ਹੁਣ ਦੱਸੋ ਇਹ ਚਾਚਾ ਮੁਸਲਮਾਨ ਨਹੀਂ ਦੇ ਮਾਰੇ। ਕਿਹੜੇ ਯਾਰ ਨੇ? ਥੱਲੇ ਲੋਕੀ ਕਾਲਾ ਪਾ ਕੇ ਬੈਠੇ ਨੇ ਹੋਰ ਵੀ ਸਵਾਲ ਨੇ ਤੇ ਦੇ ਦਿਓ ਜਵਾਬ ਯਾਰ ਨਿਸ਼ਾਨ ਭਾਈ ਤੁਹਾਨੂੰ ਅੱਲਾ ਦਾ ਵਾਸਤਾ ਹੈ ਤੁਹਾਨੂੰ ਮਿਰਜ਼ਾ ਸਾਹਿਬ ਦਾ ਵਾਸਤਾ ਹੈ, ਦੇ ਦਿਓ ਯਾਰ अगर जवाब ना ਇਹ दे ਜਿਹੜਾ ਜਵਾਬ ਹੈ ਨਾ ਇਹ ਜਵਾਬ ਜਨਾਬ ਜੀ ਅਗਲਾ ਤੁਹਾਨੂੰ ਪਸੰਦ ਅਗਰ ਨਹੀਂ ਆਇਆ ਤੇ ਦੂਸਰਾ ਤਾਂ आपको moderator बनवाया जाए। ਸਾਹਿਬ ਕੋਲੋਂ ਤੁਸੀਂ ਮੇਰੇ ਸਵਾਲ ਦਾ ਜਵਾਬ ਲੈ ਕੇ ਦੇਣਾ ਹੈ ਜਾਂ ਫਿਰ आपको ਮੈਨੂੰ moderator ਅੱਧੀ बनाया ਧੋਤੀ जाए। ਪਿਸ਼ਾਬ ਨਾਲ ਦਾੜੀ ਦੀ ਫੋਟੋ ਦਿਖਾਓ। ਮੈਂ शक पै गया। फजूल गल पे करता है, इन्हें गल का जवाब नहीं देना। ਬੜੀ ਹੈਰਤ ਵਾਲੀ ਗੱਲ ਹੈ ਕਿ ਸਮਝ ਨਹੀਂ ਆ ਰਹੀ ਮੈਨੂੰ ਤੇ ਕਿ ਇਸ ਵਿੱਚ ਕੀ ਮੁਸ਼ਕਿਲ ਹੈ ਯਾਰ ਈਸਾ ਅਲੈਹ ਸਲਾਮ ये मौत चलो। तुसी कहंदे हो कि मुश्किल है। ਚਲੋ ਅਗਰ ਮੈਂ मौत है मैं- मरजाइयां दी। ਚਲੋ ਮਿਸਾਲ ਦੇ ਤੌਰ ਤੇ ਅਗਰ ਮੈਂ ਅਹਿਮਦੀ ਹੁੰਦਾ ਈਸਾ ਅਲੈਹ ਸਲਾਮ ਦੋ ਸ਼ਖਸੀਅਤਾਂ ਨੇ ਈਸਾ ਔਰ ਯਿਸੂ ਅਲੈਹ ਸਲਾਮ ਦੋ ਅਲੱਗ ਸ਼ਖਸੀਅਤਾਂ ਨੇ ਇੱਕ ਹੈ ਤੇ ਮੇਰਾ ਜਵਾਬ ਇਹ ਹੋਏਗਾ ਕਿ ਨਾ डिफरेंट रख लेते गए लेकिन शख्सियत एक ही है बस ਦੇਖੋ ਤੁਸੀਂ ਪਹਿਲੇ ਅਹਿਮਦੀ ਹੋ ਨਾ ਤੇ ਫਿਰ ਵੇਖਿਆ ਤੁਸੀਂ ਵੇਖਿਆ ਤੁਸੀਂ ਜਵਾਬ ਕਿਸ ਤਰ੍ਹਾਂ ਦਿੰਦੇ ਤੁਸੀਂ ਹੋ ਜਿੰਨੇ ਫਰਜ਼ੀ ਬਣ ਗਏ ਤੁਸੀਂ ਨਾ ਪਹਿਲਾਂ ਅਹਿਮਦੀ ਬਣੋ शहनशाह साहब ਤੇ ਫਿਰ ਵੇਖਿਆ ਤੁਸੀਂ ਬੜਾ ਜਵਾਬ ਕਿਹੜਾ ਨਿਕਲਦਾ। सीधी तरह जवाब दे दें, एक है या दो है, ये क्या यार 70 बंदे सुन रहे ने तुसी जमात अहमदिया दी इंसल्ट करा रहे हो हकीकत ही निशान साहब ਇਹ ਬੰਦਾ ਜਿਹੜਾ ਇਹ ਮਤਲਬ ਦੂਸਰਾ ਵਰਜਨ ਹੈ ਉਸ ਦਾ ਬਾਤ ਇਹ ਆਂਦੇ ਜੇ ਇਨਸਲਟ ਨਾ ਇਨਸਲਟ ਉਹ ਨਹੀਂ ਹੁੰਦੀ ਜਿਹਨਾਂ ਤੋਂ ਉਹ ਅਸਮਾਨਾਂ ਤੇ ਚੜਾਏ ਗਏ ਨੇ। ओ यूज्ड हो तुसी इंसल्ट करा रहे हो यार इस सवाल का जवाब लै दो मन्नू। एक मिनट ओए, मैं मुसलमान आ गए उत्ते। ख्वाजा रियान साहब ਨੂੰ ਬੁਲਾਣੇ ਆ ਸ਼ਾਇਦ ख्वाजा रियान साहब ਇਹਨਾਂ ਦੀ ਜਮਾਤ ਦੇ ਨੇ ਉਹ ਲੈ ਦੇਣਗੇ ਤੁਹਾਨੂੰ ਤਾਂ ਅੱਛਾ ਥੱਲੇ ਵੀ ਇੱਕ ਆਇਆ ਵੈਸੇ ਜਵਾਬ यसू और किसी भी ईसा जमाने में एक बंदे को मैं इस सवाल का जवाब लै। जजा साहब फरमा रहे ने यसू और ईसा एक ही है दूसरा फर्जी यसू ईसाइयों का खुदा है ए जवाब है जी ਇਹਦੇ ਤੋਂ ਕੀ ਸਾਬਤ ਹੋਇਆ? कि एक शख्सियत है ਇਹ ਤੇ ਉਹੀ ਹੋਇਆ ਨਾ, ਇੱਕ ਗਲਤੀ ਦਾ ਜ਼ਾਲਾ ਹੀ ਲਿਖੀ ਹੈ ਨਾ ਇੱਥੇ ਜਦੋਂ ਉਹ ਕਹਿੰਦਾ ਉਹ ਈਸਾਈਆਂ ਦਾ ਫਰਜ਼ੀ ਯਿਸੂ ਹੈ। यसू और ईसा एक मतलब है दो ने शख्सियत। यसू और ईसा एक है जवाब आ गया जी एक शख्सियत है जी हेलो जी ਚਲੋ ਜੀ टैप करो सारे ਭਾਈ ਹੈਲੋ ਉਹ ਨਿਸ਼ਾਨ ਪਿਸ਼ਾਬ ਨਾਲ ਦਾੜੀ ਉਹ ਧੋਤੀ ਨਿਸ਼ਾਨ। ਜਾਏ ਜਵਾਬ ਮਿਲ ਗਿਆ। ਉਹ ਨਿਸ਼ਾਨ ਭਾਈ यार कुछ इंसान है तू के मुंह में पेशाब करूं इंसान है तू इंसान दी औलाद है तू बकवास करने पे घंटा हो गया अब शाप रहे हैं शर्म कर यार मिर्जा ये मसरूर मिर्जा साहब की पेशाब तालीम है। करवाना चाहता है ये मिर्जा मसरूर और मिर्जा आपका भाई कह रहा था। वो भाई कह रहा था तू तेनू कोई गैरत है सीधी तरह तू जवाब गैरत कर भाई दो है वो एक है। तेरे बाप की पेशाब, तेरी बाप की उम्र है वो तू घंटा हो गया बकवास कर रहे हैं पे शर्म कर यार ਕੌਣ ਮੇਰੇ
कौन मेरे बाप अरे को मरता है? सब वो जरा बंदा थल्ला बैठा यार साहब। पेशाब किया जाए, मिर्जा मसरूर के मुंह में पेशाब किया जाए, ये कुछ नहीं चाहते हैं। छोड़ेंगे, मेरा बंदा छोड़े जिस सर, बंदे छोड़े ने please। जिस बंदे ने किया कि अगर जवाब ला यार उस वो बुजुर्ग बंदे ਉਹਨਾਂ ਗੱਲ ਅਗਰ ਕਰ ਦਿੱਤੀ ਤੇ ਤੂੰ ਪੜਿਆ ਲਿਖਿਆ ਬੰਦਾ ਹੀ ਅਨਪੜ੍ਹ ਹੈ ਜਾਂ ਬਿਲਕੁਲ ਹੀ ਤੈਨੂੰ ਕੋਈ ਅਹਿਸਾਸ ਹੀ ਨਹੀਂ। ਤੁਸੀਂ ਕਹਿੰਦੇ ਹੋ ਅਸੀਂ ਜੀ ਨਹੀਂ, ਅਗਰ ਸਾਰਿਆਂ ਨਾਲ ਮੁਹੱਬਤ ਕਰਦੇ ਹਾਂ, ਨਫ਼ਰਤ ਕਿਸੇ ਨਾਲ ਨਾ ਕਰਦੇ। ਯਾਰ ਕੁਝ ਤਰੀਕਾ ਹੁੰਦਾ ਗੱਲ ਕਰਨ ਦਾ। बुजुर्ग देखो, बुजुर्ग अपना रवैया थे चल एक दफा उन्हें कह देता, चल गलती होगी उन्होंने कह देता उन्हें, लेकिन तू ही तो गल पकड़ ली। कुछ तरीका कार तो नहीं ना है यार, कुछ तरीका होना गल करन दा यार। चंगा भला पढ़िया लिखिया बंदा नजर रखने पे वो साहब जवाब तो फिर भी नहीं आया, इसकी जवाब तो फिर भी नहीं आया। बुजुर्गों ਤੁਸੀਂ ਕਹੋ ਕਿ ਬਜ਼ੁਰਗੋ ਇਸ ਤਰ੍ਹਾਂ ਗੁਫ਼ਤਗੂ ਵਿੱਚ चलो बुजुर्ग ਉਹਨਾਂ ਦੇ ਜਵਾਬ ਚਲੋ ਉਹ ਡਿਬੇਟਰ ਤੇ ਨਹੀਂ ਨਾ, ਉਹ ਡਿਬੇਟਰ ਤੇ ਨਹੀਂ ਨਾ ਜਵਾਬ ਦੋਗੇ ਤੇ ਨਾ ਤੇਰੇ ਨਾਲ ਡਿਬੇਟ ਕਰ ਰਹੇ ਨਾ, ਵੈਸੇ ਗੱਲ ਕੀਤੀ ਡਿਬੇਟਰ ਕੌਣ ਇੱਥੇ ਡਿਬੇਟਰ ਸਵਾਏ ਮੇਰੇ ਕੌਣ ਜੇ ਹੈ? ਮੇਰੇ ਸਵਾ ਕੋਈ ਡਿਬੇਟ ਇੱਥੇ ਹੈ ਨਹੀਂ। ਤੂੰ ਕਿਹੜਾ ਡਿਬੇਟਰ ਹੈ? ਤੈਨੂੰ ਬਿਲਕੁਲ ਪਤਾ ਨਹੀਂ ਅਲਫ ਦਾ ਵੀ ਤੂੰ ਡਿਬੇਟਰ। मेरे सामने कोई बंदा अपना तारुफ करा के अपने दीन की तबलीग नहीं कर सकता। ਸਭ ਤੋਂ ਪਹਿਲੇ ਡਿਬੇਟਰ ਦਾ ਕੰਮ ਹੁੰਦਾ ਇੱਜ਼ਤ ਇਤਰਾਮ ਨਾਲ ਦੂਸਰੇ ਬੰਦੇ ਨਾਲ ਮੁਖਾਤਬ ਹੋਣਾ। मैं कह रहा ना, मेरे सामने मुर्जा साहब कोई को गाली बंदा- ना दे, गाली ना दे। एक मिनट, ये मेहर साहब आए हैं जी, मेहर तैयब साहब, आप कोई तारुफ कराएं अपना। वालेकुम सलाम। ठीक है, हमारा सवाल ये है कि आप जमात अहमदिया से हैं या मुसलमान हैं? मैं मुसलमान हूँ। अच्छा जी, फिर तो बहुत अच्छी बरेलवी बात के है। देवबंदी, बरेलवी के देवबंदी के शिया अच्छा जी, गल इस तरह है कि तुसी लोग जेड़े आंदे हो मुसलमान केड़ा बरेलवी के देवबंदी हो। सुन लो यार, मेरा सवाल सुन लो ना, फिर गल कर रहे। तुसी लोग आंदे हो कि नबी करीम सल्लल्लाहु अलैहि वसल्लम ने मिर्जा गुलाम अहमद कादियानी दी पेशगोई नहीं की। मैं साबित करना नबी करीम सल्लल्लाहु अलैहि वसल्लम मिर्जा कादियानी दी पेशगोई की है। साबित ना करा ते जो काले चोर दी सजा मेरी सजा। अच्छा माशा कितनी है मिर्जा साहब दी पेशगोई सी, मिर्जा साहब इस पासे आए ने। मैं कहना पिया मैं ये कौन सी ओने सही हदीस तो सही हदीस साबित करना, सही हदीस तो साबित बिल्कुल मिर्जा साहब सच्चे ने, उन्हां दी पेशगोई सी। आ के मिर्जा साहब करो जी साबित को मेहर साहब साबित दज्जाल कज़ाब कहा जी। है मेरी ना, गल सुनो जी साबित भाईजान, करना। पेशगोई की है ना, गल है नबी दज्जाल करीम कज़ाब मैं आई है। कि मेरी सुन लो ना, सुन लो नबी करीम सल्लल्लाहु अलैहि वसल्लम मैं कि मेरी उम्मत च 3 दज्जाल पैदा होंगे, 3 झूठे पैदा होंगे। ते मिर्जे ने झूठा दावा किया ते पेशगोई मिर्जे दी होई कि ना होई? दसो 100% ठीक। देखो इस तरह की पेशगोई कोई नहीं है नबी करीम सल्लल्लाहु अलैहि वसल्लम दी। सही हदीस अल्लाह दे बंदेया, सही हदीस है की गल करना और तू हदीस पढ़ेगा ना, हदीस पढ़ेगा और विच है नहीं उस लिखी आवे कि वो गुमान करन दे, वो गुमान करन दे। अच्छा जी, मेरी गल सुनो, गुमान करन दे कि ओ नबी ने उनका गुमान होवेगा। वो जेडे 3 सन ना गुमानी, वो ते कितनी देर दे पूरे हो गए ने। ते नबी उतरियां ना दस छड़, उतरियां ना दस ना लिखा करतरी पूरे लिखा ना। और तू ना ऐसा कर, तो दूसरी बढ़ाड़ ते आज तेन मैं सारे गिनाना एक एक करके, तो दूसरी एक बढ़ाड़ मिनट भाईजान नजीर साहब, एक मिनट ना लिखा ਉੱਥੇ ਆ ਤੂੰ ਤੇ ਇੱਕ ਝੂਠ ਬੋਲਿਆ ਹਦੀਸ ਤੇ ਕਿ ਦਾਵਾ ਕਰ ਭਾਈ ਉੱਥੇ ਲਿਖਿਆ ਗੁਮਾਨ 15 ਨਾ ਲਿਖਾ ਦੇ, 15 ਲਿਖਾ ਦੇ, 3 ਨਾ ਲਿਖਾ, 15 ਲਿਖਾ ਦੇ। एक मिनट नजीर साहब, एक मिनट प्लीज नजीर साहब, सुन लो ना। मिर्जा साहब ने फरमाया वे कि नबी करीम सल्लल्लाहु अलैहि वसल्लम जेरे ना ओ जनाब जी नबी तराश नबी ने, खातम नबी ने। मैं आप सल्लल्लाहु नबी तराश, अलैहि वसल्लम का मौजज़ा हूं। मैं आप सल्लल्लाहु अलैहि वसल्लम का मौजज़ा हूं ना। नबी तराश की जरूरत अल्लाह ताला ने मबूस कीता है, क्योंकि जितना चेर तुसी अल्लाह ताला दा निशान ना दिखाया जावे ਉਹਨਾਂ ਚਿਰ ਤੁਸੀਂ ਬਾਤਨ ਨੂੰ ਤੁਸੀਂ ਆਜਜ਼ ਨਹੀਂ ਕਰ ਸਕਦੇ। ਦੇਖੋ देखो क्योंकि देखो मैं कह रहा मौजज़ाती नबी ना, नबी ना, इस वास्ते वो नबी ने अपनी
ਇਹ ਬੰਦਾ ਕੌਣ ਜੇ ਗੱਟਾ ਰੇਲ ਬਾਹਰ ਸੱਟੋ ਕਿਸੇ ਪਾਸੇ मिर्जा गुलाम कादियानी की ਮੈਂ गल कर ਚੱਲਾ ਜਾਵੇ ਗੱਟੋ ਤੁਸੀਂ ਗੱਟਰ ਰੱਖੋ कि मिर्जा गुलाम कादियानी ने क्या किधर दावा की था यार आप गालियां देते हैं, किधर गया आप गालम गलोच करते हैं ना। केड़ी गाली देती है नो मोबाइल बंदा। अस्सलामुअलैकुम। वालेकुम सलाम। वालेकुम मतलब अस्सलाम कैसर साहब आज कोई जैक साथी साहब। आज कोई जैक काम ठीक नहीं कर रहा जैक ਤੁਹਾਡਾ। नहीं वो बड़ी इल्मी शख्सियत ने जिशान साहब दलाइल दी रोशनी ਉਹਨਾਂ ਦੇ ਕੋਲ ਬਹੁਤ ਹੈ ਲੇਕਿਨ ਤੁਸੀਂ ਗਾਲਾਂ ਕੱਢ ਦਿੰਦੇ ਹੋ ਨਾ ਯਾਰ। ਗਾਲਾਂ ਨਾ ਕੱਢਿਆ ਕਰੋ ਯਾਰ, ਗਾਲਾਂ ਨਾ ਕੱਢਿਆ ਕਰੋ। ਗਾਲ ਨਹੀਂ ਕੱਢਣੀ ਚਾਹੀਦੀ ਬਿਲਕੁਲ ਵੀ। ਮੁਸਲਮਾਨ ਦਾ ਕੀ ਕੰਮ ਹੈ ਗਾਲ ਕੱਢ ਦੇਣਾ? ਵਾਹ ਨਾ ਨਹੀਂ ਨਹੀਂ ਗਾਲ ਨਹੀਂ ਕੱਢਣੀ ਚਾਹੀਦੀ। ਹਾਂ ਅਗਲਾ ਕੋਈ ਕੱਢੇ ਤੇ ਫਿਰ ਚਲੋ ਹਾਂ ਫਿਰ ਚਲੋ ਰਿਬਟਲ ਵਿੱਚ ਕੁਝ ਹੋ ਹੀ ਜਾਂਦਾ ਥੋੜਾ ਬਹੁਤਾ। ਥੋੜਾ ਬਹੁਤ ਚਲੋ ਚੱਲਦਾ ਰਹਿੰਦਾ ਹੈ ਕੋਈ ਨਹੀਂ। ਹਾਂਜੀ। ਇਹ ਹੈ ਕਿ ਉਹ ਬੜੀ ਇਲਮੀ ਸ਼ਖਸੀਅਤ ਨੇ ਉਹਨਾਂ ਬੜੀ ਜ਼ਬਰਦਸਤ ਗੁਫ਼ਤਗੂ ਹੁੰਦੀ ਹੈ ਇੱਥੇ। ਅੱਜ ਨਹੀਂ ਸਵਾਲ ਦੇ ਸਕੇ ਜਵਾਬ ਨਹੀਂ ਦੇ ਸਕੇ। ਵੈਸੇ ਉਹ ਕਹਿੰਦੇ ਨੇ ਨਬੀ ਤਰਾਸ਼ ਨੇ तो बहुत कैसे कैसी गल्लां करते ने यार। जवाब तो ਤੁਹਾਨੂੰ ਸਾਰਿਆਂ ਨੂੰ ਲੈ ਕੇ ਦੇ ਹੀ ਦੇਣੇ ਸਵਾਲਾਂ ਦੇ। आ रही मलिक साहब रुक रुक के आ रही है। कदे कहंदा है नबूवत बख्श नबी, कदे कुछ कहंदा है, कदे कुछ कहंदा है। पता नहीं कित्थों आ गई ये कौम। ਇਹ ਆਪਣਾ ਮਤਲਬ ਕੈਸਰ ਸਾਹਿਬ जी जी भाई। ਇਹ ਤੁਸੀਂ ਅਗਰ ਮੇਰੀ ਡੀਪੀ ਤੇ ਕਲਿੱਕ ਕਰਕੇ ਤੇ ਮੇਰੇ ਇਨਬਾਕਸ ਵਿੱਚ ਜਾ ਸਕਦੇ ਹੋ। नहीं जनाब ਇੰਜ ਨਾ ਕਰੋ। नहीं इस टाइम नहीं जा सकता ना। जा सकते हो जा सकते हो। ਤੁਹਾਡੀ ਡੀਪੀ ਤੇ ਕਲਿੱਕ ਕਰਕੇ ਜੇ ਕੀ ਤੂੰ ਕਰਨਾ? ਮੈਸੇਜ दोबारा ਇਹਨਾਂ ਦਾ ਜਿਹੜਾ ਗੋਲਦਾਰ ਆਵੇਗਾ ਉਹਦੇ ਤੇ ਦੁਬਾਰਾ ਕਰ। ਉਹ ਤੁਹਾਨੂੰ ਇੱਕ ਮੈਸੇਜ ਚੈੱਕ ਕੀਤਾ ਉਹ ਵੇਖ ਕੇ ਆਵੋ। नहीं नहीं जाया जा रहा भाई। हाँ ਨਹੀਂ ਇਸ ਤਰ੍ਹਾਂ ਨਹੀਂ ਜਾਣਾ। ਉਹਨਾਂ ਦੀ ਇਹਨਾਂ ਦੀ ਡੀਪੀ ਤੇ ਕਲਿੱਕ ਕੀਤਾ ਹੈ। हाँ जी कीता है भाई जी। तैर अमजद साहब आ ਉਸ गए ਤੋਂ ने। ਬਾਅਦ ਇਹਨਾਂ ਦੀ ਜਿੱਥੇ ਤਸਵੀਰ ਆਉਂਦੀ ਉੱਥੇ ਕਲਿੱਕ ਕਰੋ। ਕੀਤਾ ਉੱਥੇ ਨਹੀਂ ਕਲਿੱਕ ਹੋ ਰਿਹਾ। ਆ ਗਏ ਨੇ ਤਾਹਿਰ ਅਮਜਦ ਸਾਹਿਬ। ਕੱਲ ਇਹਨਾਂ ਦੀ ਬੜੀ ਜ਼ਰੂਰਤ ਪੈ ਗਈ ਸੀ ਇੱਕ ਜਗ੍ਹਾ ਤੇ ਲਿਖ ਲੈ ਨੇ। ਅਸਤਗਫਿरुल्लाह रब्बी मिन कुल्लि ज़ंबि व अतूबु अलैह। ਨਜ਼ੀਰ ਸਾਹਿਬ सुबह एक भाई आए सन अपना वो चौधरी वड़ायत साहब सन जमाते अहमदिया दे बहुत नो मोबाइल सन वो भी। अच्छा अच्छा। ਤੇ ਉਹਨਾਂ ਨੇ ਆ ਕੇ ਜਨਾਬ ਸਵੇਰੇ ਮੈਨੂੰ ਕਿਹਾ ਕਿ ਕੁਰਾਨ ਪਾਕ ਤੁਹਾਨੂੰ ਪੜ੍ਹਨਾ ਆਉਂਦਾ ਹੈ। ਉਹ ਭਾਈ ਮੈਂ ਕਿਹੜੀ ਗੁਸਤਾਖੀ ਕਰ ਦਿੱਤੀ ਉਹ ਜੱਜੇ। ਤੇ ਮੈਂ ਉਸ ਨੂੰ ਇੱਕ ਆਇਤ ਪੜ੍ਹ ਕੇ ਦੱਸੀ ਤੇ ਫਿਰ ਉਸਨੇ ਇੱਕ ਇਤਰਾਜ਼ ਕੀਤਾ। ਯਾਨੀ ਇਤਰਾਜ਼ ਮੈਂ ਤੁਹਾਨੂੰ ਦੱਸ ਦੇਵਾਂ। ਇੱਕ ਬੜੀ ਜ਼ਬਰਦਸਤ ਕਿਸਮ ਦੀ ਹਦੀਸ ਹੈ ਲੇਕਿਨ ਉਸ ਕਾਦੀਆਨੀ ਨੇ ਮਤਲਬ ਬੜੀ ਉਸਨੂੰ ਗਲਤ ਰੰਗ ਦੇ ਵਿੱਚ ਪੇਸ਼ ਕੀਤਾ। ਤੁਹਾਨੂੰ ਵੀ ਪੇਸ਼ ਕੀਤਾ ਜਾਵੇ ਤੇ ਤੁਹਾਡੇ ਕੋਲ ਜਵਾਬ ਹੋਣਾ ਚਾਹੀਦਾ। जी जी। ਅਵਲ ਤੇ ਖੈਰ ਸੀ ਉਸਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਉਹ ਭਾਈ ਮੈਂ ਤਾਂ ਸਾਰਾ ਦਿਨ ਹੀ ਤੋਬਾ ਕਰਦਾ ਰਹਿਣਾ ਜੱਜੇ। नबी करीम सल्लल्लाहु अलैहि वसल्लम ते एक इतराज उठाया कादियानी ने जी। नबी करीम सल्लल्लाहु अलैहि वसल्लम ने खुदकशी दी कोशिशां कीतियां पहाड़ी ते चढ़ के छलांग लगाने दी कोशिशां कीतियां। ये तो उस दिन उठे भी दूसरा 112 भी ये इतराज उठा रहा सी। तौबा इस्तगफार तौबा इस्तगफार तौबा। समझ गए फिर? उसने हदीस पेश कीती एक कि ए पढ़ लें कि ਤੁਹਾਡਾ ਨਬੀ ਜਿਹੜਾ ਜਿਹਨੂੰ ਤੁਸੀਂ ਇਹ ਕਾਦੀਆਨੀ ਕਰ ਸਕਦਾ ਇਹ ਜਿਹਾ ਕੰਮ। और कोई नहीं कर सकता। कोई मुसलमान तो ये बारे सोच भी नहीं सकता क्योंकि बहुत ज्यादा प्यार कर रहे ना रसूलुल्लाह सल्लल्लाहु अलैहि वसल्लम ना। हाँ और ये हदीस है 6982। ਹੁਣ ਦੇਖੋ ਇਹ ਹਦੀਸ ਜਿਹੜੀ ਬਿਆਨ ਕੀਤੀ ਗਈ ਹੈ ਬਿਲਕੁਲ ਠੀਕ ਹੈ ਲੇਕਿਨ ਇਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦਾਅਵੇ ਨਬੂਵਤ ਤੋਂ ਪਹਿਲੇ ਦੀ ਹੈ ਬਾਅਦ ਦੀ ਨਹੀਂ। इसका जवाब सिर्फ और सिर्फ इतना ही है। जी जी। ओ थल्ले जजा ਤੁਹਾਡੇ ਕੋਲ ਕੀ ਪੁੱਛਿਆ ਜੀ ਨਬੀ ਤਰਾਸ਼ ਇਹਨਾਂ ਦਾ ਬੰਦਾ ਕਹਿ ਕੇ ਗਿਆ ਨਾ ਹੁਣੀ। मलिक साहब
अच्छा सिखाओ सिखाओ बिल्कुल। ਇਹ ਗਲਤ ਜਵਾਬ ਫੈਲ ਜੇ ਨਾ सही बुखारी ਹਾਂਜੀ ਮੈਨੂੰ ਪਤਾ ਸਹੀ ਬੁਖਾਰੀ ਸੇ ਇਹ ਗਲਤ ਜਵਾਬ ਫੈਲ ਜੇ ਤੇ ਗੁੰਮਰਾਹੀ ਫੈਲਣ ਵਾਲੀ ਗੱਲ ਹੈ। ਇਸ ਹਦੀਸ ਨੂੰ ਬਿਆਨ ਕੀਤਾ ਉਮੁਲ ਮੋਮਿਨੀਨ ਆਇਸ਼ਾ ਸਿद्दीक़ा रजी अल्लाह ताला अन्हा ने। बिल्कुल यही गल है। और उन्होंने सिर्फ इतना ही बयान किया कि इब्तदा विच वही आने तो बाद वही रुक गई जी ਉਹਦੇ ਚ कुछ अरसा वास्ते वही नाजल नहीं हुई। इस तो अगले अल्फाज उम्मुल मोमिनीन सैयदा आयशा सिद्दीक़ा रज़ी अल्लाह ताला अन्हा दे नहीं है, बल्कि इस तो अगले अल्फाज ज़ोहरी दे किस दिन है? ज़ोहरी है ज़ोहरी उन्होंने अच्छा ज़ोहरी एक ताबी ने उन्होंने ये गल क्यों सुनी कि यह गल साढ़े तक पहुंची है कि माज़अल्लाह नबी अलैहिस्सलाम इन्ने परेशान होए कि पहाड़ी दूर खुदकुशी कर रहे थे। लेकिन ये गल ना नबी पाक ने फरमाई, ना उम्मुल मोमिनीन ने फरमाई, ना किसी और साहबी ने की। ਇਹ ਜ਼ੋਹਰੀ ਦਾ ਆਪਣਾ ਇਦਰਾਜ ਇਹਨੂੰ ਕਹਿੰਦੇ ਨੇ ਇਦਰਾਜ ਜ਼ੋਹਰੀ। ਹੋਰ ਵੀ ਕਈ ਰਵਾਇਤਾਂ ਦੇ ਵਿੱਚ ਜ਼ੋਹਰੀ ਨੇ ਆਪਣਾ ਇਦਰਾਜ ਕੀਤਾ ਹੈ, ਯਾਨੀ ਜਦੋਂ ਉਹ ਰਵਾਇਤ ਬਿਆਨ ਕਰਦੇ ਨੇ ਤੇ ਜਿਹੜੇ ਰਾਵੀ ਦੇ ਅਲਫਾਜ਼ ਹੁੰਦੇ ਨੇ ਉਹਦੇ ਤੋਂ ਇਲਾਵਾ ਕੁਝ ਆਪਣਾ तबसरा कह लो या अपना एडिशन कह लो, लेकिन वो अलग होंगे, वो नजर आ रहा होंगे, उसदे कोई खयानत नहीं है, खयानत नहीं करते, लेकिन वो इस तरीके नाल रवायत नूं बयान करते हैं कि रावी दे अल्फाज आए ने इस रवायत के बारे सनद सॉरी मतन दे अल्फाज है नहीं ने, लेकिन मैं यह गल भी सुनी है। ਇਹੋ ਜਿਹੀਆਂ ਗੱਲਾਂ ਵੀ ਲੋਕੀ ਕਰਦੇ ਸਨ। ਇਹਨਾਂ ਨੂੰ ਮੁਹੱਦਿਸੀਨ ਦੀ ਜ਼ੁਬਾਨ 'ਚ ਕਹਿੰਦੇ ਨੇ ਇਦਰਾਜ ਜ਼ੋਹਰੀ। ਜ਼ੋਹਰੀ ਦਾ ਇਦਰਾਜ। ਸੋ ਇਹ ਜਿਹੜੀ ਗੱਲ ਹੈ ਕਿ ਨਬੀ अलैहिस्सलाम ਖੁਦਕੁਸ਼ੀ ਕਰ ਲੈਣ ਲੱਗੇ ਸੀ, ਇਹ ਸਿਰਫ ਔਰ ਸਿਰਫ ਇਦਰਾਜ ਜ਼ੋਹਰੀ ਹੈ। ਇਹਦੀ ਕੋਈ ਬੁਨਿਆਦ ਨਹੀਂ, ਇਹਦੀ ਕੋਈ ਸਨਦ ਨਹੀਂ, ਬਲਕਿ ਉਹਨਾਂ ਨੇ ਕਿਉਂ ਸੁਣੀ ਸੁਣਾਈ ਗੱਲ ਪੇਸ਼ ਕਰਕੇ ਕਿ ਇਹ ਵੀ ਮੈਂ ਸੁਣੀ ਹੈ। ਲੇਕਿਨ ਅਗਰ ਇਹ ਵਾਕਿਆ ਸਹੀ ਹੁੰਦਾ, ਇਹ ਗੱਲ ਸਹੀ ਹੁੰਦੀ, ਅਥੈਂਟਿਕ ਗੱਲ ਹੁੰਦੀ, ਤੇ ਜਦੋਂ ਉਮੁਲ ਮੋਮਿਨੀਨ ਸੈयदा आयशा सिद्दीक़ा रज़ी अल्लाह ताला अन्हा ने बाकी सारी गल बयान की है इनकताए वही दे बारे, गल भी तो बयान कर सकते हैं सर ना। अगर उन्होंने कोई इस तरह की गल होंगी नबी पाक ने उन्होंने शेयर की होंगी, नबी अलैहिस्सलाम ने कई गल्लां अपने माजी दियां उम्मुल मोमिनीन नाल अज़वाज नाल भी कीतियां, जिस तरह सईदा खदीजतुल कुबरा रज़ी अल्लाह ताला अन्हा नूं आप बड़ा याद करते सन। तो उम्मुल मोमिनीन आयशा सिद्दीक़ा रज़ी अल्लाह ताला अन्हा ने कहा कि नबी पाक उन्होंने बड़ा याद करते सन, उन्होंने बड़ा तज़किरा करते सन। जदों भी कोई वाक़या हुंदा ते आप कहंदे अगर खतीजा हुंदी तो फिर इंज हुंदा, अगर खतीजा जो होती तो ऐसे होता। हत्ता कि उन्होंने जड़ियाँ सईदा खदीजतुल कुबरा रज़ी अल्लाह ताला अन्हा दियां जड़ियाँ सहेलियां सन, दोस्तां सन, अगर वो कदे नबी पाक दे घर आ जांदियां
ਤੇ ਨਬੀ ਪਾਕ ਉਹਨਾਂ ਦਾ ਵੀ ਖਸੂਸੀ ਇਤਰਾਮ ਕਰਦੇ ਕਿ ਖਦੀਜਾ ਦੀ ਸਹੇਲੀ ਤੇ ਉਹਨਾਂ ਦੀ ਦੋਸਤ ਤੇ ਉਹਨਾਂ ਦੇ ਮੁਹੱਬਤ ਪਿਆਰ ਕਰਨ ਵਾਲੀ ਉਹਨਾਂ ਦੀ ਯਾਨੀ ਸਹੇਲੀ ਹੈ, ਉਹਨਾਂ ਨੂੰ ਖਸੂਸੀ ਰਿਸਪੈਕਟ ਦਿੰਦੇ। ਨਬੀ ਪਾਕ ਮਾਜ਼ੀ ਦੀਆਂ ਗੱਲਾਂ, ਤਾਇਫ ਵਾਲਾ ਵਾਕਿਆ ਉਹਨਾਂ ਨੂੰ ਬਿਆਨ ਕੀਤਾ ਉਮੁਲ ਮੋਮਿਨੀਨ ਕਿ ਮੈਂ ਤਾਇਫ ਗਿਆ ਤੇ ਇਹ ਵਾਕਿਆ ਉੱਥੇ ਪੇਸ਼ ਆਇਆ, ਇਸ ਤਰ੍ਹਾਂ ਮੈਨੂੰ ਉਹਨਾਂ ਨੇ ਪੱਥਰ ਮਾਰੇ, ਮੈਂ ਜ਼ਖਮੀ ਹੋਇਆ। ਕਿਉਂਕਿ ਉਮੁਲ ਮੋਮਿਨੀਨ ਤੇ ਬਾਅਦ ਚ ਨਿਕਾਹ ਚ ਆਈਆਂ ਨੇ ਨਾ। ਤਾਇਫ ਵਾਲਾ ਵਾਕਿਆ, ਸਈਦਾ ਖਦੀਜਾ ਦਾ ਨਿਕਾਹ ਵਾਲੀ ਜ਼ਿੰਦਗੀ, ਉਹ ਤਾਂ ਪਹਿਲੇ ਦੇ ਵਾਕਿਆ ਤੇ ਨਬੀ ਪਾਕ ਨੇ ਉਹਨਾਂ ਨਾਲ ਮਾਜ਼ੀ ਦੀਆਂ ਗੱਲਾਂ ਸ਼ੇਅਰ ਕੀਤੀਆਂ ਨੇ। ਅਗਰ ਇਹ ਗੱਲ ਨਬੀ ਅਲੈਹਿਸ ਸਲਾਮ ਨੇ ਉਹਨਾਂ ਨਾਲ ਸ਼ੇਅਰ ਕੀਤੀ ਹੁੰਦੀ ਤਾਂ ਜ਼ਰੂਰ ਬਿਆਨ ਕਰਦੀ, ਕਿਉਂਕਿ ਬਹੁਤ ਜ਼ਿਆਦਾ ਉਹਨਾਂ ਰਵਾਇਤਾਂ ਬਿਆਨ ਕੀਤੀਆਂ ਨੇ ਨਬੀ ਪਾਕ ਦੀ ਜ਼ਿੰਦਗੀ ਦੇ ਬਾਰੇ, ਅਜ਼ਵਾਜੀ ਜ਼ਿੰਦਗੀ ਦੇ ਬਾਰੇ। ਜੇ ਸਈਦਾ ਆਇਸ਼ਾ ਨੇ ਇਹ ਗੱਲ ਬਿਆਨ ਨਹੀਂ ਕੀਤੀ, ਅਸੀਂ ਇਸ ਗੱਲ ਨੂੰ ਕਬੂਲ ਨਹੀਂ ਕਰਦੇ। ਇਹਨੂੰ ਕਹਿੰਦੇ ਨੇ ਮਤਨ ਦਾ, ਯਾਨੀ ਮਤਨ ਦੇ ਵਿੱਚ ਇੱਕ ਡਿਫੈਕਟ ਹੈ। ਵੈਸੇ ਸਨਦ ਸਹੀ ਹੈ, ਵੈਸੇ ਇਹਨੂੰ ਅਸੀਂ ਸਨਦਨ ਸਹੀ ਹਦੀਸ ਕਹਿੰਦੇ, ਬੁਖਾਰੀ ਦੀਆਂ ਸਾਰੀਆਂ ਹਦੀਸਾਂ ਸਹੀ, ਲੇਕਿਨ ਸਨਦਨ ਸਹੀ। ਮਤਨ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦਾ ਇਸਤਰਾਬ ਹੋ ਸਕਦਾ ਹੈ ਕਿ ਉਹਦੇ ਵਿੱਚ ਕੋਈ ਐਸੀ ਗੱਲ ਬਿਆਨ ਕੀਤੀ ਹੋਵੇ, ਅਦਰਾਜ ਜ਼ੋਹਰੀ ਹੋ ਜਾਏ ਜਾਂ ਉਹ ਕਿਸੇ ਦੂਸਰੀ ਰਵਾਇਤ ਨਾਲ ਉਹਦਾ ਟਕਰਾਓ ਹੋਵੇ, ਉਹਦੇ ਉੱਤੇ ਕਲਾਮ ਕੀਤਾ ਹੋਵੇ। ਲਿਹਾਜ਼ਾ ਇਹ ਮਤਨ ਦਾ ਖਰਾਬ ਹੈ, ਇਹਨੂੰ ਕਦੇ ਵੀ ਆਇੰਦਾ ਨਾ ਬਿਆਨ ਕਰਨਾ ਕਿ ਗੱਲ ਸਹੀ ਹੈ, ਦੀ ਸਹੀ ਹੈ, ਨਬੀ ਪਾਕ ਦਾ ਇਹ ਵਾਕਿਆ ਸਹੀ ਹੈ। ਔਰ ਨਹੀਂ, ਇਹ ਬਿਆਨ ਕਰਦੇ ਨੇ, ਮੈਂ ਤੇ ਇਹ ਬਿਆਨ ਹੀ ਨਹੀਂ ਕੀਤੀ, ਇਹ ਬਿਆਨ ਕਰਨ ਤੇ ਫਿਰ ਮੈਂ ਇਹਨੂੰ ਖੋਲ ਕੇ ਪੜ੍ਹਿਆ, ਲੇਕਿਨ ਤੁਸੀਂ ਮੇਰੀ ਗਲਤੀ ਦਰੁਸਤ ਕਰ ਦਿੱਤੀ ਤੇ ਬਹੁਤ ਅੱਛੀ ਗੱਲ ਹੈ, ਮਾਸ਼ਾਅੱਲਾ, ਜ਼ਬਰਦਸਤ ਹੋ ਗਿਆ। ਹੁਣ ਮੈਨੂੰ ਸਹੀ ਸਮਝ ਆ ਗਿਆ। ਤੇ ਵੈਸੇ ਵੀ ਮਸਲਾ ਇਹ ਕਿ ਰਾਤ ਦੇ ਟਾਈਮ ਡਰਾਈਵ ਕਰਦੇ ਵੀ ਹੈ ਨਾ, ਫਿਰ ਮੋਬਾਈਲ ਦੀ ਸਕਰੀਨ ਉੱਕਾ ਹੀ ਨਹੀਂ ਵੇਖਣ ਹੁੰਦੀ ਆ। ਹਾਂ, ਨਹੀਂ ਦੇਖਣ ਹੁੰਦੀ, ਬਿਲਕੁਲ ਸਹੀ ਕਹਿ ਰਹੇ। ਅਗਰ ਤੁਸੀਂ ਦਿਹਾੜੀ ਦੇ ਟਾਈਮ ਹੀ ਹਦੀਸ ਮੇਰੇ ਸਾਹਮਣੇ ਖੋਲ ਕੇ ਪੜੋਗੇ ਨਾ, ਉਹਦੇ ਮਤਨ ਦੇ ਵਿੱਚ ਇਹੋ ਹੀ ਗੱਲ ਹੈ ਜਿਹੜੀ ਮੈਂ ਸਮਝ ਗਏ। ਇਮਾਮ ਜ਼ੋਹਰੀ ਨੇ ਇਹ ਆਪਣਾ ਇਤਰਾਜ਼ ਕੀਤਾ, ਆਪਣੀ ਤਰਫੋਂ ਗੱਲ ਵਿੱਚ ਐਡ ਹੁੰਦਾ। ਪਤਾ ਕੀ ਹੈ, ਜਿਹੜਾ ਹੈ ਨਾ ਤਾਬੀ ਜੀ, ਉਹ ਨਬੀ ਅਲੈਹਿਸਸਲਾਤੁ ਵਸਸਲਾਮ ਦੇ ਬਾਰੇ ਕੋਈ ਗੱਲ ਨਹੀਂ ਕਰ ਸਕਦਾ। ਅਗਰ ਕਰੇਗਾ ਉਹ ਹੁਜਤ ਨਹੀਂ ਹੁੰਦੀ, ਕਾਬਿਲ ਕਬੂਲ ਨਹੀਂ ਹੁੰਦੀ। ਕਿਉਂ? ਕਿਉਂਕਿ ਤਾਬੀ ਦੀ ਨਬੀ ਪਾਕ ਨਾਲ ਮੁਲਾਕਾਤ ਹੀ ਨਹੀਂ ਹੈ। ਤਾਬੀ ਦੀ ਮੁਲਾਕਾਤ ਸਹਾਬੀ ਨਾਲ ਹੋਈ। ਹਾਂ, ਅਗਰ ਉਹ ਚੇਨ ਬਿਆਨ ਕਰੇ, ਉਹ ਕਵੇ ਕਿ ਮੈਂ ਸਈਦਨਾ ਉਮਰ ਨੂੰ ਮਿਲਿਆ ਜਾਂ ਸਈਦਨਾ ਅਬਦੁਰਰਹਿਮਾਨ ਬਿਨ ਔਫ ਨੂੰ ਮਿਲਿਆ ਜਾਂ ਸਈਦਨਾ ਅਬੂ ਹੁਰੈਰਾ ਨੂੰ ਮਿਲਿਆ, ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਹੈ ਤੇ ਮੈਂ ਉਹਨਾਂ ਕੋਲੋਂ ਸੁਣੀ ਹੈ। ਉਹ ਕਹਿੰਦੇ ਨੇ ਕਿ ਨਬੀ ਅਲੈਹਿਸਸਲਾਮ ਨੇ ਇਹ ਗੱਲ ਆਖੀ, ਫਿਰ ਉਹ ਕਰ ਸਕਦਾ ਹੈ। ਵਰਨਾ ਤਾਬੀ ਆਪਣੇ ਤੌਰ ਤੇ ਨਬੀ ਪਾਕ ਦੇ ਬਾਰੇ ਕੋਈ ਗੱਲ ਵੀ ਕਰੇ, ਉਹ ਹੁਜਤ ਨਹੀਂ ਹੁੰਦੀ, ਉਹ ਦਲੀਲ ਨਹੀਂ ਹੁੰਦੀ, ਉਹ ਕਾਬਿਲ ਕਬੂਲ ਨਹੀਂ ਹੁੰਦੀ, ਕਿਉਂਕਿ ਉਹਦੀ ਨਬੀ ਪਾਕ ਨਾਲ ਮੁਲਾਕਾਤ ਹੀ ਨਹੀਂ ਹੈ। ਤਾਬੀ ਜਦੋਂ ਵੀ ਗੱਲ ਬਿਆਨ ਕਰੇਗਾ, ਅਗਰ ਉਹ ਸਾਹਬੀ ਦਾ ਵਿੱਚ ਜ਼ਿਕਰ ਕਰੇ ਕਿ ਮੈਨੂੰ ਫਲਾਣੇ ਸਾਹਬੀ ਨੇ ਇਹ ਗੱਲ ਦੱਸੀ ਹੈ ਤੇ ਫਿਰ ਠੀਕ ਹੈ। ਲੇਕਿਨ ਜ਼ੋਹਰੀ ਨੇ ਇੱਥੇ ਗੱਲ ਕਰਦਿਆਂ ਆਪਣੇ ਆਪ ਨੂੰ ਲਹਿਦਾ ਕਰ ਲਿਆ, ਇਸ ਗੱਲ ਨੂੰ ਵਿੱਚੋਂ ਲਹਿਦਾ ਕਰ ਲਿਆ। ਉਮੁਲ ਮੋਮਿਨੀਨ ਦੀ ਜਿੰਨੀ ਰਵਾਇਤ ਹੈ ਸੀ, ਜਿੰਨੇ ਉਹਨਾਂ ਦੇ ਅਲਫਾਜ਼ ਬਿਆਨ ਕਰਦਾ ਸਨ, ਉਹਨਾਂ ਨੂੰ ਉਹਨਾਂ ਨੇ ਲਹਿਦਾ ਬਿਆਨ ਕੀਤਾ। ਆਪਣਾ ਜਿਹੜਾ ਇਦਰਾਜ ਹੈ ਉਹਨੂੰ ਲਹਿਦਾ ਮੈਂਸ਼ਨ ਕੀਤਾ। ਉਹ ਮਤਨ ਜਿਸ ਵੇਲੇ ਦਿਹਾੜੀ ਕਿਰੇ ਖੋਲ ਕੇ ਮੇਰੇ ਸਾਹਮਣੇ ਪੜੋਗੇ ਜਾਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਤੇ ਮੈਂ ਤੁਹਾਨੂੰ ਉੱਥੋਂ ਕੱਟ ਕੇ ਉਹਨਾਂ ਦੱਸ ਦੇਣਾ ਕਿ ਇਹ ਉਹਨਾਂ ਨੇ ਬਕਾਇਦਾ ਮੈਂਸ਼ਨ ਕੀਤਾ। ਜ਼ਬਰਦਸਤ। ਨਬੀ ਪਾਕ ਦੇ ਵੱਲ ਗੱਲ, ਹਾਂ, ਕੋਈ ਬੰਦਾ ਇਹੋ ਜਿਹੀ ਗੱਲ ਕਰੇ ਵੀ ਉਹਨੂੰ ਕੋਈ ਗਲਤ ਗੱਲ ਹੈ ਨਬੀ ਅਲੈਹਿਸਸਲਾਮ ਦੇ ਬਾਰੇ, ਇਹ ਗੱਲ ਇਹ ਗਲਤ ਹੈ, ਅਸੀਂ ਇਹਨੂੰ ਸਹੀ ਨਹੀਂ ਸਮਝਦੇ, ਮੁਸਲਮਾਨ ਇਹਨੂੰ ਸਹੀ ਨਹੀਂ ਸਮਝਦੇ। ਅਗਰ ਉਹਦੇ ਬਾਵਜੂਦ ਕੋਈ ਇਸ ਗੱਲ ਦੇ ਉੱਤੇ ਜ਼ਿੱਦ ਕਰੇ ਕਿ ਨਹੀਂ ਨਹੀਂ ਤੁਹਾਡੀ ਕਿਤਾਬ 'ਚ ਲਿਖੀ ਹੈ, ਤੁਸੀਂ ਇਹਨੂੰ ਕਬੂਲ ਕਿਉਂ ਨਹੀਂ ਕਰਦੇ, ਤੁਹਾਡੇ ਮਤੇ, ਉਹਨੂੰ ਕਹੋ ਵੀ ਕਿਤਾਬਾਂ ਦੇ ਤੁਹਾਡੀਆਂ 'ਚ ਬੜਾ ਕੋਈ ਲਿਖਿਆ ਨਾ, ਇਸਲਾਮੀ ਕੁਰਬਾਨੀ 'ਚ ਜੋ ਕੋਈ ਲਿਖਿਆ ਹੈ ਕਬੂਲ ਕਰਦੇ ਹੋ।
ਕਿਤਾਬਾਂ ਦੇ ਵਿੱਚ ਹਰ ਗੱਲ ਲਿਖੀ ਜਿਹੜੀ ਹੁੰਦੀ ਉਹ ਸਹੀ ਤੇ ਨਹੀਂ ਹੁੰਦੀ ਨਾ, ਕੋਈ ਸਹੀ ਵੀ ਹੁੰਦੀਆਂ ਨੇ ਕੋਈ ਗਲਤ ਵੀ ਹੁੰਦੀਆਂ ਨੇ। सही गल है। चलो बहुत अच्छा समझ गया मैं। ਰੋਕੋ ਐਸੇ ਬੰਦੇ ਨੂੰ। हाँ बस वो मिर्जई ने ना कुछ भी कह देंगे ने। अच्छा जरा कमेंट्स से थोड़ा ध्यान रखा करो ना अपना मलिक साहब। अच्छा जी मैं ध्यान रखूँ। नींद मैनू बना दो ਰੈਗੂਲਰ ਤੁਹਾਡੇ मॉडरेटर, ਇਹ ਗਾਹਕ ਬਣ ਗਏ ਨੇ ਰੈਗੂਲਰ, ਇਹਨਾਂ ਨੂੰ ਬਣਾ ਦਿਓ ਤੁਸੀਂ ਮੋਡਰੇਟਰ ਹੀ। ਮੈਨੂੰ ਬਣਾ ਦਿਓ। ਮੋਡਰੇਟਰ ਬਣਾ ਦਿਓ। मैनू बना दो, मैं जड़ा ना करता रहवांगा। ਜਿਹੜੇ ਮਿਰਜ਼ਾਈ ਨੇ ਮਿਰਜ਼ਾਈਆਂ ਦੇ ਸੱਪ ਖਾਦੇ ਆ, ਮਿਰਜ਼ਾਈ ਕਹਿੰਦੇ ਨੇ ਜ਼ਈਫ ਮੌਜ਼ੂ यूजर नु ब्लॉक करो। ਲੱਭ ਜੇ। हाँ मैं बना देता है। ठीक अच्छा है। कल अली अहमद साहब ने ਜਿਹੜੇ ਹੁਸੈਨੀ ਸਾਹਿਬ ਦੀ ਬਰਾਤ ਤੇ ਹੁੰਦੇ ਨੇ, ਕੱਲ ਉਹਨਾਂ ਵਿਚਾਰਿਆਂ ਦੀ ਪੇਸ਼ੀ ਹੋਈ ਔਰ ਨਾਂ ਲੈ ਕੇ ਨਾ ਤਾਰਿਕ ਚੌਹਾਨ ਸਾਹਿਬ ਦਾ, ਤੇ ਉਹਨਾਂ ਨੂੰ ਕੋਈ ਬੁਰਾ ਭਲਾ ਕਿਹਾ ਗਿਆ। ਓਏ ਹੋਏ ਹੋਏ ਹੋਏ, ਤੁਸੀਂ ਮੈਂ ਰਿਕਾਰਡਿੰਗਾਂ ਕੀਤੀਆਂ ਨੇ, ਤੁਹਾਨੂੰ ਸੈਂਡ ਕਰਾਂਗਾ। ਵਿਚਾਰੇ ਉਹ ਚੀਖਦੇ ਹੀ ਰਹੇ ਕਿ ਯਾਰ ਮੇਰਾ ਤਾਰਿਕ ਚੌਹਾਨ ਸਾਹਿਬ ਨਾਲ ਕੀ ਤਾਲੁਕ ਵਾਸਤਾ ਹੈ। ਆਖੇ ਨਹੀਂ, ਤੂੰ ਤਾਰਿਕ ਚੌਹਾਨ ਤੇ ਅਮੀਨ ਨਜ਼ੀਰ ਨੂੰ ਬਿਠਾ ਕੇ ਉਹਨਾਂ ਨੂੰ ਫੋਨ ਕਰਕੇ ਬੁਲਾਉਂਦਾ ਹੈ ਔਰ ਸਾਡੇ ਕਾਬਰੀ ਨੂੰ ਗਾਲਾਂ ਕਢਾਉਂਦਾ ਹੈ। ਉਹ ਬਈ ਤਾਰਿਕ ਚੌਹਾਨ ਸਾਹਿਬ ਤੁਹਾਡੇ ਕਾਬਰ ਨੂੰ ਕਿਸ ਤਰ੍ਹਾਂ ਗਾਲ ਕੱਢਣਗੇ? ਤਾਰਿਕ ਚੌਹਾਨ ਸਾਹਿਬ ਤੇ ਉਹਨਾਂ ਨੂੰ ਮੰਨਦੇ ਨੇ, ਤਾਰਿਕ ਚੌਹਾਨ ਸਾਹਿਬ ਤੇ ਉਹਨਾਂ ਨੂੰ ਮੰਨਦੇ ਨੇ, ਤਾਂ ਉਹ ਕਿਸ ਤਰ੍ਹਾਂ ਗਾਲਾਂ? ਜਿਨ੍ਹਾਂ ਨੂੰ ਮੈਂ ਮੰਨਦਾ ਉਹਨਾਂ ਨੂੰ ਉਹ ਕਾਬਰ ਨਹੀਂ ਸਮਝਦੇ, ਉਹ ਆਪਣੇ ਖਲੀਫਿਆਂ ਨੂੰ ਕਾਬਰ ਸਮਝਦੇ ਨੇ। ਅੱਛਾ 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 ਅੱਛਾ। ਉਹਨਾਂ ਨੇ ਬੜੀਆਂ ਕੱਲ ਤੁਹਾਡੀਆਂ ਜਿਹੜਾ ਨਾ ਤੁਹਾਡੇ ਪਿੱਛੇ ਪੈ ਗਿਆ ਉਹ ਨਵੀਦ ਵੜਾਇਆ ਚ ਨਹੀਂ, ਉਹ ਟੋਪੀ ਜੀ ਪਾ ਕੇ ਮੌਲਵੀ ਸਾਹਿਬ ਵਾਲੀ ਆਈਡੀ ਵਾਲਾ। ਹਾਂ, ਉਹ ਕਹਿੰਦਾ ਅਸੀਂ ਉੱਥੇ ਜਾ ਕੇ ਬੈਨੇ ਸਾਹਿਬ ਹੁਸੈਨੀ ਸਾਹਿਬ ਕੋਲ, ਹੁਸੈਨੀ ਸਾਹਿਬ ਦੀ ਪਰਸਨੈਲਿਟੀ ਐਸੀ ਹੈ, ਤੁਹਾਨੂੰ ਵੀ ਮੈਂ ਭੇਜਾਂਗਾ ਰਿਕਾਰਡਿੰਗ। ਅੱਛਾ, ਮੈਂ ਉੱਥੇ ਬਹਿਣਾ ਸਾਂ ਤੇ ਉਹ ਸਾਡਾ ਬਹਿਣਾ ਇਹਨਾਂ ਨੇ ਖਰਾਬ ਕਰ ਦਿੱਤਾ, ਤੇ ਉਹ ਸਾਨੂੰ ਤੇ ਹੁਣ ਬਹਿਣਾ ਨਹੀਂ ਚਾਹੀਦਾ ਉੱਥੇ ਕਾਬਰੀਨ ਦੀ। ਤੇ ਉनको ਤੁਸੀਂ ਦਲੀਲ ਨਾਲ ਗੱਲ ਕਰੋ। ਪੰਗਾ ਤੇ ਤੁਸੀਂ ਲੈਂਦੇ ਹੋ ਤਾਰਿਕ ਚੌਹਾਨ ਨਾਲ, ਮੈਂ ਤੇ ਵਰਨਾ ਤੇ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ। ਬੜਾ ਤੁਹਾਨੂੰ ਮੈਂ ਤੁਹਾਨੂੰ ਭੇਜਦਾ ਵਾਂ ਹੁਣੀ ਵੀਡੀਓਜ਼। ਨਹੀਂ ਮਤਲਬ ਇਸ ਕੌਮ ਨੂੰ ਸ਼ਰਮ ਕਦੋਂ ਆਵੇਗੀ ਕਿ ਰਾਤੀ ਜਮੀਲ ਜਿਹੜਾ ਹੈ ਉਹ ਗਾਲਾਂ ਕੱਢਣ ਲੱਗਿਆ ਸੀ ਚੌਹਾਨ ਸਾਹਿਬ ਨੂੰ ਵੀ, ਮੈਨੂੰ ਵੀ, ਸਫੀਆ ਸਿਸਟਰ ਨੂੰ, ਤੇ ਬਜਾਏ ਉਹਦੀ ਮਜ਼ਮਤ ਕਰਨ ਦੇ ਅੱਜ ਉਹਦੇ ਵਿੱਚ ਇਜ਼ਾਫਾ ਹੋਇਆ ਹੈ। ਅੱਜ ਸਫੀਆ ਸਿਸਟਰ ਦੀ ਪਿਕਚਰ ਲਾ ਕੇ ਨਾ ਉੱਤੇ ਅਠਵਾਲ ਦੀ ਬਰਾੜ ਤੇ ਚੌਹਾਨ ਸਾਹਿਬ, ਅੱਛਾ, ਤੇ ਮਰਜ਼ਈਆਂ ਨੇ ਘੋੜਾ ਕੱਢਿਆ। ਹਾਂ, ਘੰਟਾ 2 ਘੰਟੇ ਚੰਗਾ ਮਾਤਮ ਕੀਤਾ ਨੇ। बस ये मिर्जाइयत दी असलियत जाहिर हो रही है और कुछ नहीं, ज्यादा से ज्यादा हर रोज रोज ज्यादा से ज्यादा जाहिर हो रही है। अच्छा इन्होंने आखिरी सामत सॉरी मुतदिल ने ਜਿਹੜੇ ਮੁਤਦਿਲ ਬੰਦੇ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਬੜੇ ਅੱਛੇ ਹਾਂ, ਉਹ ਇਹਨਾਂ ਨੂੰ ਰੋਕਦੇ ਕੋਈ ਨਹੀਂ। ਅਸਲ ਜਿਹੜੇ ਮੁਤਦਿਲ ਕਹਿੰਦੇ ਨੇ ਨਾ ਆਪਣੇ ਆਪ ਨੂੰ, ਅਸਲ ਇਹ ਕਿ ਉਹ ਡਰਾਮਾ ਕਰਦੇ ਨੇ ਨਾ। ਜੇ ਉਹ ਮੁਤਦਿਲ ਹਕੀਕਤਨ ਹੋਣ ਤੇ ਫਿਰ ਤੇ ਉਹਨਾਂ ਦਾ ਕੋਈ ਇਹਨਾਂ ਦੇ ਨਾਲ ਕੋਈ ਟਕਰਾਓ ਜਾਂ ਇਖਤਲਾਫ ਨਜ਼ਰ ਆਵੇ, ਜਾਂ ਉਹਨਾਂ ਦੇ ਨਾਲ ਲਹਿਦਗੀ ਜਾਂ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਜ਼ਰ ਆਵੇ। ਉਹ ਜਿਹੜੇ ਮੁਤਦਿਲ ਬਣੇ ਨੇ ਨਾ, ਉਹ ਇੰਜ ਹੀ ਨੇ ਜਿਸ ਤਰ੍ਹਾਂ ਗੌਰਮੈਂਟ ਜ਼ਮੀਨਦਾਰ ਡਿਗਰੀ ਸਾਇੰਸ ਕਾਲਜ ਗੁਜਰਾਤ ਇੱਕ ਪ੍ਰੋਫੈਸਰ ਸਾਹਿਬ ਸਨ, ਤੇ ਉਹ ਅਸੀਂ ਕਾਲਜ ਪੜ੍ਹਦੇ ਸਨ, ਕਾਲਜ ਉਮਰ ਦੀ ਗੱਲ ਹੈ। ਉਹ ਪਤਾ ਮੁੰਡੇ ਥੋੜੇ ਨਵੇਂ ਜਵਾਨ ਹੁੰਦੇ ਨੇ ਤੇ ਉਹਨਾਂ ਨੂੰ ਇਹੋ ਜਿਹੇ ਸਵਾਲ, ਟੇਢੇ ਸਟਾਈਲ ਦੇ ਸਵਾਲ ਪੁੱਛਣ ਦਾ ਬੜਾ ਸ਼ੌਕ ਹੁੰਦਾ ਹੈ। ਉਸ ਪ੍ਰੋਫੈਸਰ ਸਾਹਿਬ ਸਮਝਾਉਣ ਲੱਗੇ ਸਨ ਕਿ ਨੌਜਵਾਨ ਹੋ ਤੁਸੀਂ, ਬਲੂਗਤ ਆਉਂਦੀ ਹੈ ਤੇ ਤੁਸੀਂ ਇਹ ਬੁਰੇ ਕੰਮਾਂ 'ਚ ਪੈ ਜਾਂਦੇ ਹੋ, ਤੇ ਨਾਲੇ ਬੱਚਿਆਂ ਦੀ એનર્ਜੀ ਜ਼ਾਇਆ ਹੁੰਦੀ ਹੈ, ਨਾਲੇ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਕਮਜ਼ੋਰ ਹੋ ਜਾਂਦੇ ਨੇ, ਨਾਲੇ ਮਰਦਾਨਗੀ ਖਤਮ ਹੋ ਜਾਂਦੀ ਹੈ, ਨਾਲੇ ਉਹ ਗੁਨਾਹ ਹੈ, ਸਾਰਾ ਕੁਝ ਦੱਸਣ ਲੱਗੇ। ਕਿਸੇ ਮੁੰਡੇ ਨੇ ਸਵਾਲ ਕੀਤਾ ਵੀ ਸਰ ਜੀ ਇਹ ਕਿੰਨੇ ਕੁ ਪਰਸੈਂਟ ਮੁੰਡੇ ਜਿਹੜੇ ਨੇ ਇਸ ਕੰਮ 'ਚ ਮੁਲਵਸ ਹੁੰਦੇ ਨੇ? ਪ੍ਰੋਫੈਸਰ ਸਾਹਿਬ ਨੇ ਆਖਿਆ ਵੀ 98% ਜਿਹੜੇ ਮੁੰਡੇ ਨੇ ਨਾ ਉਹ ਇਸ ਬੁਰਾਈ 'ਚ ਮੁਲਵਸ ਹੁੰਦੇ ਨੇ। ਜਿਹੜੇ 2% ਨੇ ਨਾ ਉਹ ਵੀ ਮੁਲਵਸ ਹੁੰਦੇ ਨੇ, ਲੇਕਿਨ ਉਹ ਝੂਠ ਬੋਲਦੇ ਨੇ, ਕਹਿੰਦੇ ਨੇ ਅਸੀਂ ਨਹੀਂ ਮੁਲਵਸ।
ਗੱਲ ਸਹੀ ਹੈ ਬਿਲਕੁਲ। ਉਹਨਾਂ ਕਿਹਾ ਜਿਹੜੇ 2% ਹੁੰਦੇ ਨੇ ਮੁਲਵਸ ਉਹ ਵੀ ਹੁੰਦੇ ਨੇ, ਸਿਰਫ ਉਹ ਝੂਠ ਬੋਲ ਕੇ ਕਹਿੰਦੇ ਨੇ ਕਿ ਅਸੀਂ ਇਹ ਕੰਮ ਕਦੇ ਨਹੀਂ ਕੀਤਾ। ਸੋ ਗੱਲ ਹੈ ਜਿਹੜੇ ਮਰਜ਼ਾਈ ਨੇ ਨਾ 98% ਮਰਜ਼ਾਈ ਜਿਹੜੇ ਨੇ ਉਹ ਸ਼ਾਤਮ ਨੇ ਔਰ ਉਹਨਾਂ ਸੱਪ ਖਾ ਲਏ। ਜਿਹੜੇ 2% ਨੇ ਨਾ ਉਹ ਝੂਠ ਬੋਲ ਕੇ ਤੇ ਮੁਤਦਿਲ ਬਣੇ ਨੇ, ਸੱਪ ਉਹਨਾਂ ਵੀ ਖਾਦੇ ਆ, ਐਨੋ ਵੀ ਬਾਵਲੇ ਹੋਏ। ਹੁਣ ਦੱਸੋ ਜਿਹੜੀ ਇਹ ਗੱਲ ਪੇ ਸੁਣਾਉਂਦੇ ਨੇ ਕਿ ਉਹ ਅਲੀ ਅਹਿਮਦ ਸਾਹਿਬ ਨੂੰ ਪੈ ਗਿਆ, ਕੌਣ ਪੈ ਗਿਆ? ਨਵੀਦ ਵੜੈਚ, ਜਿਹੜਾ ਸਫੈਦ ਪੁਸ਼ ਬਣਿਆ ਉਹ ਤੇ ਦਾਨਿਸ਼ਵਰ ਸੀ ਇਹਨਾਂ ਦਾ, ਉਹ ਤੇ ਥਿੰਕ ਟੈਂਕ ਸੀ। ਉਹ ਅਲੀ ਅਹਿਮਦ ਨੂੰ ਚੌਹਾਨ ਸਾਹਿਬ ਦਾ ਨਾਂ ਲੈ ਕੇ ਤੇ ਗਾਲਾਂ ਕੱਢਦਾ ਰਿਹਾ, ਮਤਲਬ ਬੁਰਾ ਭਲਾ ਕਹਿੰਦਾ ਰਿਹਾ। ਤੁਸੀਂ ਅੰਦਾਜ਼ਾ ਲਾਓ ਪਿੱਛੇ ਕੌਣ ਰਹਿ ਗਿਆ? ਬਿਲਕੁਲ ਇਹ ਸਭ ਜਿਹੜੇ ਨੇ ਸਭ ਦੇ ਵਿੱਚ ਹੈ ਇਸ ਵਕਤ ਜਰਾਸੀਮ ਪੂਰੇ ਇੰਜ ਸਮਝ ਲਓ ਕਿ ਵਾਇਰਲ ਹੋ ਰਹੇ ਅੰਦਰ, ਖੂਨ ਦੇ ਵਿੱਚ ਦੌੜ ਰਿਹਾ। ਉਹ ਗਰਜ ਸਾਰਿਆਂ ਨੂੰ ਹੁੰਦਾ ਹੈ, ਸਿਰਫ ਕੁਝ ਹੁੰਦੇ ਨੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਹੁੰਦੀ। ਉਹ ਨਵੀਦ ਵੜਾਇਚ ਪਹਿਲੇ ਉਹਨਾਂ ਲੋਕਾਂ 'ਚ ਸੀ ਜਿਹੜੇ ਮੂੰਹ ਤੋਂ ਨਹੀਂ ਕਹਿੰਦੇ ਸੀ ਇਹ ਗੱਲਾਂ, ਲੇਕਿਨ ਉਹਦਾ ਅੰਦਰੂਨਾ ਮਤਲਬ ਉਹ ਇਤਨਾ ਪ੍ਰੈਸ਼ਰ ਡਾਲ ਰਿਹਾ ਸੀ ਕਿ ਉਹ ਫਿਰ ਬਾਹਰ ਆ ਗਿਆ। ਹਾਂ ਇਹ WhatsApp ਉੱਤੇ ਇਹੋ ਜਿਹੀ ਗੱਲ ਨਹੀਂ ਸੀ ਕਰਦਾ ਹੁੰਦਾ ਇੱਥੇ ਆ ਕੇ। ਹਾਂ ਨਹੀਂ, ਬੜਾ ਮੋਤਦਿਲ ਮਿਜ਼ਾਜ ਔਰ ਬੜਾ ਮਤਲਬ ਮੇਰੇ ਨਾਲ ਵੀ ਜਦੋਂ ਗੱਲ ਕਰਦੇ ਸੀ ਬੜੇ ਧੀਮੇ ਨੇ ਲਿਆ ਜਿਲਾ ਜੇ ਨਾਲ, ਲੇਕਿਨ ਉਹ ਕਿੰਨੀ ਕੁ ਦੇਰ ਐਕਟਿੰਗ ਕਰਦਾ ਵਿਚਾਰਾ। ਅੱਛਾ ਜੀ, ਮੈਨੂੰ ਤਕਰੀਬਨ 2 ਸਾਲ ਹੋ ਗਏ ਟਿਕਟਾਕ ਤੇ, ਔਰ ਮੈਂ ਦੇਖਣਾ ਪਿਆ ਇਹਨਾਂ ਮਰਜ਼ੀਆਂ 'ਚ ਇਹ ਜਿਹੜੀ ਹੈ ਨਾ ਸ਼ਤਮੀਅਤ ਵੱਧਦੀ ਜਾਂਦੀ ਪਈ, ਹਕੀਕਤ ਗੱਲ ਹੈ। ਪਹਿਲੇ ਕੁਝ ਬੰਦੇ ਐਸੇ ਸੇ ਮਤਲਬ ਹੈ ਕਿ ਜਿਹੜੇ ਨਹੀਂ ਸੀ ਕਰਦੇ, ਹੁਣ ਉਹ ਵੀ ਮਤਲਬ ਹੈ ਕਿ ਜਿਹੜਾ ਹੈ ਨਾ ਬਿਲਕੁਲ ਚਾਣਾ ਬਿਸ਼ਾਨਾ ਕਰਦੇ ਪਏ। ਜਿਨ੍ਹਾਂ ਨੂੰ ਖੁਦ ਜ਼ਰੂਰਤ ਨਹੀਂ ਹੈ ਕਰਨ ਦੀ, ਉਹ ਗਾਲੀ ਬਾਜ਼ਾਂ ਨੂੰ ਸਪੋਰਟ ਕਰਦੇ ਨੇ ਬਕਾਇਦਾ। ਐਸਾ ਹੀ ਹੈ, ਬਿਲਕੁਲ ਬਿਲਕੁਲ ਐਸਾ ਹੀ ਕਿ ਜੀ ਵਾਹ ਜੀ ਵਾਹ, ਤੁਸੀਂ ਤੇ ਕੰਮ ਪਖਾ ਦਿੱਤਾ, ਤੁਸੀਂ ਸਹੀ ਗੱਲ ਕੀਤੀ, ਤੁਸੀਂ ਤੇ ਬਸ ਜੀ ਛਾ ਗਏ ਹੋ। ਉਹ ਤੱਕ ਜਿਸ ਲੋਕ ਆ ਕੇ ਆਪਣਾ ਹੁਸੈਨੀ ਸਾਹਿਬ ਦੀ ਬਰਾੜ ਦੇ ਉਹ ਜਿਸ ਮਤਲਬ ਹੈ ਕਿ ਉਹ ਬੰਬਾਸਟਿਕ ਕਿ ਨਾ ਉਹਦਾ ਬੰਬਾਸਟਿਕ ਉਹ ਜਿਸ ਬਕਵਾਸਾਤ ਸ਼ੁਰੂ ਕਰ ਰਹਾ ਥੱਲੇ ਜਿਹੜਾ ਮੈਸੇਜ ਨਹੀਂ ਆਉਣਾ ਸ਼ੁਰੂ ਹੋਣਾ, ਇਹਨਾਂ ਦਾ ਇਲਾਜ ਸਹੀ ਬੰਬਾਸਟਿਕ ਹੀ ਕਰ ਰਹਾ। ਬਿਲਕੁਲ ਬਿਲਕੁਲ, ਉਹ ਉਹਨਾਂ ਦਾ ਹੀਰੋ ਹੈ, ਸਿਕਰ ਲਿਖਦਾ ਹੁੰਦਾ ਹੈ, ਬੰਬਾਸਟਿਕ ਮਿਰਜ਼ਾਈਆਂ ਦਾ ਹੀਰੋ ਬਣ ਚੁੱਕਾ ਹੈ। ਹਾਂ ਬਿਲਕੁਲ, ਟਰੂਥ ਸਿਕਰ ਦੀ ਇੱਕ ਹੋਰ ਆਈਡੀ ਹੈ, ਉਹਦੇ ਤੋਂ ਲਿਖਦਾ ਹੁੰਦਾ। ਅੱਜ ਜਿਹੜਾ ਵਾਕਿਆ ਹੋਇਆ ਚੌਹਾਨ ਸਾਹਿਬ ਕਿ ਉਹ ਜਿਹੜਾ ਅਠਵਾਲ ਦੀ ਬਰਾੜ ਸੀ ਉਹ ਤੇ ਸਫੀਆ ਸਿਸਟਰ ਦੀ ਪਿਕਚਰ ਲਾ ਕੇ ਤੇ ਗਾਲੀ ਉੱਤੇ ਲਿਖੀ ਸੀ, ਤੇ ਸਾਰੇ ਮਰਜ਼ਈ ਉਹਦੇ ਕੋਲ ਬੈਠੇ ਸਨ। ਅਹਿਮਦ ਜੱਟ ਨੇ ਉਹਦੇ ਖਿਲਾਫ ਬਰਾੜ ਲਾਈ ਸੀ। ਪਤਾ ਕਿੰਨੇ ਬੰਦੇ ਬੈਠੇ ਸਨ? ਅਹਿਮਦ ਜੱਟ ਕੋਲ 3 ਬੰਦੇ ਬੈਠੇ, ਚੌਥਾ ਵਾਪਸ। ਮੈਂ ਵੀ ਇਹੀ ਕਹਿਣ ਲੱਗਾ ਸੀ 3 ਹੋਣਗੇ। ਦੂਜੇ ਪਾਸੇ ਅਠਵਾਲ ਦੀ ਬਰਾੜ ਤੇ 70-80 ਬੰਦੇ ਬੈਠੇ। ਸਭ ਮਿਰਜ਼ਾਈ ਜਿਹੜੇ ਨੇ ਉਹ ਉਹਦੇ ਨਾਲ ਸਨ ਗਾਲਾਂ ਕੱਢਣ 'ਚ। ਬਿਲਕੁਲ। ਇਹ ਜਿਹੜਾ ਇਹ ਮਜ਼ਮਤ ਪਿਆ ਕਰਦਾ ਸੀ, ਇਹ ਕਹਿੰਦਾ ਸੀ ਕਿ ਜਮਾਤ अहमदिया के कुछ मुखलिस अहमदियत की तबलीग भरपूर करते हुए ਚਲੋ ਜੋ ਵੀ ਉਹਦੇ ਕੋਲ ਵਿਚਾਰੇ ਕੋਲ ਬਣ ਪਿਆ, ਉਹ ਤਨਕੀਦ ਕਰਦਾ ਸੀ ਪਿਆ ਜਾਂ ਇਹਨਾਂ ਨੂੰ ਮਜ਼ਮਤ ਕਰਦਾ ਸੀ ਪਿਆ ਕਿ ਸਾਡੇ ਜਮਾਤ अहमदिया ਦੇ ਬੰਦੇ ਹਰਕਤ ਕਰਦੇ, ਲੇਕਿਨ ਉਹਦੀ ਗੱਲ ਸੁਣਨ ਵਾਲੇ 3 ਬੰਦੇ ਸਨ। ਮਿਰਜ਼ਾਈਆਂ ਨੇ ਮੇਰੇ ਵੀ ਬੜੇ ਕਾਰਟੂਨ ਵਗੈਰਾ ਬਣਾਏ ਹੋਏ ਨੇ। और दूसरे के कल ना मिर्जाइयां का जोड़ा ग्रुप है ना, जोड़ा मेरा ख्याल है वही है जो सफिया बाजी नूं तंग करदा थी, और उन्होंने अद्धी राती मैनू मेरे नाल कर लिया इंगेज कि ग्रुप बनाया है। तो यही बकवास पहले तो अपने वालों बड़ी इलमी गुफ्तगू करनी, फिर गालां गूलां कड्ढन लग पे, तो मैं उन्हें एक नूं ब्लॉक करता, फिर दूजे ग्रुप तो फिर आ गए, फिर धमकियां देन लग गए जी असीं ऐ करांगे, असीं ओह करांगे, तुहानूं पता कित्थे तुरना। मैं कहा ठीक है, मैं पता है तो जो करना तुसीं करो, मैं दस्सण दी भी जरूरत नहीं है, कारपाई पाओ जिहड़ी तुसीं पानी है। तो तुसीं WhatsApp तो अपना ने जा बंद कीता ते असीं फलां कर देंगे, ओह कर देंगे। मैं कहा मैं तो नहीं बंद करना, पर तुसीं जो करना तुसीं कर लो फिर। तो मिर्जाई बदमाशी ते भी हुण उतर गए ने, बदमाश गैंग भी इन्हां दा है ਜਿਹੜਾ ਹਰ ਬੰਦਾ ਜਿਹੜਾ ਇਹਨਾਂ ਦੇ ਖਿਆਲ ਦੇ ਨਾਲ ਮੁਤਫਿਕ ਨਹੀਂ, ਉਹਨੂੰ ਬਦਮਾਸ਼ੀ ਇੰਜ ਵੀ ਕਰਦੇ ਨੇ। ਇਹਨਾਂ ਦੀ ਬਦਮਾਸ਼ੀ ਇਹ ਸਿਰਫ ਧੀਆਂ ਭੈਣਾਂ ਨਾਲ ਬਦਮਾਸ਼ੀ ਜੋਗੇ ਕੋਈ ਨਹੀਂ ਹੈ। ਤੇ ਬਦਮਾਸ਼ੀ ਜੋ ਹੁੰਦੇ ਤੇ ਪਾਕਿਸਤਾਨ ਬਦਮਾਸ਼ੀ ਕਰਕੇ ਆਉਂਦੇ ਕਿਸੇ ਦੇ ਵਿੱਚ ਗਏ।
ਤੁਹਾਡੀ ਤਾਰੀਫ ਸੁਣਾਵਾ ਤਾਰਿਕ ਜਵਾਨ ਸਾਹਿਬ, ਸੁਣੋਗੇ? जी सुनाओ। ਇੱਥੇ ਗੀਬਤ ਦੀ ਡੈਫੀਨੇਸ਼ਨ ਨਵੀਂ ਇਜਾਦ ਹੋ ਗਈ। कौन गालियां देते हैं? ਸੋਸ਼ਲ ਮੀਡੀਆ ਤੇ ਉਸ ਬੰਦੇ को उठाते हैं ਸਾਹਿਬ ਦੀ ਕੋਈ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੋਈ ਸੈਣੀ ਸਾਹਿਬ ਦੀ। ਤੇ ਇਹ ਜਿਹੜਾ ਇੱਕ ਨਵਾਂ मैंने कभी किसी ਖੁਦ ਬੁਲਾ ਕੇ ਲਿਆਂਦਾ ਹੈ, ਕਈ ਦਫਾ ਕਬੂਲ ਵੀ ਕੀਤਾ ਕਿ ਮੈਂ ਇਹਨੂੰ ਜਾ ਕੇ ਲਿਆਂਦਾ ਵੇ, ਬੜੀ ਮੁਸ਼ਕਲ ਨਾਲ ਲਿਆਂਦਾ। ਉਹ ਜੀ ਉੱਥੇ ਸੈਣੀ ਸਾਹਿਬ ਦੀ ਬਾਤ ਤੇ ਆ ਕੇ ਆਪਣਾ ਅਲੀ ਹੱਕ ਸਾਹਿਬ ਆ ਜਾਓ, अमर नजीर साहब ਤੁਹਾਡੇ ਜਿਹਾ ਬੰਦਾ ਹੀ ਕੋਈ ਨਹੀਂ ਜਿੰਨਾ ਅੱਛੀ ਗਾਲ ਜਿੰਨੀ ਖੂਬਸੂਰਤ ਜੀ ਗਾਲ ਕੱਢਦੇ ਉਹਨੇ ਇਤਨਾ ਕੋਈ ਵੀ ਬੰਦਾ ਗਾਲ ਨਹੀਂ ਕੱਢਦਾ। ਅੱਜ ਉੱਥੇ ਤਾਰਿਕ ਚੌਹਾਨ ਸਾਹਿਬ ਨੂੰ ਫੂਕ ਚਾੜੋ, ਇੱਥੇ ਗੱਲ ਕਰਦੇ ਪਿਆ ਹੁੰਦਾ ਜੀ ਇੱਥੇ ਬਦਖੋਈ ਕੀਤੀ ਜਾ ਰਹੀ, ਗਿਬਤ ਕੀਤੀ ਜਾ ਰਹੀ ਹੈ। ਬਈ ਪਬਲਿਕ ਫੋਰਮ ਤੇ ਬੈਠੇ ਆ, ਓਪਨ ਦੀ ਗੱਲ ਹੋ ਰਹੀ ਹੈ। ਇਹ ਲੋਕਾਂ ਨੂੰ ਚੁਣ ਕੇ ਨਾ, ਲੋਕਾਂ ਨੂੰ ਚੁਣ ਕੇ ਅਲੀ ਅਹਿਮਦ ਸਾਹਿਬ ਖੁਦ ਬੁਲਾ ਕੇ ਲਿਆਉਂਦੇ ਨੇ ਕਿ ਸਾਡੇ ਤੋਂ ਕੋਈ ਗੱਲਾਂ ਛੁਪੀਆਂ ਨੇ ਸੀ ਨਾ, ਉੱਥੇ 2-2 4-4 ਮਹੀਨੇ ਮਸਲਸਲ ਬੈਠੇ 8-8 ਘੰਟੇ ਉਹ ਓਪਨ ਖੁਦ ਆਂਦੇ ਨੇ, ਖੁਦ ਮੰਨਦੇ ਨੇ ਕਿ ਉਹਨੂੰ ਲਿਆਂਦਾ ਵੇ ਢੂੰਡ ਕੇ, ਫਿਰ ਦੁਨੀਆ ਬਰਾਡਾਂ ਕਿੱਥੇ ਚਾਹੁੰਦੇ ਨੇ ਇਹ ਬਣਾਉਂਦੇ ਨੇ। ਇਸ ਤਰ੍ਹਾਂ ਕਿ ਮੈਂ ਇਹਨਾਂ ਦੇ ਸਾਥ ਨਾ ਪ੍ਰੋਬਲਮ ਇਹ ਵੀ ਕਿ ਮੈਨੂੰ ਆਦਤ ਨਹੀਂ ਕਿ ਰਿਕਾਰਡਿੰਗ ਵਗੈਰਾ ਕਰਨ ਦੀ। ਜਿਹੜਾ ਇਹਨਾਂ ਦਾ ਕੰਡਕਟ ਹੈ ਨਾ ਹੁਸੈਨੀ ਸਾਹਿਬ ਨੂੰ ਬਦਨਾਮ ਕਰਨ ਦੇ ਵਿੱਚ ਇਹਨਾਂ ਦਾ ਸਭ ਨੂੰ ਜ਼ਿਆਦਾ ਹੱਥ ਹੈ। ਇਹ ਕਿਉਂ ਨਹੀਂ ਸੋਨੀ ਸਾਹਿਬ ਦੇ ਬਾਰੇ ਚ ਗੱਲ ਕਰਦੇ, ਜਿਸ ਵੇਲੇ ਮੇਰਾ ਮਤਲਬ ਹੈ ਕਿ ਬਲਾਲ ਹਨੀਫ ਔਰ ਅਲੀ ਵਾਲਾ ਲੜ ਰਹੇ ਨੇ, ਇੱਕ ਦਿਨ ਕੁੱਤਾ ਕੌਂਸਲਰ ਸ਼ਾਇਦ ਇਹਨਾਂ ਚੋਂ ਇੱਕ ਨਾ, ਇਹ ਲੜ ਰਹੇ ਨੇ ਤੇ ਇਹ ਥੱਲੇ ਉਹ ਕਮੈਂਟ ਕਰ ਰਹੇ ਨੇ ਆਪਣੀ ਲਾਈਕ ਫਿਰ ਯਾਨੀ ਹੱਥ ਰੱਖੋ अंदर। और ये आप क्यों नसे ने? आप वापस होना आना कि सामने मुंह से गल करी थी, जवाब क्यों नहीं दे? अगू जवाब सिर्फ यही निकलता है ए लो ये लो ये लो ये लो ए लो, ਐਵੇਂ ਰਹਿ ਗਿਆ ਤੁਹਾਡੇ ਕੋਲ ਬਸ। ਯਾਨੀ ਕਿ ਅਗਲੇ ਤੇ ਤੁਸੀਂ ਟਾਰਗੇਟ ਕਰਨਾ ਜਿਸ ਤਰ੍ਹਾਂ ਤੁਹਾਡਾ ਦਿਲ ਕਰੇ, ਆਪਣੇ ਜਵਾਬ ਦੇਣ ਲੱਗ ਜਾਂਦੇ ਹੋ। ਮਿਸਟਰ ਐਕਸ ਭਾਈ ਮੈਨੂੰ ਸਮਝ ਨਹੀਂ ਆਈ ਇੱਥੇ ਗਿਬਤ ਕਿੱਥੋਂ ਆ ਗਈ? ਸੋਸ਼ਲ ਮੀਡੀਆ ਤੇ ਬੈਠੇ ਆ, ਹੁਸੈਨੀ ਸਾਹਿਬ ਦੇ ਖਿਲਾਫ ਗੱਲ ਨਹੀਂ ਹੋਈ, ਅਸੀਂ ਪਬਲਿਕ ਫੋਰਮ ਤੇ ਬੈਠ ਕੇ ਗੱਲ ਕਰ ਰਹੇ ਹਾਂ। ਜਾ ਕੇ ਚੁੱਪ ਛੁਪਾ ਕੇ ਅਸੀਂ ਕਿਸੇ ਦਾ ਗਿਲਾ ਵੀ ਨਹੀਂ, ਕੋਈ ਪਲੈਨਿੰਗ ਨਹੀਂ ਕਰ ਰਹੇ ਕਿਸੇ ਦੇ ਖਿਲਾਫ ਕਿ ਕਿਸੇ ਕਮਰੇ ਵਿੱਚ ਬੰਦ ਹੋ ਕੇ। अस्सलाम वालेकुम व रहमतुल्लाह। ਇਹ ਹੋ ਰਹੀ ਹੈ ਕਿ ਅਸੀਂ ਕਿਉਂ ਨਹੀਂ ਵਾਲੇकुम ਸਲਾਮ। ਵਾਲੇकुम ਸਲਾਮ ਰਾਣਾ ਸਾਹਿਬ। ਹਾਂਜੀ ਇਹ ਗੱਲ ਹੋਰ ਕੀ ਰਹੀ ਹੈ ਕਿ ਅਸੀਂ ਕਿਉਂ ਨਹੀਂ ਜਾਂਦੇ ਉੱਥੇ? ਅਸੀਂ ਜਾਂਦੇ ਹਾਂ ਲੇਕਿਨ ਮਾਈਕ ਨਹੀਂ ਲੱਗਦਾ ਕਿਉਂਕਿ ਉਹਨਾਂ ਕੋਲ ਟਾਕਸਿਕ ਮਾਹੌਲ ਹੈ ਕਿ ਉੱਥੇ ਤੁਸੀਂ ਬਹਿ ਨਹੀਂ ਸਕਦੇ। ਇਹ ਗੱਲ ਹੋ ਰਹੀ ਹੈ। ਉਸ ਤੋਂ ਬਾਅਦ ਆਂਦੇ ਨੇ ਕਿ ਤੁਸੀਂ ਮੂਮੀ ਦੀ ਗੱਲ ਹੋ ਰਹੀ ਹੈ। ਕਿਸ ਤਰ੍ਹਾਂ ਦੀ ਹੋ ਸਕਦੀ ਹੈ? ਮੇਰੇ ਮੂੰਹ ਤੁਸੀਂ ਹਜ਼ਾਰ ਗੱਲਾਂ ਸੈਣੀ ਸਾਹਿਬ ਦੇ ਬਾਰੇ ਅੱਛੀਆਂ ਸੁਣੀਆਂ ਨੇ ਕਿ ਇੱਕ ਅੱਛੇ ਉਸਤਾਦ ਨੇ, ਮੈਂ ਕਮ ਸੇ ਕਮ ਉਹਨਾਂ ਨੂੰ ਬੋਲਣ ਦਾ ਤਰੀਕਾ ਸਿੱਖਿਆ, ਹਰ ਚੀਜ਼ ਗੱਲ ਤੇ ਉਸ ਕੰਟੈਕਸਟ ਤੇ ਹੋ ਰਹੀ ਹੈ ਜੋ ਉੱਥੇ ਕਰਾਇਆ ਜਾਂਦਾ। ਸੈਣੀ ਸਾਹਿਬ ਦੇ ਖਿਲਾਫ ਹੈ ਜੀ ਤੁਹਾਡੀ ਕਾਰਸਤਾਨੀ ਜਿਹੜੀ ਤੁਸੀਂ ਉੱਥੇ ਬਹਿ ਕੇ ਕਰਦੇ ਹੋ ਨਾ, ਪੜੇ ਕਿਉਂ? ਬੜੇ ਦੁੱਖ ਹੈ। ਮੈਂ ਹੁਸੈਨੀ ਸਾਹਿਬ ਦੀ ਬਰਾੜ ਦਾ ਤੁਹਾਨੂੰ ਕੀ ਦੁੱਖ ਹੈ? ਤੁਸੀਂ ਆਪਣੀ ਬਰਾੜ ਲਾ ਕੇ ਬੈਠੇ ਰਹਿੰਦੇ ਮਿਰਜ਼ਾਈ। ਅਸਲ ਚ ਮਿਰਜ਼ਾਈਆਂ ਕੋਲੇ ਗੈਸ ਕੱਢਣ ਵਾਲੀ ਜਗ੍ਹਾ ਜਿਹੜੀ ਹੈ ਨਾ, ਉਹ ਸਿਰਫ ਹੈ ਵਾਹਿਦ ਬਰਾੜ ਹੈ। ਬਾਕੀ ਆਜ਼ਮ ਸੈਫੀ ਆਪਣੀ ਬਰਾੜ ਤੇ ਲੈਂਦਾ ਨਹੀਂ ਬਈ ਉੱਥੇ ਜਾ ਕੇ ਗੈਸ ਕੱਢ ਲੈਣ। ਹਾਂ ਨਾਦਰ ਵਗੈਰਾ ਇਹਨਾਂ ਨੂੰ ਆਪਣੀ ਬਰਾੜ ਤੇ ਲੈਂਦਾ ਨਹੀਂ ਕਿ ਉੱਥੇ ਜਾ ਕੇ ਗੈਸ ਕੱਢ ਲੈਣ। ਆਪਣੀ ਬਰਾੜ ਤੇ ਬਹਿ ਕੇ ਗੈਸ ਕੱਢਣ ਸੁਣਦਾ ਕੋਈ ਨਹੀਂ, ਆਉਂਦਾ ਕੋਈ ਨਹੀਂ। ਉੱਥੇ ਇਹ ਸੈਣੀ ਸਾਹਿਬ ਦੀ ਬਰਾੜ ਤੇ ਸਮਝਦੇ ਨਹੀਂ ਕਿ ਕੋਈ ਨਾ ਕੋਈ ਅਖਰਾਜ ਗੈਸ ਦਾ ਇੱਕ ਮਕਾਮ ਹੈ ਮਰਕਜ਼। ਨਹੀਂ ਤੇ ਅਖਰਾਜ ਗੈਸ ਦਾ ਮੁਕਾਮ ਹੈ ਤੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਉਹਦੇ ਮੁਤਲਕ ਫਿਰ ਕ੍ਰਿਟਿਸਾਈਜ਼ ਕਿਉਂ ਕਰਦੇ ਨੇ? ਉਹ ਤੁਹਾਡੀ ਤੇ ਮੇਰੀ ਵਜ੍ਹਾ ਤੋਂ ਫਿਰ ਮਸਲੇ ਮਸਾਇਲ ਖੜੇ ਹੋਏ ਨੇ ਨਾ ਬਈ ਉਹ ਨਾ ਹੋਣ ਤੇ ਫਿਰ ਤੇ ਆਪਣੀ ਚੰਗੀ ਗੈਸ ਕਰ ਸਿਰਫ ਸਾਡੀ ਗੈਸ ਨਿਕਲੇ, ਹੋਰ ਕਿਸੇ ਦਿਨ ਨਿਕਲੇ। ਉਹ ਕੁਝ ਰਿਬਟਲ ਆਉਂਦਾ ਨਾ ਤੇ ਉਹ ਜਿਹੜੀ ਗੈਸ ਉਹ ਅੰਦਰ ਹੀ ਡੱਕਦੀ ਸੀ। ਉਹ ਖਾਦਮ ਸਾਬਰੀ ਸਾਹਿਬ ਆ ਗਏ ਨੇ। ਤਬੀਅਤ कैसी है खादम साहब? सेहत कैसी है ਹੁਣ? ਮੈਂ ਤੁਹਾਡੇ ਸਾਰੇ ਅਹਿਮਦੀਆਂ ਗੈਰ ਅਹਿਮਦੀਆਂ ਦੀਆਂ ਮੁਸਲਮਾਨਾਂ ਦੀਆਂ ਗੱਲਾਂ ਸੁਣ ਕੇ ਉਹ ਜਿਹੜੇ ਬਲੌਕੇਜ ਨੇ ਸਾਰੇ ਖੁੱਲਦੇ ਜਾਂਦੇ ਨੇ। ਮਾਸ਼ਾਅੱਲਾ ਕੀ ਬਾਤ, ਮਸਲੇ ਹੱਲ ਹੋ ਯਾਰ। ਹੁਣ ਤੁਸੀਂ ਦੱਸੋ ਕਿਉਂ ਨਾ ਆਖਿਆ ਕਿੰਨੇ ਕੁ ਅੱਛੀ ਖਬਰ ਹੈ ਫਿਰ ਤੇ, ਅੱਛੀ ਖਬਰ ਹੈ। ਮੈਂ ਖਿਆਲ ਅੱਜ ਹੋ ਜਾਣੀ ਸੀ ਨੇ, ਅਦਰਵਾਈਜ਼ ਸਵੇਰੇ ਇਨਸ਼ਾਅੱਲਾ ਮੈਂ ਘਰ ਭੇਜ ਦੇਣਗੇ। ਹਾਂਜੀ ਮੇਨ ਚੀਜ਼ ਤੇ ਇਹ ਕਿ ਉਹ ਜਿਹੜੀ ਸੀਜੀ ਵਗੈਰਾ ਮੈਂ ਕਰਕੇ ਦੇਖੀ ਸਹੀ ਹੈ ਨਾ ਸਾਰਾ ਕੁਝ। ਹਾਂਜੀ ਅਲਹਮਦੁਲਿਲਾ। ਆ ਤੇ ਫਿਰ ਜਿਹੜਾ ਵਾਲ ਹੈ ਉਹ ਤੇ ਆਸਤਾ ਆਸਤੇ ਐਡਜਸਟ ਹੋਣਾ। ਵਾਲ ਉਹਨਾਂ ਇੱਕ ਪਾਇਆ ਕਿੰਨੇ ਪਾਏ ਨੇ? ਇੱਕ ਪਹਿਲੇ ਤਾਂ ਪਿਆ ਹੈ 13 ਸਾਲ ਪਹਿਲੇ। ਅੱਛਾ ਇੱਕ 13 ਸਾਲ ਫਿਰ ਤੁਹਾਨੂੰ ਤਜਰਬਾ ਹੈ ਕਿ ਜਦੋਂ ਵਾਲ ਪੈਂਦਾ ਹੈ ਤੇ ਥੋੜਾ ਜਿਹਾ ਐਡਜਸਟ ਹੋਣ ਦਾ ਨਾ ਟਾਈਮ ਲੈਂਦਾ ਹੈ। ਹਾਂਜੀ
ਕੁਝ ਦਿਨ ਵਾਸਤੇ ਥੋੜੀ ਤੁਹਾਨੂੰ ਨਾ ਡਿਸਕੋ ਕਰੇਗਾ, ਹਾਂਜੀ ਹਾਂਜੀ ਤਕਲੀਫ ਹਲਕੀ ਹਲਕੀ ਦੇਗਾ, ਲੇਕਿਨ ਇਹ ਕਿ ਗੱਡੀ ਛੱਡੀ ਚਲਾਉਣ ਵਿੱਚ ਵੀ ਸ਼ਾਇਦ ਤੁਹਾਨੂੰ ਪ੍ਰੋਬਲਮ ਆਵੇ ਕਿਉਂਕਿ ਬੈਠਿਆ ਰਹਿਣਾ ਪੈਂਦਾ। ਉਹ ਲਗਾ ਰੱਖਿਆ ਬੈਠ ਕੇ ਗੱਡੀ ਬੰਦਾ ਚਲਾਏ ਤੇ ਪ੍ਰੋਬਲਮ ਸ਼ੂਟਰ ਸਾਹਿਬ ਦੇ ਜਿਹੜਾ ਮੈਨੂੰ ਮੈਸੇਜ ਦੀ ਸਮਝ ਨਹੀਂ ਆਈ। ਛੱਡੋ ਪਰ ਨਾ ਮੈਸੇਜ ਪੜੋ ਤੁਸੀਂ, ਮੈਂ ਉਹ ਜੋ ਕੁਛ ਹੈ ਉਹਦਾ ਉਹਨੂੰ ਹੀ ਪਤਾ ਤੇ ਬਾਕੀ ਸਾਰੀ ਦੁਨੀਆ ਨੂੰ ਪਤਾ। ਬਾਜ਼ੂ ਵਿੱਚੋਂ ਨਾ ਟੱਕ ਲਾ ਕੇ ਤੇ ਘੱਲਿਆ ਵਾਲ ਅੰਦਰ ਕਿ ਲੱਗ ਬਾਜ਼ੂ ਚੋਂ ਕਲਾਈ ਕੋਲੋਂ ਕਿ ਉੱਤੋਂ ਜਾ ਕੇ? ਨਹੀਂ ਕਲਾਈ ਕੋਲ ਹੱਥ ਦੇ ਥੱਲੇ ਥੋੜਾ ਜਿਹਾ ਰਾਈਟ ਸਾਈਡ ਤੋਂ ਮੇਨ ਜਿਹੜੀ ਲੇਨ ਹੈ ਉਹਦੇ ਤੋਂ ਕੱਟ ਕੇ 2-3 ਦਿਨ ਉਹਨੂੰ ਵੀ ਜ਼ਖਮ ਸਹੀ ਹੋਣ ਲੱਗ ਜਾਂਦੇ ਨੇ ਕਿਉਂਕਿ ਉਹ ਕਾਫੀ ਵੱਡਾ ਜਿਹਾ ਟੱਕ ਹੁੰਦਾ ਉਹਨਾਂ ਨੇ ਬਾਹਰ। ਹਾਂਜੀ ਉਹ ਤੇ ਉਹਦੇ ਤੇ ਉਹਨੂੰ ਕਹਿੰਦੇ ਦਰੋਕ ਰੋਲਾ ਜੇ ਕਹਿੰਦੇ ਉਹਨੂੰ ਬਣਿਆ ਹੁੰਦਾ ਉਹਨਾਂ ਦਾ ਤਾਂ ਕਿ ਉਹ ਖੂਨ ਹੀ ਨਾ ਰੁੜ ਜੇ। ਇਹ ਵਾਲ ਇੱਕ ਪੈਂਦੇ ਅੱਗੇ ਵੀ ਪਏ ਆ। ਹਾਂਜੀ ਇਹ ਕੀ ਵਜ੍ਹਾ ਹੈ? ਹੁਣ ਇਹ ਉਮਰ ਤੇ ਤੁਹਾਡੀ ਇੰਨੀ ਨਹੀਂ ਤੇ 2 ਵਾਲ ਇੱਥੇ ਕਿਹੜਾ ਪਤਾ ਲੱਗਦਾ ਜੀ ਭਾਈ ਜਾਨ। ਅੱਲਾ ਰਹਿਮ ਕਰੇ ਜੀ, ਅੱਲਾ ਤਾਲਾ ਸੇਧ ਦੇ। ਭਾਈ ਯਾਰ ਗੱਲ ਇਹ ਹੈ ਆਪਣੇ ਆਵਾਨ ਸਾਹਿਬ ਨੇ 2 ਮੇਰੀ ਜਿਹੜਾ ਬੁਲਾਇਆ ਤੇ ਮੈਂ ਫਿਰ ਹਾਜ਼ਰ ਹੋ ਗਿਆ। ਯਾਰ ਇੱਕ ਦੂਸਰੇ ਨੂੰ ਅੱਛੇ ਤਰੀਕੇ ਨਾਲ ਦਾਵਤ ਦੇ ਲੋ। ਇਹ ਦਾਵਤ ਦੇਣੀ, ਦਾਵਤ ਦਾ ਕੰਮ ਹੈ ਤੇ ਅੱਛੇ ਤਰੀਕੇ ਨਾਲ ਇਹ ਨਹੀਂ ਜੇ ਦਿੰਦੇ ਤਾਰਕ ਸਾਹਿਬ ਜਿੰਨੀ ਦੇਰ ਬੰਦਾ ਉਹ ਜਿਹੜੀ ਬਰਾੜ ਦੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਉਹਨੂੰ ਤੇ ਜਾ ਕੇ ਉਹ ਤਾਲਮਨਾਨ ਸਾਹਿਬ ਨੇ ਬਾਹਰੋਂ ਉਹਨਾਂ ਨੂੰ ਸਮਝਾਇਆ ਕਿ ਉਹ ਤਸਵੀਰ ਵਗੈਰਾ ਹਟਵਾਤੀ ਸੀ ਤੇ ਹੁਣ ਉਹ ਤਾਲਮਨਾਨ ਸਾਹਿਬ ਤੇ ਹੋਰ ਦੋਸਤ ਜਿਹੜੇ ਨੇ ਉੱਥੇ ਬੈਠੇ ਨੇ ਅਹਿਮਦ ਸਾਹਿਬ ਕੋਲ ਉੱਥੇ ਵੀ ਅੱਛੀ ਗੱਲ ਹੋ ਰਹੀ ਕਿ ਨਹੀਂ ਹੋਣਾ ਚਾਹੀਦਾ, ਜੋ ਹੋ ਰਿਹਾ ਉਹ ਹੋਣਾ ਨਹੀਂ ਚਾਹੀਦਾ। ਤੇ ਮੈਂ ਤੁਹਾਨੂੰ ਇੱਕ ਬੈਡ ਐਗਜ਼ਾਮਪਲ ਪੇਸ਼ ਕਰਕੇ ਉਹਨਾਂ ਨੇ ਇੰਤਹਾਈ ਘਟੀਆ ਆਪਣਾ ਮੰਨਦੇ ਮगर मैं पूरी गुफ्तगू ना सुन सके ना मेरे इन्नी जड़ा वो है कैपेसिटी है जे मेरे वास्ते तो अच्छी गल है तस्वीर हटा दी वो तो सुनने वाली कोई नहीं सी, वो तो गालां ही जाहिर करते थे। लेकिन मेन चीज है कि उन्होंने तस्वीर जी लाई सी ना अगे उन्होंने तस्वीर किसी बंदे को नहीं है तो ना ही कदे किसी ने लगवाई है ना शेयर की। पहली बार मैं उन्होंने पिक्चर देखी है टिकटॉक के उत्ते ते जी हरकत इन्होंने की इंतहाई करी है। ये जड़ा भी करता है अमर साहब, ये जड़ा भी करता है वो मेरी नजर इतने घटिया ही है। कोई किसी दी लाना मर्दां दी लाओ तुसी, मर्दां दी रोज चंगियां होंदियां ने तुसी ला के रखो। मर्दां दी खैर मर्दां नूं की है, औरतां दी ਜਿਹੜੀਆਂ ਨੇ ਭਾਵੇਂ ਧੀ ਤੁਹਾਡੀ ਹੋਏ ਮੇਰੀ ਹੋਏ ਸਾਰਿਆਂ ਦੀਆਂ ਸਾਂਝੀਆਂ ਨੇ ਧੀਆਂ ਭੈਣਾਂ। ਹਾਂ ਬਿਲਕੁਲ मुसलमान होए गैर मुस्लिम होए साडे नबी ने ते एहतराम किया ना, इज्जत दी है ना। और फिर वो घरेलू खतौन ने एक प्राइवेट उन्होंने एक घर की पिक्चर ला के तो नाल उत्ते बकवास लिखे है गंदी। एक गिले तितर किथे किथे फिरदे पे ने किहड़े पासे नहीं मुखलिस अहमदी ने गिले तितर नहीं है वो तो मुखलिस अहमदी नहीं जेड़ा तस्वीरां जेड़ा वो लीक कर रहे हैं। हां ये तो जज्बा जिहाद तो सरशार ने ना, ये तो उनका जज्बा जुनून। हां जी वरना बंदा सोचता ही कि यार तो किसी की तीर किसी की भैन कद लिए जाहिर करिए बिल्कुल किसी का भी धी भैन मां कोई भी नहीं करना चाहिए। बहरहाल ਤੁਹਾਡੀ ਖਿਦਮਤ ਇਹ ਗੁਜ਼ਾਰਿਸ਼ ਹੈ ਕਿ ਆਪਣੇ ਜਿਹੜੇ ਹੈਗੇ ਨੇ ਰਵਈਏ ਉਹਨਾਂ 'ਚ ਨਰਮੀ ਲਿਆਓ ਜੇ ਤੁਸੀਂ ਮੁਖਲਸ ਸੀ ਆਪਣੇ ਦੀਨ ਨਾਮ ਨਾਲ ਜੀ ਤੇ ਜੇ ਤੁਸੀਂ ਤਰੀਕਾਕਾਰ ਜਿਹੜਾ ਤਰੀਕਾਕਾਰ ਤੁਸੀਂ ਕੀਤਾ ਇਹਦੇ ਤੇ ਅਸਰ ਘੱਟ ਹੋਣਾ, ਨਫ਼ਰਤ ਜ਼ਿਆਦਾ ਫੈਲਣੀ। ਮੈਂ ਕਰਤੀ ਗੱਲ
ਅੱਛਾ ਮੈਂ ਕਿ ਤੁਸੀਂ ਖਤਮ ਕਰ ਲਓ, ਮੈਂ ਤੁਹਾਨੂੰ ਕਿਤਨਾ ਨਹੀਂ ਚਾਹੁੰਦਾ। ਗੱਲ ਇਹ ਹੈ ਤਾਰਕ ਸਾਹਿਬ ਕਿ ਅਸੀਂ ਅੱਗੇ ਵੀ ਤੇ ਇੰਨੇ ਚਿਰ ਦਾ ਆਪਣਾ ਰਵੱਈਆ ਜਿਹੜਾ ਉਹ ਮੁਤਦਿਲ ਰੱਖਣ ਵਾਸਤੇ ਇਸ ਹੱਦ ਤੱਕ ਕੋਸ਼ਿਸ਼ ਕਰਦੇ ਰਹੇ ਹਾਂ ਕਿ ਸਾਨੂੰ ਆਪਣੇ ਕੋਲੋਂ ਨਹੀਂ ਗਾਲਾਂ ਪਈਆਂ ਨੇ ਕਿ ਉਹਨਾਂ ਦੇ ਸੌਦਕਾਰ ਨੇ, ਏਜੰਟ ਨੇ ਵਗੈਰਾ ਵਗੈਰਾ, ਲੇਕਿਨ ਅਸਾਂ ਆਪਣਾ ਰਵੱਈਆ ਮੁਤਦਿਲ ਹੀ ਰੱਖਿਆ। ਹੁਣ ਜਿਹੜੀ ਤਲਖੀ ਤੇ ਤੁਰਸ਼ੀ ਆਈ ਹੈ ਨਾ, ਉਹਦੀ ਵਜ੍ਹਾ ਇਹ ਹਾਲੀਆ ਵਾਕਿਆਤ ਨੇ ਕਿ ਅੱਗੇ ਤੁਹਾਨੂੰ ਮੈਂ ਯਾਦ ਹੋਵੇਗਾ, ਤੁਸੀਂ ਵੀ ਉਹਦਾ ਹਿੱਸਾ ਰਹੇ ਹੋ ਕਿ ਜਦੋਂ ਸਲੀਮ ਨੇ ਰਾਜਪਾਲ ਦੀ ਕਿਤਾਬ ਪੜ੍ਹੀ, ਤੁਸਾਂ ਵੀ ਲਾਨਤ ਪਾਈ, ਤਲਤ ਮਲਕ ਨੇ ਵੀ ਲਾਨਤ ਪਾਈ, ਅਲੀਮ ਨੇ ਵੀ ਲਾਨਤ ਪਾਈ, ਤਰ੍ਹਾਂ ਚੋਂ ਬੰਦਿਆਂ ਨੇ। ਮੈਂ ਤਾਂ ਉਸ ਕਿਤਾਬ ਨੂੰ ਲੈਣਾ ਪਸੰਦ ਨਹੀਂ ਕਰਦਾ। ਹਾਂਜੀ, ਤੇ ਉਹ ਅੱਜ ਹੁਣ ਵੇਖਿਆ ਜਾਏ ਕਿ ਇੰਨਾ ਕੰਮ ਵੱਧ ਗਿਆ ਹੈ ਕਿ 3-4 ਦਿਨ ਤੋਂ ਉਹ ਗਾਲਾਂ ਕੱਢਦੇ ਨੇ ਪਏ, ਦੋਏ ਸੈਫੀ ਵੀ ਤੇ ਉਹ ਅਲੀ ਅਕਬਰ ਵੀ, ਨਬੀ ਪਾਕ ਨੂੰ, ਉਮਲ ਮੋਮਿਨੀਨ ਨੂੰ। ਇਹ ਮੇਰੇ ਕੋਲ ਵੀਡੀਓ ਪਈ ਹੈ, ਮੇਰੇ ਕੋਲ ਤੁਹਾਡਾ ਪਤਾ ਨਹੀਂ WhatsApp ਨੰਬਰ ਨਹੀਂ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਗੰਦੀਆਂ ਗਾਲਾਂ ਦਾ ਕੱਢਦਾ ਉਮਲ ਮੋਮਿਨੀਨ। ਤੇ ਮੈਂ ਗੱਲ ਇਹ ਕਹਿਣਾ ਚਾਹੁੰਦਾ, ਅਗਰ ਵੇਖਿਆ ਜਾਏ ਕਿ ਜਮਾਤ ਵਿੱਚ ਕੋਈ ਬੰਦਾ ਉਹਨਾਂ ਦੀ ਮਜ਼ੰਮਤ ਨਹੀਂ ਕਰ ਰਿਹਾ, ਉਹਨਾਂ ਦੀ ਰੋਕਥਾਮ ਵਾਸਤੇ ਜਾਂ ਸਾਡੇ ਅਥਰੂ ਹੀ ਪੂੰਝਣ ਵਾਸਤੇ ਕੋਈ ਬੰਦਾ ਆ ਸਕਦਾ ਹੈ ਨਾ, ਤੇ ਕੋਈ ਵੀ ਨਹੀਂ। ਸਾਰੇ ਹੀ ਉਹਨਾਂ ਦੇ ਬਲਕਿ ਪਿੱਛੇ ਹੋ ਕੇ ਪਿਆਉਂਦੇ ਨੇ ਕਿ ਇਹਨਾਂ ਦਾ ਸਹੀ ਇਲਾਜ ਮੁਸਲਮਾਨ। ਸੋ ਇਹ ਕੰਮ ਤੇ ਨਹੀਂ, ਮੈਂ ਤਾਂ ਸਾਰਾ ਉਹਦਾ ਰਿਐਕਸ਼ਨ ਮਨ ਤਾਂ ਮੇਰਾ ਤਾਂ ਪਹਿਲੇ ਦਿਨ ਦਾ ਉਹੀ ਮੌਕਫ ਹੈਗਾ ਕਿ ਤੁਸੀਂ ਜੇ ਸ਼ਾਖ ਤੇ ਬੈਠੇ ਉਹਨੂੰ ਹੀ ਕੱਟ ਦਿਓਗੇ। ਮਤਲਬ ਹੈ ਕਿ ਉਹ ਗੁਲਾਮ ਬਚਾਉਣ ਵਾਸਤੇ ਆਕਾ ਜਿਹੜਾ ਉਹਨੂੰ, ਉਹਦੇ ਤੇ ਤੁਸੀਂ ਜਿਹੜਾ ਛੱਡ ਦੌੜੋਗੇ, ਇਹ ਨਹੀਂ ਤਰੀਕਾ ਸੀ। ਲੇਕਿਨ ਤੁਸੀਂ ਵੀ ਆਪਣੇ ਰਵੱਈਆਂ 'ਚ ਤਬਦੀਲੀ ਕਰੋ, ਥੋੜੀ ਜਿਹੀ ਨਜ਼ਰਸਾਨੀ ਕਰੋ। ਉਧਰ ਵੀ ਕਿਸੇ ਨਾ ਕਿਸੇ ਜ਼ਰੀਏ ਜਿਹੜਾ ਕੋਸ਼ਿਸ਼ ਕਰਾਂਗੇ, ਕਿਉਂਕਿ ਡਾਇਰੈਕਟ ਮੈਂ ਉਹਨਾਂ ਬਰਾਡਾਂ 'ਚ ਮੇਰੀ ਹਾਜ਼ਰੀ ਬਹੁਤ ਘੱਟ ਹੁੰਦੀ ਹੈ। ਮੈਂ ਜ਼ਿਆਦਾਤਰ ਇੱਧਰ ਜਾਂ ਹੁਸੈਨੀ ਸਾਹਿਬ ਕੋਲ ਹੁੰਦਾ ਜਾਂ ਮੀਆਂ ਸਾਹਿਬ ਕੋਲ, ਤੇ ਵੀ ਕੋਸ਼ਿਸ਼ ਕਰਾਂਗੇ ਵੀ ਅੱਲਾਹ ਨਹੀਂ। ਬੰਦੇ ਤੇ ਇੰਨੇ ਬਾਵਲੇ ਹੋ ਗਏ ਨੇ, ਬੰਦਿਆਂ ਨੂੰ ਤੇ ਇੰਨਾ ਹਯਾ ਸ਼ਰਮ ਦਾ ਜਿਹੜਾ ਨਾ ਫੁਕਦਾਨ ਹੋ ਗਿਆ ਕਿ ਤੁਹਾਨੂੰ ਤੁਹਾਡੀ ਜਮਾਤ ਦਾ ਬੰਦਾ ਕਹਿਣ ਲੱਗੇ ਅਸੀਂ ਉਹ ਵਾਟਰ, ਪਤਾ ਜੀ ਕਿਸ ਬਦਤਮੀਜ਼ੀ ਨਾਲ ਬੋਲਣ ਲੱਗੇ ਸੀ। ਜ਼ਾਤੀ ਤੌਰ ਤੇ ਮੈਨੂੰ ਕੋਈ ਬੜੀ ਤਕਲੀਫ ਹੋਈ। ਮੈਂ ਕਿਹਾ ਇੱਕ ਬੰਦਾ ਬਿਮਾਰ ਹੋਵੇ, ਹਸਪੀਟਲ ਪਿਆ ਹੋਵੇ, ਯਾਰ ਤੁਸੀਂ ਤੇ ਦਰਿੰਦਿਆਂ ਨੂੰ ਵੱਧ ਗਏ। ਉਹ ਤੁਹਾਡਾ ਆਪਣਾ ਬੰਦਾ ਹੈ, ਮੁਖਾਲਫ ਹੋਵੇ ਚਲੋ ਤੁਸੀਂ ਕਰ ਲਓ ਕੁਝ ਅਵਲਪੁਣਾ, ਉਹ ਵੀ ਗਿਰੀ ਹੋਈ ਹਰਕਤ। ਅਗਰ ਤੁਸੀਂ ਮੁਖਾਲਫ ਨੂੰ ਨਹੀਂ ਬਿਮਾਰੀ ਦੇ ਮਤਲਬ। ਦੇਖੋ ਮੈਂ ਆਪਣੇ ਬੰਦਿਆਂ ਨਾਲ ਗੱਲ ਕੀਤੀ ਹੈ, ਮੈਂ ਕਿਹਾ ਯਾਰ ਇਹਦੇ ਨਾਲੋਂ ਮਤਲਬ ਇਮਰਾਨ ਸਾਹਿਬ ਨੇ ਉਹ ਸਾਡੇ ਟੋਟਲ ਮੁਖਾਲਫ ਨੇ ਨਜ਼ਰੀਆਤ ਦੇ। ਉਹ ਮੇਰੀ ਇੰਨੀ ਇੱਜ਼ਤ ਕਰਦਾ ਹੈ। ਸੁਹੇਬ ਰਾਜਾ ਜਿਹੜਾ ਉਹ ਚਾਚਾ ਕਰਦਾ ਹੈ, ਨਜਮ ਫੇ ਹੋਰ ਕਾਫੀ ਦੋਸਤ ਨੇ, ਲੇਕਿਨ ਉਹਨੂੰ ਉਹ ਜ਼ਿਆਦਾ ਇਲਮ ਵੀ ਕਈ ਵਾਰੀ ਜਿਹੜਾ ਨਾ ਉਹ ਨੈਗੇਟਿਵ ਅਸਰ ਕਰ ਦਿੰਦਾ। ਉਹ ਨਹੀਂ ਕਹਿ ਰਹੇ, ਉਹ ਵੀ ਠੀਕ ਹੋ ਜਾਏਗਾ, ਵੱਡਾ ਹੋਏਗਾ, ਠੀਕ ਹੋ ਜਾਏਗਾ। ਇਖਲਾਕੀ ਤੌਰ ਤੇ ਪਸਤੀ ਹੈ ਨਾ ਜਿਹੜੀ, ਉਹਦੀ ਤੁਸੀਂ ਗਿਰਾਵਟ ਦਾ ਅੰਦਾਜ਼ਾ ਲਾਓ ਕਿ ਆਪਣੀ ਜਮਾਤ ਦਾ ਬੰਦਾ ਹੈ, ਉਹ ਬਿਮਾਰ ਹੈ, ਉਹ ਹਸਪੀਟਲ ਹੈ, ਬਜਾਏ ਇਸ ਤੇ ਕਿ ਉਹਦੇ ਨਾਲ ਪਿਆਰ ਦੇ, ਨਰਮੀ ਦੇ ਬੋਲ ਬੋਲਣ ਦੇ, ਉਹ ਵਾਟਰ ਜਿਹੜਾ ਹੈ ਉਹ ਜਿਸ ਬੇਹੂਦਗੀ ਨਾਲ, ਬਦਤਮੀਜ਼ੀ ਨਾਲ ਤੁਹਾਡੇ ਨਾਲ ਮੁਖਾਤਬ ਹੋਣ ਲੱਗ ਪਿਆ ਸੀ, ਹੈਰਾਨ ਹੋ ਗਿਆ ਕਿ ਬਈ ਕਿਸ ਹੱਦ ਤੱਕ ਗਿਰੇ ਲੋਕ। ਗਿਰੇ ਲੋਕ ਤੇ ਇੱਧਰ ਵੀ ਆਏ ਨੇ, ਅਸੀਂ ਨਹੀਂ ਕਹਿੰਦੇ ਕਿ ਅਸੀਂ ਸਾਰੇ ਅੱਜ ਹੀ ਲੱਖ ਸਾਡੇ ਵੀ ਇਖਲਾਕੀ ਤੌਰ ਤੇ ਗਿਰੇ ਲੋਕ ਬੜੇ ਨੇ। ਮੇਰਾ ਰਿਐਕਸ਼ਨ ਤੁਸੀਂ ਵੇਖ ਲਓਗੇ। ਗੱਲ ਇਹ ਕਿ ਇੱਥੇ ਹਸਪੀਟਲ ਵਿੱਚ ਬੰਦਾ ਬੈਠਾ ਬੋਰ ਹੋ ਜਾਂਦਾ, ਫਿਰ ਤੁਹਾਨੂੰ ਪਤਾ ਸਾਰੇ ਦੂਜੀ ਜ਼ੁਬਾਨ ਵਾਲੇ, ਕੋਈ ਲੰਮਾ ਪਿਆ, ਕੋਈ ਸੁੱਤਾ, ਉਹਨੇ ਕਿ ਦਿਲ ਕਰਦਾ ਕਿ ਚਲੋ ਵੇਖੀ ਸੁਣੀ। ਉਹ ਹੁਸੈਨੀ ਸਾਹਿਬ ਨੇ ਬੁਲਾ ਲਿਆ, ਮੈਂ ਉਹਨਾਂ ਨੂੰ ਇੰਨੀ ਅਰਜ਼ ਕੀਤੀ ਯਾਰ ਦੁਆ ਕਰਨਾ। ਮੈਂ ਉਹ ਕਹਿੰਦਾ ਇੰਨਾ ਠਰਕ ਹੈ, ਮਤਲਬ ਪੂਰੀ ਗੱਲ ਨਾ ਸੁਣ ਕੇ ਮੌਕਫ ਪੇਸ਼ ਕਰਨਾ ਬਦਤਮੀਜ਼ੀ ਚ ਆ ਜਾਂਦਾ। ਉਹ ਨਹੀਂ ਭਲਾ ਹੈ, ਉਹਨੂੰ ਵੀ ਗੁਜ਼ਾਰਿਸ਼ ਕਰਨੀ, ਅਸੀਂ ਕਿਹੜਾ ਉਹਨੂੰ ਡਾਂਗ ਮਾਰ ਲੈਣੀ ਹੈ। ਨਹੀਂ ਇੰਨਾ ਤੇ ਉਹਨੂੰ ਪਤਾ ਲੱਗ ਗਿਆ ਨਾ ਤੁਹਾਡੀ ਗੱਲ ਸੁਣ ਕੇ ਕਿ ਤੁਸੀਂ ਹਸਪੀਟਲ ਹੋ,
ਇਹਦੇ ਉੱਤੇ ਜੋ ਤਨਕੀਦ ਕਰ ਰਹੇ ਸੀ, ਚਲੋ ਪਤਾ ਨਾ ਹੋਵੇ ਤੁਹਾਡੇ ਨਾਲ ਕੋਈ ਗੱਲ ਕਰ ਦਿੰਦਾ ਤੇ ਬੰਦਾ ਆਂਦਾ ਕਿ ਉਹਨੂੰ ਪਤਾ ਨਹੀਂ ਸੀ ਕਿ ਤੁਸੀਂ ਉਹਨੂੰ ਪਤਾ ਲੱਗਣ ਦੇ ਬਾਅਦ ਉਹ ਤਨਕੀਦ ਕਿਆ ਕਰਦਾ ਹੈ ਕਿ ਤੁਸੀਂ ਹਸਪੀਟਲ 'ਚ ਕਿਉਂ ਗੱਲ ਕਰਦੇ ਹਾਂ ਕੋਈ ਨਹੀਂ, ਪਰ ਮੈਂ ਜ਼ਿਆਦਾ ਉਹਨੂੰ ਨਹੀਂ ਦੇਣਾ ਚਾਹਦਾ। ਉਹਨੂੰ ਵੀ ਪਤਾ ਹੀ ਨਹੀਂ ਕਿ ਇਹ ਕਾਲ ਮੈਂ ਪਾਈ ਹੈ। ਉਹਨੂੰ ਵੀ ਪਤਾ ਹੀ ਨਹੀਂ ਕਾਲ ਮੈਂ ਪਾਈ ਹੈ ਕਿ ਉਹ ਸੈਣੀ ਸਾਹਿਬ ਨੂੰ ਵੀ ਚੁੱਕਿਆ ਹੈ। ਉਹਦੇ ਕੋਈ ਫਰਕ ਨਹੀਂ ਪੈਂਦਾ, ਤੁਸੀਂ ਆਪ ਦੀ ਕਾਲ ਪਾਈ ਹੈ ਤਾਂ ਕਿ ਹਸਪੀਟਲ ਸਗੋਂ ਬੰਦੇ ਦਾ ਦਿਲ ਲਾਉਣ ਦਾ ਇੱਕ ਜ਼ਰੀਆ ਹੁੰਦਾ। ਬੰਦਾ ਉੱਥੇ ਹਸਪੀਟਲ ਦੀ ਜ਼ਬਾਨ ਨਾਲ ਬੰਦਿਆਂ ਨਾਲ ਕਿਹੜਾ ਕੋਈ ਗੱਪ ਮਾਰਦੀ ਹੁੰਦੀ ਹੈ। ਮੋਬਾਈਲ ਇੱਕ ਬਿਹਤਰੀਨ ਸੋਰਸ ਹੈ ਕਿ ਤੁਸੀਂ ਬੈੱਡ ਤੇ ਪਏ ਥੱਕ ਗਏ ਹੋ ਤਾਂ ਚਲੋ ਕਿਹਦੇ ਨਾਲ ਟਾਈਮ ਪਾਸ ਕਰਨਾ ਚਾਹੋ। ਹਾਂਜੀ ਇਹ ਤੇ ਕੋਈ ਚੀਜ਼ ਨਹੀਂ ਹੈ। ਅਰਸ਼ਦ ਜਿੰਨਾ ਨੇ ਮੈਂ ਇਹਨਾਂ ਨੂੰ ਜਾਣਦਾ ਵੀ ਨਹੀਂ, ਵੇਖੋ ਉਹਨਾਂ ਨੇ ਕਿੰਨਾ ਅੱਛਾ ਇਹ ਕੀਤਾ। ਵਾਲੇਕੁਮ ਸਲਾਮ ਵੀ ਹੈ, ਮੈਂ ਤੁਹਾਡਾ ਰਹਿਮਤਾਂ ਵੀ ਕਰੇ ਤੇ ਬਰਕਤਾਂ ਵੀ ਦੇ ਤੁਹਾਨੂੰ। और देखो ना ये चीज़ इंसानियत, पहला मजहबी इंसानियत है। राती उत्थे ना मैनू तुसीं उत्थे सुध बार-बार सोनी साहब कोई मैसेज लिखन लगे सी थल्ले भाई दुआ करो ना मत दुआ करो। तो खैर उत्थे सैनी साहब दी बराड़ ते दुआ करन वास्ते भी ना बंदे ऐ समझ लो भाई छिक्कू चाड़ के दूजा के मुंह पे तां ही गल करते थे, नहीं गल मैं करना चाहता सी लेकिन उन्होंने मौका ही नहीं दिता। रौला पाया वैसे पर ये ਤੁਹਾਡੀ ਉਮਰ ਇੰਨੀ ਨਹੀਂ ਕਿ ਤੁਹਾਨੂੰ ਮੈਂ ਬਾਹਰ ਕਹਿਣ। ਮੇਰਾ ਨਹੀਂ ਖਿਆਲ ਕਿ ਇਹ ਕੋਈ ਅੱਛਾ ਸਾਈਨ ਹੈ। सिगरेटा तो नहीं पीते खादिम साहब? नहीं, मैनू कोई 12-13 साल हो गए मैं छोड़ती नहीं यार, उदों पींदा सी हुण नहीं। सिगरेट 12-13 साल पहले ਲੱਗਿਆ ਕਿ ਇਹਨਾਂ ਦਾ ਜਿਸਮ ਚਰਬੀ ਵਾਲਾ ਸ਼ਾਇਦ ਕੋਲੇਸਟ੍ਰੋਲ ਵਗੈਰਾ ਦੀ ਕੋਈ ਉਸ ਦਾ ਸਾਫਾ। हाँ वो ਸਾਡਾ ਵਜੂਦ ਤੁਹਾਡਾ ਕਿੰਨਾ ਵਜ਼ਨ ਹੈ ਤੁਹਾਡਾ? मेरा 85 किलो है। कद कितना जे? 170 तो उत्ते ही है। नहीं फुटा मुझे दसो। 5.5 या 5.5 या ऊपर है? 5 फुट के 10 इंच है। 10 इंच? हाँ लेकिन थोड़ा ज्यादा, बहुत ज्यादा वजन तो नहीं है 85, लेकिन 85 किलो वजन वाह ही होता है। को मेरा दिल नहीं मनिया, वो तो लोगों का मुंह ही खराब होगा ना ला ला के। टीके लाओ। अमूमन दिल वाला जो मसला होता है कोलेस्ट्रोल के इजाफे नाल ही होता है। हाँ जी साडा एक अजीज सी जो कल्ला पुत्र सी, शादीशुदा सी लेकिन एक छोटे छोटे बच्चे सन। 2002 की गल है। कोई ईद वड्डी सी ना तो कि कुर्बानी की ते गोश्त वगैरह खादा। पहला ही कि हफ्ता पहले उन्होंने कोई थोड़ा जा ना शक जहा पिया सी, हल्का जहा, तो गया सी डॉक्टर को, तो ब्लड टेस्ट किया तो उन्हें आख्या कोलेस्ट्रोल का इजाफा होया, तेन थोड़ा घटाओ। घटाने की बजाय जिस वक्त आया होंगे ईद आ गई तो ना गोश्त खादा तो कोलेस्ट्रोल होर वध गया उहदे नाल। बस वो शाम की नमाज वास्ते ना वजू करन लगा तो गुजरात ही शहर दे विच एक महल्ला पोश एरिया ही है, वो दरवाजे दे अगे इन्हां दी टुट्टी छुट्टी लगी सी ना कि चलो इत्थे पानी लैने लोग लैके वजू शुरू करन लगे ने, उत्थे डिगे ने ठीक नहीं। वो सारिया गल्लां बाद च पता लगियां कि भाई हफ्ता पहले कोई मसला होया सी, कोलेस्ट्रोल के इजाफा होया सी। वो भी मेरे यार उन्हां दा कद सी तुहाडे नाल ज़्यादा ही सी ते
ਇੰਨਾ ਵਜ਼ਨ ਨਹੀਂ ਸੀ ਹੈ। ਬਜ਼ਾਰ ਜਿਹੜਾ ਲੰਬਾ ਬੰਦਾ ਹੁੰਦਾ ਹੈ ਨਾ, ਉਹਦਾ ਵਜ਼ਨ ਜਿਹੜਾ 80-85 ਕਿਲੋ ਉਹ ਪਚ ਜਾਂਦਾ ਹੈ। ਜਿਸਮ ਅਗਰ ਬੈਲੈਂਸ ਹੋਵੇ, ਪੇਟ ਸ਼ੇਟ ਨਾ ਵਧਿਆ ਹੋਵੇ, ਡਿਵਾਈਡਡ ਹੋਵੇ ਬਾਜ਼ੂਆਂ ਚ, ਮਸਲ ਵਿੱਚ। ਅੱਛਾ, ਕਈ ਲੋਕ ਨੇ ਉਹਨਾਂ ਦੇ ਪੇਟ ਵਧੇ ਹੁੰਦੇ ਨੇ, ਜੋ ਬਾਕੀ ਜਿਸਮ ਹੈ ਇਸ ਤਰ੍ਹਾਂ ਦੀ ਵੀ ਇੱਕ ਬਿਮਾਰੀ ਹੈ। ਬਹਰਹਾਲ ਜ਼ਿੰਦਗੀ ਇੰਨੀ ਕੋਈ ਹੈ। ਮੈਂ ਅੱਜ ਸਵੇਰ ਘਰੋਂ ਨਿਕਲਿਆ ਨਾ, ਉਸ ਵਕਤ ਵੀ ਮੈਂ ਸੋਚ ਰਿਹਾ ਸੀ ਕਿ ਬੰਦਾ ਜਿਹੜਾ ਨਾ, ਬੰਦੇ ਦੀ ਜ਼ਿੰਦਗੀ ਇੰਨੀ ਕੋਈ ਹੈ ਕਿ ਇਹ ਜਿਹੜੀ ਧੌਣ ਨਾਲ, ਜਿਹੜੀਆਂ ਅੱਖਾਂ ਨਾਲ, ਜਿਹੜੀ ਜ਼ੁਬਾਨ ਨਾਲ ਉਹ ਚਤਰ ਕਰਨ ਲੱਗੇ ਹੈ ਤੇ ਵਰਕ ਕਰਨ ਲੱਗੇ ਹੈ, ਸਾਲ ਹਾ ਸਾਲ ਤੂੰ ਕਰ ਰਿਹਾ ਵੀ ਨਹੀਂ ਕਿ ਭਾਈ ਕੱਲ ਸ਼ੁਰੂ ਹੈ, ਸਾਲ ਹਾ ਸਾਲ ਤੂੰ ਇਹ ਜਿਹੜੇ ਉਹਦੇ ਆਰਗਨਸ ਨੇ ਨਾ, ਇਹਨਾਂ ਨੂੰ ਯੂਜ਼ ਪਿਆ ਕਰਦਾ ਹੈ। ਯਕੀਨ ਜਾਣੋ, ਇੱਕ ਤਲਵਾਰ, ਇੱਕ ਟੋਕਾ ਮਾਰਦੇ ਨੇ ਤੇ ਧੌਣ ਹੀ ਵੱਖਰੀ ਹੋ ਜਾਂਦੀ ਹੈ। ਉਹ ਸਾਰੀ ਜਿਹੜੀ ਉਹਦੀ ਹੈ ਕਿੱਧਰ ਜਾਂਦੀ ਹੈ ਜੀ? ਸ਼ਰਮ ਜ਼ਬਾਨੀ, ਤਾਕਤ, ਹੋਸ਼, ਗੱਲਾਂ, ਲੜਾਈਆਂ, ਜ਼ਿੱਦਾਂ ਕਿੱਧਰ ਜਾਂਦੀਆਂ ਨੇ? ਇੱਕ ਸਕਿੰਟ ਲੱਗਦਾ ਹੈ। ਬੰਦਾ ਬੁਨਿਆਦੀ ਤੌਰ ਤੇ ਭਾਵੇਂ ਉਹਨੂੰ ਦਿਲ ਦਾ ਅਟੈਕ ਹੋਵੇ, ਭਾਵੇਂ ਉਹਦੀ ਧੌਣ ਵੱਢਣ ਹੋਵੇ, ਭਾਵੇਂ ਉਹਨੂੰ ਫਾਂਸੀ ਦਿੱਤਾ ਜਾਏ, ਭਾਵੇਂ ਉਹਨੂੰ ਕੋਈ ਗੋਲੀ ਮਾਰੇ, ਬੰਦੇ ਦਾ ਵਾਇਆ ਕੋ ਨਹੀਂ ਹੈ। 50-60 ਸਾਲ ਦਾ ਬੰਦਾ, 70 ਸਾਲ ਦਾ ਬੰਦਾ ਜ਼ਿੰਦਗੀ ਨਿਸ਼ੇਬੋ ਫਰਾਜ਼ ਵੇਖਦਾ ਹੈ, ਉਹ ਬੰਦਾ ਇਹ ਸਮਝਦਾ ਵੀ ਕੁਝ ਵੀ ਨਹੀਂ ਹੁੰਦਾ, ਕੁਝ ਵੀ ਨਹੀਂ ਹੁੰਦਾ। ਲੇਕਿਨ ਹੁਣ ਤੇ ਆਉਂਦਾ ਇੱਕ ਸਕਿੰਟ ਵੀ ਨਹੀਂ ਲੱਗਦਾ। ਜਵੇਦ ਚੌਧਰੀ ਦਾ ਮੈਂ ਇੰਟਰਵਿਊ ਕਰ ਸੁਣਦਾ ਸੀ ਤਾਂ ਉਹ ਕਹਿੰਦਾ ਵੀ ਮੈਂ ਜਿਸ ਵੇਲੇ ਵੀ ਮਾਂ ਪਰੇਸ਼ਾਨ ਹੋਵੇ ਜਾਂ ਘਰ ਕੋਈ ਪਰੇਸ਼ਾਨੀ, ਟੈਨਸ਼ਨ ਹੋਵੇ ਨਾ, ਤੇ ਮੈਂ ਮਾਂ ਨੂੰ ਕਹਿੰਦਾ ਵੀ ਅੰਮਾ ਜੇ ਮੈਂ ਉਦੋਂ ਨਹੀਂ ਮਰਿਆ ਤਾਂ ਹੁਣ ਵੀ ਨਹੀਂ ਮਰਦਾ, ਤੂੰ ਨਾ ਟੈਨਸ਼ਨ ਲੈ। ਬਈ ਜਦੋਂ ਇਹ ਪੈਦਾ ਹੋਇਆ ਤੇ ਉਹਨੇ ਕੋਈ ਗੱਲ ਸੁਣਾਈ ਵੀ ਉਹ ਡੇਰੇ ਤੇ ਬਾਹਰ ਕੋਈ ਲੇਬਰ ਪੇਨ ਸ਼ੁਰੂ ਹੋ ਗਿਆ ਤੇ ਕੱਲੀ ਸੀ ਵਾਲਦਾ ਇਹਨਾਂ ਦੀ, ਤੇ ਬੱਚੇ ਦੀ ਡਿਲੀਵਰੀ ਹੋ ਗਈ, ਕੋਈ ਔਰਤ ਕੋਲ ਮਦਦ ਕਰਨਾ, ਬੇਹੋਸ਼ ਹੋ ਗਈ, ਮਾਂ ਵੀ ਬੇਹੋਸ਼ ਹੋ ਗਈ ਤੇ ਬੱਚਾ ਵੀ ਜਿਹੜਾ ਉਹ ਵੀ ਬੇਹੋਸ਼। ਸਵੇਰੇ ਉੱਠ ਕੇ ਆ ਕੇ ਖਤੂਨ ਨੇ ਪਿੰਡੋਂ ਆ ਕੇ ਵੇਖਿਆ ਤੇ ਉਹ ਬੱਚਾ ਬੇਹੋਸ਼ ਪਿਆ ਸੀ, ਮਾਂ ਵੀ ਲੱਤ-ਪੱਤ ਪਹੁੰਚ ਜਿਹੜੀ ਉਹ ਬੇਹੋਸ਼ ਪਈ ਸੀ। ਤੇ ਉਹ ਕਹਿੰਦਾ, ਮੈਂ ਮਾਂ ਨੂੰ ਕਹਿੰਦਾ ਵੀ ਅੰਮਾ ਜੇ ਮੈਂ ਉਦੋਂ ਨਹੀਂ ਮਰਿਆ ਨਾ ਤੇ ਹੁਣ ਵੀ ਨਹੀਂ ਮਰਦਾ, ਕੋਈ ਨਹੀਂ ਹੁੰਦਾ, ਛੱਡ ਦੇ, ਨਾ ਟੈਨਸ਼ਨ ਲੈ। ਪਰ ਕਹਿਣ ਦਾ ਮਤਲਬ ਹੈ ਬੰਦਾ ਤਸੱਲੀ ਦਿਲਾਸਾ ਆਪਣੇ ਆਪ ਨੂੰ ਗਈ ਰੱਖਦਾ ਕਿ ਇਹ ਨਹੀਂ ਕੋਈ ਹੋਇਆ ਤੇ ਵੀ ਨਹੀਂ ਹੁੰਦਾ, ਗੱਲ ਠੀਕ ਹੈ। ਲੇਕਿਨ ਜਿਸੇ ਹੁਣ ਕਿਆ ਹੁੰਦਾ ਨਾ, ਇੱਕ ਸਕਿੰਟ ਹੀ ਲੱਗਦਾ ਸਰ। ਸਿੱਧੂ ਮੂਸੇਵਾਲੇ ਨੂੰ ਜਿਸ ਤਰ੍ਹਾਂ ਸਕਿੰਟਾਂ ਦੇ ਵਿੱਚ ਉਹਨਾਂ ਨੇ ਮਾਰਿਆ ਹੈ, ਕਿਸੇ ਦੁਸ਼ਮਣ ਨਾਲ ਵੀ ਅੱਲਾ ਇਸ ਤਰ੍ਹਾਂ ਨਾ ਕਰੇ। ਅੱਲਾ ਕੱਲਾ ਉਹਨਾਂ ਦਾ ਮੁੰਡਾ ਤੇ ਏਡਾ ਕੀਮਤੀ ਮੁੰਡਾ, ਐਡੇ ਗਟਸ ਤੇ ਐਡੀਆਂ ਸਲਾਈਆਂ, ਜਿਹੜੀ ਉਹਨਾਂ ਦੀ ਸਪੈਸ਼ਲ ਬ੍ਰਾਂਚ ਹੈ ਨਾ, ਦਿੱਲੀ ਦੀ ਪੁਲਿਸ ਹੈ, ਸੀਕ੍ਰੇਟ ਪੁਲਿਸ ਕਹਿ ਲਓ, ਜਾਂ ਉਹਨਾਂ ਨੇ ਕੋਈ ਬ੍ਰਾਂਚ ਬਣਾਈ ਹੈ ਸਪੈਸ਼ਲ, ਜਿਹੜੀ ਸਟੇਟ ਦੇ ਖਿਲਾਫ ਐਕਟੀਵਿਟੀਜ਼ ਨੂੰ ਕਾਊਂਟਰ ਕਰਦੀ ਹੈ। ਉਹਨਾਂ ਦੇ ਐਸਪੀ ਨੇ ਜਾਂ ਕੋਈ ਡੀਆਈਜੀ ਸੀ, ਉਹਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਮੈਂ ਇਹਨੂੰ ਨਹੀਂ ਸੀ ਜਾਣਦਾ, ਮੈਂ ਵੀ ਪੰਜਾਬ ਦਾ ਹੀ ਹਾਂ, ਲੇਕਿਨ ਮੈਂ ਇਹਨੂੰ ਕਦੇ ਸੁਣਿਆ ਨਹੀਂ ਮੁੰਡੇ ਨੂੰ। ਲੇਕਿਨ ਜਿਸ ਵੇਲੇ ਮੈਂ ਉਹਦੀ ਗੱਲ ਸੁਣੀ ਹੈ ਤੇ ਕਾਤਲ ਵੀ ਇਹਨਾਂ ਹੀ ਫੜੇ, ਕਿਉਂਕਿ ਉਹ ਦੌੜ ਗਏ ਸਨ ਮੁੰਡੇ ਮਾਰ ਕੇ, ਤੇ ਫਿਰ ਇਹਨਾਂ ਨੇ ਮਗਰੋਂ ਜਿਹੜੀ ਹੈ ਜਦੀਦ ਟੈਕਨੋਲੋਜੀ ਹੁੰਦੀ ਫੋਨਾਂ ਦੇ ਜ਼ਰੀਏ ਜਿੱਧਰ ਬੰਦਾ ਜਾਂਦਾ ਤੇ ਫਿਰ ਇਹ ਖੁਰਾ ਤੇ ਹੀ ਅੱਜ ਕੱਲ ਮਗਰ ਹੀ ਲੈ ਜਾਂਦਾ ਨਾ ਕਿ ਇੱਧਰ ਗਿਆ ਤੇ ਉਹਦੇ ਕੋਲ ਬੈਠਾ ਤੇ ਉਹਨਾਂ ਜਾ ਕੇ ਫੜ ਲਏ। ਤੇ ਕਹਿੰਦਾ ਜਿਸ ਵੇਲੇ ਅਸੀਂ ਇਨਵੈਸਟੀਗੇਟ ਕੀਤਾ ਸਾਨੂੰ ਪਤਾ ਲੱਗਿਆ ਵੀ ਲੜਾਈ ਕੀ ਇਹਨਾਂ ਦੀ, ਕਿਉਂ ਮਾਰੇ ਨੇ। ਕਹਿੰਦਾ ਫਿਰ ਉਹ ਤਾਂ ਜਿਸ ਵੇਲੇ ਵੇਖਿਆ, ਉਹਦੇ ਗੀਤ ਵੇਖੇ ਨੇ, ਉਹਦੇ ਗਾਣੇ ਸੁਣੇ ਨੇ, ਉਹਦੀ ਆਵਾਜ਼ ਸੁਣੀ ਹੈ, ਤੇ ਮੈਨੂੰ ਵੀ ਲੱਗਿਆ ਕਿ ਬਹੁਤ ਹੀ ਟੈਲੈਂਟਡ ਮੁੰਡਾ ਸੀ, ਬਹੁਤ ਹੀ ਟੈਲੈਂਟ ਸੀ ਉਹਦੇ ਵਿੱਚ, ਮੁੰਡੇ ਦੇ ਵਿੱਚ। ਜੋ ਕੁਝ ਹੋਇਆ ਉਹ ਬਹੁਤ ਜ਼ੁਲਮ ਹੋਇਆ, ਬਹੁਤ ਜ਼ਿਆਦਾ ਹੋ ਗਈ। ਲੇਕਿਨ ਹੋਣ ਲੱਗਿਆ ਸਕਿੰਟਾਂ 'ਚ ਘਰ ਹੀ ਉੱਜੜ ਗਿਆ, ਘਰ ਹੀ ਮੁੰਡਾ, ਵਿਹੜਾ ਹੀ ਮੁੰਡਾ ਮਾਰ ਕੇ ਤੱਕ ਉਹਦਾ। ਸੋ ਬੰਦਾ ਭਾਵੇਂ 6 ਫੁੱਟ ਦਾ ਹੋਵੇ ਤੇ ਭਾਵੇਂ 80 ਕਿਲੋ ਦਾ ਹੋਵੇ, ਭਾਵੇਂ 85 ਕਿਲੋ ਦਾ ਹੋਵੇ ਨਾ, ਭਾਵੇਂ 50 ਸਾਲ ਦਾ ਚੱਲਦਾ ਤਰਮੀਮ ਕਰਵਾਈ ਹੈ ਜੀ, ਕੀ ਤਰਮੀਮ ਕਰਵਾਈ ਹੈ। ਸੱਚੀ ਗੱਲ ਹੈ ਇਹ ਕਿ ਰੋਲਾ ਹੀ ਹੈ ਪਿਆ, ਮੈਂ ਕੋਈ ਐਡੀ ਉਹਦੇ 'ਚ ਗਹਿਰਾਈ ਨਾਲ ਸੁਣੀ ਨਹੀਂ ਗੱਲ, ਵੇ ਕੀ ਤਰਮੀਮ ਕੀਤੀ
ਕਰਦੀ ਹੈ ਤੇ ਕੀ ਰੋਲ ਹੈ ਉਹ ਮੇਰੇ ਖਿਆਲ ਉਹਦਾ ਜਿਹੜਾ ਚੀਫ ਆਫ ਆਰਮੀ ਸਟਾਫ ਹੈ ਉਹਦੇ ਬਾਰੇ तेरा मेरे नाल भी थक गया तो वो भी लाइटा लाइटा बंद करना पाया। ठीक है तुम करो सारे दोस्त। बहुत शुक्रिया जनाब। जी जी जरूर जरूर सेहत होवे तो अल्लाह करे। जज़ाक अल्लाह अपना तारक साहब अल्लाह ताला तुहानू सेहत देवे। जज़ाक अल्लाह राजा भाई सब दा बहुत शुक्रिया मेरे तारिक चौहान भाई दे। अस्सलाम वालेकुम रहमतुल्लाह वबरकातुहू। आओ जी राज साहब क्या हाल चाल है? राज साहब क्या हाल है? हाँ ठीक हो मुलाले वाले हो? अल्लाह दा करम जी तुसी सुनाओ ठीक है? राय साहब की कराई जाए जेडी गल पे करते हैं तरमीम की 27th अमेंडमेंट कर रहे हो ना जी वो असल ਜਿਹੜੀ ਅਮੈਂਡਮੈਂਟ ਹੈ ਨਾ ਕੋਈ ਤਾਂ ਵਾਕਈ ਚੀਜ਼ਾਂ ਕਰ ਰਹੇ ਨੇ ਤੇ ਕੁਝ ਸੋਸ਼ਲ ਮੀਡੀਆ ਤੇ ਉਸ ਦੇ ਖਿਲਾਫ ਪ੍ਰੋਪਗੈਂਡਾ ਵੀ ਬਹੁਤ ਹੋ ਰਿਹਾ ਹੁਣ ਮਿਸਾਲ ਦੇ ਤੌਰ ਤੇ ਕਾਫੀ ਬੰਦਿਆਂ ਨੇ ਇਹ ਪਾਈਆਂ ਨੇ ਜੀ ਕਿ ਓਵਰਸੀਜ਼ ਪਾਕਿਸਤਾਨੀਆਂ ਨੇ ਜਿਹੜੇ ਨਾ ਉਹ ਡਿਊਲ ਨੈਸ਼ਨੈਲਿਟੀ ਉਹ ਖਤਮ ਕਰਨ ਲੱਗੇ ਹਾਲਾਂਕਿ ਉਸ ਵਿੱਚ ਕੋਈ ਹਕੀਕਤ ਨਹੀਂ ਹੈ ਜਿਹੜੀ ਮੇਨ ਚੀਜ਼ ਹੈ ਨਾ ਉਸ ਦੇ ਵਿੱਚ ਉਹ ਇਹ ਹੈ ਕਿ ਜਿਹੜਾ ਨਾ ਇਸਨੂੰ ਫੀਲਡ ਮਾਰਸ਼ਲ ਇਹ ਤਾਂ ਯਾਦ ਸ਼ਾਇਦ ਇਸ ਦਾ ਕੋਈ ਅਹੁਦਾ ਰਹਿ ਸੀ ਕਿ ਅਦਾਲਤ ਹੈ ਜਿਹੜੀ ਉਹ ਪਾਰਲੀਮਾਨ ਦੀ 2/3 ਮੈਜੋਰਟੀ ਆਰਮੀ ਚੀਫ ਨੂੰ ਢਾਹ ਸਕਦੀ ਆਸਿਮ ਮੁਨੀਰ ਦੇ ਮੂੰਹ ਨੂੰ ਖੂਨ ਲੱਗ ਗਿਆ ਨਾ ਉਹ ਕਹਿੰਦਾ ਹੁਣ ਮੈਂ ਨਹੀਂ ਛੱਡਣਾ ਅਦਾਲਤਾਂ ਨੂੰ ਹੱਕ ਨਹੀਂ ਰਿਹਾ ਆਰਮੀ ਚੀਫ ਦੇ ਕੋਈ ਐਕਸ਼ਨ ਲੈਣ ਦਾ ਸਦਰ ਦੇ ਖਿਲਾਫ ਤਾਂ ਆਯਾਤ ਜਿਹੜੀ ਹੈ ਉਹ ਨਹੀਂ ਹੋਣ ਲੱਗੀ ਕੋਈ ਕਾਰਵਾਈ ਕੋਈ ਕੇਸ ਨਹੀਂ ਬਣ ਸਕਦਾ ਪਹਿਲਾਂ ਤਾਂ ਅਸੀਂ ਨਾ ਇਸਤਸਨਾ ਅਸਲ ਸੀ ਜਦੋਂ ਸਦਰ ਹੈ ਜਿਹੜਾ ਆਫਿਸ 'ਚ ਹੁਣ ਇਹ ਕਰ ਰਹੇ ਨੇ ਕਿ ਤਾਯਾਤ ਕੁਝ ਨਹੀਂ ਕਰ ਸਕਦਾ ਤੇ ਕਿਆ ਇਹ ਜਾ ਰਿਹਾ ਕਿ ਇਹ ਜਿਹੜਾ ਸਿਸਟਮ ਹੈ ਸਦਾਰਤੀ ਨਿਜ਼ਾਮ ਵਾਲੇ ਪਾਸੇ ਸ਼ਾਇਦ ਲੈ ਕੇ ਜਾਵਾਂ ਪਰ ਪੀਪਲ ਪਾਰਟੀ ਹੈ ਜਿਹੜੀ ਇਹ ਰੈਜ਼ਿਸਟ ਕਰ ਰਹੀ ਹੈ ਕਿ ਫੰਡਾਮੈਂਟਲ ਚੇਂਜਸ ਨਹੀਂ ਹੋਣੀਆਂ ਚਾਹੀਦੀਆਂ ਆਇਨ ਵਿੱਚ ਕੌਣ ਰਜਿਸਟ ਕਰ ਰਿਹਾ ਪੀਪਲ ਪਾਰਟੀ ਨੂਰਾ ਕੁਸ਼ਤੀ ਹੈ ਜੀ ਕੁਛ ਵੀ ਨਹੀਂ ਸਾਰੇ ਰਲੇ ਹੋਏ ਨੇ ਜੇ ਹਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਤੇ ਫਿਰ ਉਹ ਅਕਲ ਦਾ ਇਲਾਜ ਕਰੇ ਬਹਰਹਾਲ ਮੈਂ ਹੁਣ ਦਫ਼ਤਰ ਤੋਂ ਨਿਕਲਣ ਤੋਂ ਪਹਿਲਾਂ ਇੱਕ ਆਮ ਖਬਰ ਜਿਹੜੀ ਪੜ੍ਹ ਕੇ ਆਇਆ ਉਹ ਇਹ ਵੇ ਕਿ ਇੰਡੀਆ 'ਚ ਧਮਾਕਾ ਹੋਇਆ 8 ਬੰਦੇ ਮਰ ਗਏ ਨੇ ਕੋਈ ਆਮ ਟੂਰਿਸਟ ਡੈਸਟੀਨੇਸ਼ਨ ਵਿੱਚ ਦਿੱਲੀ ਵਿੱਚ ਕਿਹੜੀ ਜਗ੍ਹਾ ਇੰਡੀਆ ਨਿਊ ਦਿੱਲੀ ਇੰਡੀਆ ਜੀ ਕਾਰ ਦਾ ਸਿਲੰਡਰ ਸੀ ਉਹ ਫਟ ਗਿਆ ਸੀ ਉਹਦੀ ਵਜ੍ਹਾ ਨਾਲ ਕਾਰ ਧਮਾਕਾ ਹੋਇਆ ਬਹਰਹਾਲ ਇਹ ਹਾਲੇ ਕੋਈ ਖਬਰ ਸਹੀ ਉਸ ਵੇਲੇ ਬ੍ਰੇਕਿੰਗ ਨਿਊਜ਼ ਸੀ ਇਸ ਮੈਂ ਨਿਕਲਿਆ ਦਫ਼ਤਰ बिल्कुल बिल्कुल ये गल सही है जी मैं भी तक की वीडियो तक की मैं BBC तो पढ़ के आया जी जी ना मैं वीडियो तक टिकटॉक पे वीडियो लगी है जी अल जजीरा दी वीडियो लगी सी उसमें तो मैनू ये लगा मोदी का बयान से कि असं असैसमेंट कर रहे हैं पे क्या होया इत्थे वो बस ना करना फिर कोई निजाम जेड़ा है ना वो मत्था लाना ने पाकिस्तान दे समझ गए अच्छा अगले दिन ना मोहसिन बेग का मैं इंटरव्यू सुने है थोड़ा जा ये जर्नलिस्ट है लेकिन ये आप पारा वालियां दा स्पेशल बंदा है ਉਹ ਮੈਂ ਕਹਿੰਦਾ ਸੀ ਬਈ ਇਹ ਜਿਹੜੇ ਨੇ ਨਾ ਪਾਕਿਸਤਾਨ ਦੇ ਵਿੱਚ ਹੁਕਮਰਾਨ ਹੈ ਇਸ ਵਕਤ ਇਹ ਹੁਣ ਵੀ ਹੁਕਮਰਾਨ ਨੇ ਤੇ ਅਗਲੀ ਵਾਰੀ ਵੀ ਇਹੋ ਹੀ ਹੁਕਮਰਾਨ ਹੋਣਗੇ ਟੈਨਿਓਰ ਪੂਰਾ ਹੋਣ ਤੋਂ ਬਾਅਦ ਵੀ ਇਹਨਾਂ ਨੇ ਹੀ ਹੁਕਮਰਾਨ ਹੁਣ ਫਿਲਹਾਲ ਯਾਨੀ ਅੱਜ ਦੀ ਤਾਰੀਖ ਤੱਕ
ਪਾਲਿਸੀ ਉਹਨਾਂ ਦੀ ਇਹ ਹੀ ਹੈ ਕਿ ਇਮਰਾਨ ਖਾਨ ਜਿਹੜਾ ਉਹ ਡੇਂਜਰਸ ਹੈ, ਵਾਕਈ ਡੇਂਜਰਸ ਹੈ ਉਹਨਾਂ ਵਾਸਤੇ ਨਾ। ਤੇ ਜਦ ਤੱਕ ਇਮਰਾਨ ਖਾਨ ਨੇ ਆਪ ਇਸ ਦੁਨੀਆ ਨੂੰ ਖੁਦਾ ਹਾਫਿਜ਼ ਕਹਿ ਕੇ ਨਹੀਂ ਜਾਣਾ ਜਾਂ ਆਪਣੀ ਪਾਲਿਸੀ ਚੇਂਜ ਨਹੀਂ ਕਰਨੀ, ਵਾਜ਼ੇ ਤੌਰ ਤੇ ਕੋਈ ਗਾਰੰਟੀ ਯਕੀਨ ਦਹਾਨੀ, ਉਨੀ ਦੇਰ ਤੱਕ ਇਹਨਾਂ ਨੇ ਇਹ ਦੋ ਕੰਮ ਮੇਰੇ ਖਿਆਲ 'ਚ ਨਹੀਂ ਹੋਣ ਦੇਣੇ। ਇੱਕ ਤੇ ਹੈ ਜਿਹੜੀ ਪਾਰਟੀ ਹਕੂਮਤੀਆਂ ਕਰਦੀਆਂ ਨੇ ਇੱਕ ਦੋ, ਇਹਨਾਂ ਦਾ ਤੇ ਦੇਖੋ ਇਹਨਾਂ ਨੂੰ ਤੇ ਹਕੂਮਤ ਚਾਹੀਦੀ ਹੈ ਨਾ, ਭਾਵੇਂ ਇਹਨਾਂ ਨੂੰ ਫੌਜ ਦੇਵੇ, ਭਾਵੇਂ ਇਹਨਾਂ ਨੂੰ ਅਮਰੀਕਾ ਦੇਵੇ, ਭਾਵੇਂ ਇਹਨਾਂ ਨੂੰ ਆਵਾਮ ਦੇਵੇ ਵੋਟ, ਇਹਨਾਂ ਦਾ ਸਿਰਫ ਹਕੂਮਤ ਚਾਹੀਦੀ ਹੈ। ਤੇ ਇਹ ਹੁਕਮਰਾਨ ਬਣਨ ਵਿੱਚ ਖਾਹਿਸ਼ ਰੱਖਦੇ ਨੇ, ਅਗਲੇ ਇਹਨਾਂ ਨੂੰ ਬਣਾਉਣ 'ਚ ਖਾਹਿਸ਼ ਰੱਖਦੇ ਨੇ। ਤੇ ਇਮਰਾਨ ਖਾਨ ਜਦ ਤੱਕ ਇਹ ਸੋਚ ਨਾਲ ਚੱਲੇਗਾ ਤੇ ਕਦੇ ਵੀ ਨਹੀਂ, ਖਾਸ ਕਰਕੇ ਉਹਨੇ ਹੁਣ ਜਿਹੜੇ ਇਜ਼ਹਾਰ ਕਰ ਦਿੱਤਾ ਨਾ ਤੇ ਇਖਤਲਾਫ ਤੇ ਅੱਗੇ ਵੀ ਲੋਕਾਂ ਕੀਤਾ, ਨਵਾਜ਼ ਸ਼ਰੀਫ ਵੀ ਕੀਤਾ ਇਖਤਲਾਫ ਤੇ ਸਿਆਸੀ ਲੀਡਰਾਂ ਦੇ ਹੁੰਦੇ ਹੀ ਨੇ, ਲੇਕਿਨ ਜਿਸ ਸੋਚ ਦਾ ਜਾਂ ਖਿਆਲਾਤ ਦਾ ਇਜ਼ਹਾਰ ਇਮਰਾਨ ਖਾਨ ਨੇ ਇਹਨਾਂ ਦੇ ਸਾਹਮਣੇ ਕਰ ਦਿੱਤਾ ਹੈ ਜਾਂ ਇਹਨਾਂ ਨੂੰ ਉਹਦੇ ਤੇ ਗੁਮਾਨ ਗੁਜ਼ਰ ਗਿਆ ਨਾ ਕਿ ਇਹਦੇ ਇਹ ਖਿਆਲਾਤ ਨੇ ਸਾਡੇ ਬਾਰੇ, ਉਸ ਤੋਂ ਬਾਅਦ ਜਿਹਦੇ ਕੋਲ ਤਾਕਤ ਹੈ ਉਹ ਆਪੋ ਦੇ ਕੋਲ ਹੀ ਨਾ ਕਿਸੇ ਦੇ ਹੱਥ ਤਲਵਾਰ ਜਾਂ ਬੰਦੂਕ ਫੜਾਉਂਦਾ ਵੀ ਲੈ ਤੂੰ ਸਾਨੂੰ ਗੋਲੀ ਮਾਰਦਾ ਹੈ, ਉਦੋਂ ਹੀ ਫੜਾਏਗਾ ਬੰਦੂਕ ਜਦੋਂ ਕੋਈ ਖੋਹ ਲਈ ਜਾਏਗੀ ਉਹਦੇ ਕੋਲੋਂ। ਜਦ ਤੱਕ ਉਹਦੇ ਹੱਥ ਵਿੱਚ ਉਹ ਤੁਹਾਨੂੰ ਕਦੇ ਵੀ ਇਹ ਤਾਕਤ ਨਹੀਂ ਦੇਣ ਲੱਗਾ ਕਿ ਲੋ ਤੁਸੀਂ ਸਾਡੇ ਉੱਤੇ ਫਾਇਰ ਕਰੋ। ਅਸਲ ਵਿੱਚ ਇਮਰਾਨ ਖਾਨ ਆਇਆ ਤਾਂ ਇਹਨਾਂ ਦੀ ਮਾਤ ਐਸੀ ਨਾ, ਫੌਜ ਦੀ ਮਾਤ ਹੈ ਪਹਿਲੇ, ਤੇ ਆ ਕੇ ਜਿਸ ਉਸ ਤੱਕਿਆ ਕਿ ਇਹ ਕੰਮ ਨਹੀਂ ਕਰਨ ਦਿੰਦੇ ਸਹੀ, ਫਿਰ ਉਸ ਆਵਾਜ਼ ਉਠਾਈ, ਤੇ ਜਿਸ ਆਵਾਜ਼ ਉਠਾਈ ਇਹ ਹੁਣ ਜਿਹੜੀ ਤੁਸੀਂ ਗੱਲ ਕੀਤੀ ਇਹ ਸਹੀ ਨਹੀਂ ਹੈ। ਨਹੀਂ, ਜਿਸ ਵੇਲੇ ਨਵਾਜ਼ ਸ਼ਰੀਫ ਨੂੰ ਬਾਹਰ ਭੇਜਿਆ ਨੇ, ਇਮਰਾਨ ਦੀ ਮਰਜ਼ੀ ਦੇ ਖਿਲਾਫ ਭੇਜਿਆ ਸੀ ਨਾ, ਕਿਉਂਕਿ ਡੀਲ ਹੋ ਗਈ ਸੀ ਉਧਰੋਂ ਸ਼ਬਾਜ਼ ਸ਼ਰੀਫ ਦੀ। ਇਹ ਸਾਰੀਆਂ ਕਹਾਣੀਆਂ ਨੇ ਰਾਜਾ ਸਾਹਿਬ, ਇਹਨਾਂ ਕਹਾਣੀਆਂ ਦਾ ਕੋਈ ਸਬੂਤ ਨਹੀਂ ਹੈ। ਕਹਾਣੀਆਂ ਜਿੰਨੀਆਂ ਮਰਜ਼ੀ ਪੇਸ਼ ਸੁਣਾਓ, ਮੈਂ ਵੀ ਤੁਹਾਨੂੰ ਸੁਣਾ ਸਕਣਾ ਦੂਜੇ ਪਾਸੇ ਦੀਆਂ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਹਕੀਕਤ ਇਹ ਵੇ ਕਿ ਇਮਰਾਨ ਖਾਨ ਉਹਨਾਂ ਦੇ ਕੰਧਿਆਂ ਉੱਤੇ ਚੜ੍ਹ ਕੇ ਆਇਆ ਔਰ ਹੁਣ ਉਹਨਾਂ ਨੂੰ ਮੁਸਤਕਿਲ ਯੂਜ਼ ਕਰਨਾ ਚਾਹੁੰਦਾ ਸੀ, ਜਦਕਿ ਉਹਨਾਂ ਨੇ ਇਹਨਾਂ ਦੀਆਂ ਉਦੋਂ ਕੋਈ ਇਹੋ ਜਿਹੇ ਖਿਆਲਾਤ ਜਾਂ ਇਹੋ ਜਿਹੀ ਨਫ਼ਰਤ ਇਹਨਾਂ ਦੇ ਦਰਮਿਆਨ ਨਹੀਂ ਸੀ। ਛੋਟੇ ਮੋਟੇ ਇਖਤਲਾਫਾਤ ਹੁੰਦੇ ਨੇ, ਉਹਨਾਂ ਨੇ ਇਹਦੇ ਤੋਂ ਹੱਥ ਖਿੱਚ ਲਿਆ, ਪਿੱਛੇ ਕਰ ਲਿਆ ਕਿ ਬਈ ਠੀਕ ਹੈ ਜੇ ਤੂੰ ਸਾਡੀ ਮੰਨਣੀ ਨਹੀਂ, ਸਾਡੇ ਨਾਲ ਰਲ ਕੇ ਨਹੀਂ ਟੁਰਨਾ, ਇੱਕ ਪੇਜ ਤੇ ਨਹੀਂ ਰਹਿਣਾ, ਠੀਕ ਹੈ ਤੂੰ ਆਪਣਾ ਕਰ, ਅਸੀਂ ਆਪਣਾ ਕਰਦੇ ਹਾਂ ਕੰਮ। ਇਹ ਪਿੱਛੇ ਹਟਿਆ, ਜਿਹੜੀ ਸਾਡੀ ਐਸਟੈਬਲਿਸ਼ਮੈਂਟ ਉਹਨੇ ਹੱਥ ਪਿੱਛੇ ਢਾਇਆ ਤੇ ਇਮਰਾਨ ਖਾਨ ਉਹਨਾਂ ਦੇ ਅਗੇਂਸਟ ਹੋਣਾ ਸ਼ੁਰੂ ਹੋ ਗਿਆ। ਸੱਚੀ ਗੱਲ ਤੇ ਹੈ, ਇੰਝ ਨਹੀਂ ਕਹਿਣਾ ਚਾਹੀਦਾ। ਨਹੀਂ, ਮੇਰੇ ਖਿਆਲ ਮੈਂ ਵੀ ਉਹੀ ਗੱਲ ਕਰ ਰਿਹਾ ਜਿਹੜੀ ਤੁਸੀਂ ਕੀਤੀ ਹੈ। ਇਹ ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਉਹਨਾਂ ਆ ਕੇ ਇਮਰਾਨ ਖਾਨ ਬੜਾ ਯਾਨੀ ਮੁਲਕ ਦਾ ਲਗਾ ਸੀ, ਯਾਨੀ ਕਿ ਕਿਲਾ ਬਣਾਉਣ ਲਗਾ ਸੀ, ਨਹੀਂ ਕੱਢਣ ਲੱਗਾ ਸੀ, ਨਹੀਂ ਉਹਨੇ ਵੇਖਿਆ ਕਿ ਰੁਕਾਵਟ ਨੇ ਰਸਤੇ 'ਚ। ਮੇਰਾ ਮਤਲਬ ਨਹੀਂ ਸੀ ਬਿਲਕੁਲ, ਨਹੀਂ ਮੇਰਾ ਮਤਲਬ ਬਿਲਕੁਲ ਵੀ ਨਹੀਂ ਸੀ। ਅਸਲ 'ਚ ਇਮਰਾਨ ਖਾਨ ਵੀ ਆ ਕੇ ਤੇ ਸ਼ੁਰੂ ਕਰਤੀ ਸੀ ਗੱਲ, ਉਹ 2033 ਤੱਕ ਹੁਣ ਮੈਂ ਹੀ ਵਜ਼ੀਰ ਆਜ਼ਮ ਹਾਂ, ਤੇ ਉਹ ਇਮਰਾਨ ਖਾਨ ਤੇ ਫਿਰ ਇਮਰਾਨ ਖਾਨ ਕੋਲ ਟੀਮ ਕੋਈ ਨਹੀਂ ਸੀ ਜਿਹੜੀ ਡਿਲੀਵਰ ਕਰ ਸਕੇ। ਉਸ ਸਮੇਂ ਤੋਂ ਬਾਅਦ ਇਮਰਾਨ ਖਾਨ ਤੇ ਬਾਜਵਾ ਦੇ ਇਖਤਲਾਫ ਆਪਸ ਵਿੱਚ ਹੋ ਗਏ। ਉਹ ਫਿਰ ਇਮਰਾਨ ਖਾਨ ਇੱਕ ਇਮਰਾਨ ਖਾਨ ਦੇ ਜ਼ਿਹਨ 'ਚ ਗੱਲ ਪੈ ਗਈ ਸੀ ਕਿ ਮੈਂ ਜਿਸ ਤਰ੍ਹਾਂ ਉਰਦਗਾਨ ਨੂੰ ਢਾਣ ਦੀ ਕੋਸ਼ਿਸ਼ ਕੀਤੀ ਸੀ ਤੁਰਕੀ 'ਚ, ਤੇ ਲੋਕੀ ਟੈਂਕਾਂ ਦੇ ਨੀਚੇ ਆ ਕੇ ਲੰਮੇ ਪੈ ਰਹੇ ਸੀ, ਮੇਰੇ ਨਾਲ ਵੀ ਇਹੀ ਹੋ ਸੀ। ਉਸ ਤਰ੍ਹਾਂ ਦੀ ਗੱਲ ਵਿੱਚ ਹੈ ਕੋਈ ਨਹੀਂ ਸੀ ਬਿਲਕੁਲ ਹੀ, ਕਿਉਂਕਿ ਡਿਲੀਵਰ ਕਰ ਨਹੀਂ ਸੀ ਸਕੀ ਪੀਟੀਆਈ ਗਵਰਨਮੈਂਟ। ਤੇ ਉਹ ਫਿਰ ਜਿੱਥੋਂ ਅਸਲ ਵਿੱਚ ਇਮਰਾਨ ਖਾਨ ਦੀ ਪਾਰਟੀ ਜਿੱਥੋਂ ਉਹ ਜਾ ਕੇ ਤੇ GHQ ਨੇ ਬਾਹਰ ਤੇ ਜਨਾਹ ਹਾਊਸ ਤੇ ਜਿਸ ਹਮਲਾਵਰ ਹੋਏ ਨਾ,
ਜੀ ਸਭ ਤੋਂ ਵੱਡਾ ਜਿਹੜਾ ਗੁਲਫ ਹੈ ਉੱਥੋਂ ਪਿਆ ਕਿ ਇਹ ਤਾਂ ਇਸ ਤਾਰੀਖ ਵਿੱਚ ਨਹੀਂ ਹੋਇਆ, ਭੱਟੋ ਨੂੰ ਅਸਾਂ ਫਾਂਸੀ ਲਾਤਾ ਤੇ ਕੁਝ ਨਹੀਂ ਹੋਇਆ, ਇਹ ਕੀ ਕਰਨ ਲੱਗਾ? ਹਾਂਜੀ ਉਹ ਇਮਰਾਨ ਖਾਨ ਰੂਲ ਆਊਟ ਹੋ ਗਿਆ ਬਿਲਕੁਲ। ਇਮਰਾਨ ਖਾਨ ਨੂੰ ਤਾਂ ਇਮਰਾਨ ਕੋ ਨਹੀਂ ਦੇਣਾ, ਹੁਣ ਪੋਜੀਸ਼ਨ ਉਹੀ ਬਣ। ਹਰ ਗੁਜ਼ਰਨ ਵਾਲੇ ਦਿਨ ਨਾਲ ਜਦੋਂ ਦੀ ਤਹਿਰੀਕੇ ਅਦਮ ਤਮਾਦ ਦੇ ਖਿਲਾਫ ਆਈ ਸੀ ਨਾ, ਉੱਥੋਂ ਵੀ ਮਹੀਨਾ 2 ਮਹੀਨੇ ਜਾਂ 3 ਮਹੀਨੇ 6 ਮਹੀਨੇ ਪਿਛਾ ਕਰਕੇ ਲੈ ਆਵੋ ਨਾ, ਹਰ ਗੁਜ਼ਰਨ ਵਾਲੇ ਦਿਨ ਨਾਲ ਇਮਰਾਨ ਖਾਨ ਨੇ ਇਹਨਾਂ ਦੇ ਖਿਲਾਫ ਯਾਨੀ ਨਫ਼ਰਤ ਆਪਣੀ ਨੂੰ ਆਵਾਜ਼ ਦਿੱਤੀ, ਨਫ਼ਰਤ ਵਧਾਈ, ਘਟਾਉਣ ਦਾ ਕੋਈ ਪ੍ਰਬੰਧ ਹੋਇਆ ਨਹੀਂ ਹੈ। ਹਰ ਗੁਜ਼ਰਨ ਵਾਲੇ ਦਿਨ ਨਾਲ ਨਫ਼ਰਤ ਵੱਧਦੀ ਲੱਗੀ ਗਈ। ਉਸ ਦੀ ਵਜ੍ਹਾ ਇਹ ਸੀ ਇਮਰਾਨ ਖਾਨ ਨੂੰ ਇਸ ਨੇ ਕਿ ਅਵਾਮੀ ਸਪੋਰਟ ਨਾਲ ਮੈਂ